ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਅੱਜ ਲੈ ਕੇ ਆਏ ਜੀ ਤੁਹਾਡੇ ਸਾਹਮਣੇ ਨੈਕਸਟ ਕਲਾਸ ਆਪਣੀ ਪੰਜਾਬੀ ਵਿਆਕਰਨ ਦੀ। ਬਹੁਤ ਵਧੀਆ ਢੰਗ ਦੇ ਨਾਲ ਆਪਾਂ ਕਰ ਰਹੇ ਹਾਂ ਜੀ ਇੱਥੇ ਪੰਜਾਬੀ ਵਿਆਕਰਨ ਆਪਣੇ ਆਉਣ ਵਾਲੇ ਪੇਪਰਾਂ ਵਾਸਤੇ। ਤਾਂ ਲਾਸਟ ਟਾਈਮ ਥੋੜਾ ਜਿਹਾ ਇੱਕ ਔਖਾ ਟੌਪਿਕ ਕਰਵਾਇਆ ਗਿਆ ਸੀਗਾ, ਪੂਰਕ ਤੇ ਪੂਰਕ ਦਾ ਵਿਸਥਾਰ। ਉਹਦੇ ਬਾਰੇ ਕੁਝ ਬੱਚਿਆਂ ਦੇ ਡਾਊਟ ਸੀਗੇ ਤੇ ਕਾਫੀ ਬੱਚਿਆਂ ਨੇ ਰਿਕਵੈਸਟ ਕੀਤੀ ਕਿ ਸਰ ਥੋੜਾ ਜਿਹਾ ਦੁਬਾਰਾ ਕਰਵਾ ਦਿਓ। ਤਾਂ ਵਿਦਿਨ 2-3 ਮਿੰਟ ਦੇ ਵਿੱਚ ਮੈਂ ਤੁਹਾਨੂੰ ਰਿਮਾਈਂਡ ਕਰਵਾਉਂਗਾ ਰਾਜੇ। ਤਾਂ ਉਹਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ, ਟੌਪਿਕ ਇਦਾਂ ਦਾ ਹੈਗਾ, ਉਹਨੂੰ 3-4 ਵਾਰੀ ਪੜ੍ਹਨਾ ਪਊਗਾ। ਤਾਂ ਅੱਜ ਦੀ ਕਲਾਸ ਦੇ ਵਿੱਚ ਮੈਂ ਤੁਹਾਨੂੰ ਉਹਨੂੰ ਹੋਰ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਹੋਰ ਟ੍ਰਿਕ ਲਗਾ ਕੇ ਉਹਨੂੰ ਸੌਖਾ ਕਰਾਂਗੇ ਆਪਾਂ। ਤੇ ਨਾਲ ਹੀ ਮੈਂ ਇੱਕ ਕੁਐਸਚਨ ਪੁੱਛਿਆ ਸੀਗਾ ਆਪਣੇ ਲਿੰਗ ਬਦਲੋ ਤੋਂ, ਤਾਂ ਕਾਫੀ ਬੱਚਿਆਂ ਦੇ ਆਨਸਰ ਗਲਤ ਆਏ ਆ ਰਾਜੇ। ਉਹ ਮੈਂ ਤਾਂ ਹੀ ਪਾਇਆ ਸੀਗਾ ਵੀ ਕਿਉਂਕਿ ਉਹ ਪੇਪਰਾਂ 'ਚ ਵਾਰ-ਵਾਰ ਆਉਂਦਾ, ਉੱਥੇ ਬੱਚੇ ਗਲਤ ਕਰਕੇ ਆਉਂਦੇ ਆ। ਦੇਖੋ ਇੱਥੇ ਤਾਂ ਗਲਤੀ ਕਰ ਲਓਗੇ, ਰੀਟੇਕ ਦਾ ਮੌਕਾ ਮਿਲ ਜਾਊਗਾ, ਬਟ ਜਦੋਂ ਤੁਸੀਂ ਫਿਲਮ ਦੇ ਵਿੱਚ ਚਲੇ ਗਏ, ਕਹਿਣ ਦਾ ਮਤਲਬ ਪੇਪਰ 'ਚ ਚਲੇ ਗਏ, ਫਿਰ ਰੀਟੇਕ ਦਾ ਮੌਕਾ ਨਹੀਂ ਮਿਲੂਗਾ। ਤੇ ਇੱਥੇ ਆਪਾਂ ਰੀਟੇਕ ਕਰ ਸਕਦੇ ਹਾਂ ਤਾਂ ਜ਼ਰੂਰ ਕਰਾਂਗੇ ਜੀ। ਇਸ ਤੋਂ ਇਲਾਵਾ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਣੀ ਬਹੁਤ ਜ਼ਰੂਰੀ ਹੈ, ਜਿਹਦੇ ਕਰਕੇ ਮੈਨੂੰ ਵੀ ਬਹੁਤ ਹਾਸਾ ਆਇਆ ਕੱਲ। ਦੋ ਗੱਲਾਂ ਨੇ, ਠੀਕ ਹੈ, ਕੋਈ ਦਿਲ ਤੇ ਨਾ ਲਾਇਓ। ਇੱਕ ਤਾਂ ਮੈਨੂੰ ਆਇਆ ਕਿਸੇ ਦਾ ਮੈਸੇਜ, ਮੈਨੂੰ ਬੱਚੇ ਦਾ ਨਾਮ ਵੀ ਨਹੀਂ ਯਾਦ, ਮੈਨੂੰ ਇਹ ਨਹੀਂ ਪਤਾ WhatsApp ਤੇ ਆਇਆ ਜਾਂ ਫਿਰ ਕਮੈਂਟ ਦੇ ਵਿੱਚ ਆਇਆ, ਕਿਉਂਕਿ WhatsApp ਤੇ ਤਾਂ ਬਹੁਤ ਕਾਲਸ ਔਰ ਮੈਸੇਜ ਆਉਂਦੇ ਰਾਜੇ ਡੇਲੀ। ਉਹ ਕਹਿੰਦੇ ਜੀ ਤੁਸੀਂ ਪੰਜਾਬੀ ਜਿਹੜੀ ਹੈਗੀ ਕਰਵਾ ਰਹੇ ਹੋ, ਕਿਰਪਾ ਕਰਕੇ ਇਹਨੂੰ ਅੰਗਰੇਜ਼ੀ ਦੇ ਵਿੱਚ ਕਰਾਓ। ਤਾਂ ਮੈਂ ਬੜਾ ਹੈਰਾਨ ਆ ਵੀ ਪੰਜਾਬੀ ਨੂੰ ਅੰਗਰੇਜ਼ੀ 'ਚ ਕਿਵੇਂ ਕਰਵਾਈਏ। ਠੀਕ ਹੈ, ਪਹਿਲੀ ਗੱਲ ਤਾਂ ਅੰਗਰੇਜ਼ੀ ਨਾਲ ਸਾਡੀ ਬਣਦੀ ਘੱਟ ਆ, ਜਿਵੇਂ ਪਾਕਿਸਤਾਨ ਨਾਲ ਇੰਡੀਆ ਦੀ ਘੱਟ ਬਣਦੀ, ਉਵੇਂ ਸਾਡੀ ਵੀ ਅੰਗਰੇਜ਼ੀ ਨਾਲ ਘੱਟ ਬਣਦੀ ਆ, ਕਿਉਂਕਿ ਅਸੀਂ ਵੀ ਪਿੰਡਾਂ ਵਾਲੇ ਬੱਚੇ ਆ, ਪ੍ਰਾਇਮਰੀ ਸਕੂਲਾਂ 'ਚ ਪੜ੍ਹੇ ਹੋਏ ਆ, ਸਾਡਾ ਬੇਸ ਵੀ ਇੰਨਾ ਸਟਰੋਂਗ ਨਹੀਂ ਹੈਗਾ। ਬਟ ਪੰਜਾਬੀ ਨੂੰ ਅੰਗਰੇਜ਼ੀ 'ਚ ਫਿਰ ਵੀ ਨਹੀਂ ਪੜ੍ਹਾ ਸਕਦੇ ਜੇ ਆਪਾਂ ਕਨਵੈਂਟ ਸਕੂਲਾਂ ਵਿੱਚ ਪੜ੍ਹੇ ਹੋਈਏ, ਕਿਉਂਕਿ ਪੰਜਾਬੀ ਪੰਜਾਬੀ 'ਚ ਹੀ ਪੜ੍ਹਨੀ ਪਊਗੀ, ਹਿੰਦੀ ਹਿੰਦੀ 'ਚ ਹੀ ਪੜ੍ਹਨੀ ਪਊਗੀ ਰਾਜੇ। ਤਾਂ ਪੰਜਾਬੀ ਨੂੰ ਪੰਜਾਬੀ 'ਚ ਹੀ ਪੜ੍ਹੋ। ਦੂਜਾ, ਪੀਡੀਐਫ ਬਾਰੇ ਇੰਨੇ ਮੈਸੇਜ ਆਏ, ਇੰਨੇ ਮੈਸੇਜ ਆਏ। ਦੇਖੋ ਇੱਥੇ ਤਾਂ ਆਉਂਦੇ ਆਉਂਦੇ ਆ ਕਿਉਂਕਿ ਫ੍ਰੀ ਵਾਲੀਆਂ ਕਲਾਸਾਂ ਚੱਲ ਰਹੀਆਂ। ਪੇਡ ਦੇ ਵਿੱਚ ਵੀ ਮੈਨੂੰ ਪੁੱਛਦੇ ਆ ਬੱਚੇ, ਪੀਡੀਐਫ ਦੇ ਦਿਓ ਜੀ, ਪੀਡੀਐਫ ਦੇ ਦਿਓ। ਕੋਈ ਕਹਿੰਦਾ ਤੁਹਾਡੀ ਪੀਡੀਐਫ ਲੀਕ ਕਰਤੀ, ਕੋਈ ਗਰੁੱਪ ਦੇ ਵਿੱਚ ਪਈ ਆ ਪੀਡੀਐਫ ਪੀਡੀਐਫ ਪੀਡੀਐਫ। ਮੇਰੇ ਦਿਮਾਗ 'ਚ ਨਾ 24 ਘੰਟੇ ਪੀਡੀਐਫ ਚੱਲਦੀ ਰਹਿੰਦੀ ਹੈ। ਤਾਂ ਕੱਲ ਮੈਂ ਰੋਟੀ ਖਾਣ ਦੇ ਟਾਈਮ ਆਪਣੀ ਵਾਈਫ ਨੂੰ ਕਿਹਾ, ਯਾਰ ਮੈਨੂੰ ਇੱਕ ਪੀਡੀਐਫ ਹੋਰ ਦੇ ਦੇ। ਕਹਿਣਾ ਤਾਂ ਇਹ ਸੀਗਾ ਇੱਕ ਰੋਟੀ ਦੇ ਦੇ, ਮੈਂ ਕਿਹਾ ਜੀ ਮੈਨੂੰ ਇੱਕ ਪੀਡੀਐਫ ਹੋਰ ਦੇ ਦਿਓ। ਉਹ ਕਹਿੰਦੀ ਲੱਗਦਾ ਵੀ ਕਹਿੰਦੀ ਦਿਮਾਗ ਚੱਕਿਆ ਗਿਆ। ਤਾਂ ਵਾਕਈ ਚੱਕਿਆ ਗਿਆ ਦਿਮਾਗ, ਹੈ ਨਾ, ਕਿਉਂਕਿ 24 ਘੰਟੇ ਜਦੋਂ ਇੱਕੋ ਗੱਲ ਹੀ ਸਟ੍ਰਾਈਕ ਕਰਦੀ ਹੁੰਦੀ ਹੈ ਨਾ ਬੰਦੇ ਦੇ ਦਿਮਾਗ ਦੇ ਵਿੱਚ, ਪੀਡੀਐਫ ਪੀਡੀਐਫ ਪੀਡੀਐਫ। ਤਾਂ ਪੀਡੀਐਫ ਬਾਰੇ ਰਾਜੇ ਮੈਂ ਦੱਸ ਚੁੱਕਿਆ ਵੀ ਪੰਜਾਬੀ ਗ੍ਰਾਮਰ ਦੀ ਪੀਡੀਐਫ ਫ੍ਰੀ ਹੈ, ਉਹਦੇ ਵਾਸਤੇ ਥੋੜੀ ਜਿਹੀ ਵੇਟ ਕਰ ਲਓ। ਤੇ ਪੰਜਾਬ ਜੀਕੇ ਦੀ ਜਿਹੜੀ ਪੀਡੀਐਫ ਹੋਊਗੀ ਰਾਜੇ ਥੋੜੀ ਬਹੁਤੀ ਪੇਡ ਹੋਊਗੀ, ਉਹ ਆਪਾਂ ਵਧੀਆ ਤਰੀਕੇ ਨਾਲ ਬਾਈਲੈਂਗੁਅਲ ਕਰਕੇ ਉਹਦੇ ਕੁਐਸਚਨ ਬਣ ਰਹੇ ਆ। ਬੁੱਧਵਾਰ ਤੱਕ ਇਕੱਲੇ ਪੰਜਾਬ ਜੀਕੇ ਦੀ ਥਿਊਰੀ ਤੇ ਐਮਸੀਕਿਊ ਲਾਂਚ ਕਰ ਦਾਂਗੇ। ਤੇ ਪੰਜਾਬੀ ਗ੍ਰਾਮਰ ਦੀ ਫ੍ਰੀ ਹੈ ਰਾਜੇ ਥਿਊਰੀ, ਉਹ ਫ੍ਰੀ ਦੇਵਾਂਗੇ। ਜਿਹੜੇ ਕੁਐਸਚਨ ਹੋਣਗੇ ਥੋੜੇ ਬਹੁਤੇ ਉਹ ਪੇਡ ਹੋਣਗੇ। ਤਾਂ ਚਿੰਤਾ ਨਹੀਂ ਕਰਨੀ ਜੀ, ਥੋੜਾ ਬਹੁਤਾ ਪੇਡ ਜ਼ਰੂਰੀ ਹੈ ਕਿਉਂਕਿ ਘਰੇ ਜਵਾਕ ਵੀ ਪਾਲਣੇ ਆ। ਠੀਕ ਹੈ, ਤਾਂ ਚਲੋ ਸਟਾਰਟ ਕਰਦੇ ਹਾਂ। ਅੱਜ ਦੀ ਕਲਾਸ ਬਹੁਤ ਇੰਪੋਰਟੈਂਟ ਹੈ ਰਾਜੇ। ਤਾਂ ਮੈਂ ਤੁਹਾਨੂੰ ਪੁੱਛਿਆ ਸੀਗਾ, ਦੋ ਸ਼ਬਦ ਪੁੱਛੇ ਸੀਗੇ, ਦੋਵਾਂ ਸ਼ਬਦਾਂ ਦੇ ਵਿੱਚ ਬੱਚਿਆਂ ਦੀ ਬਹੁਤ ਗਲਤੀਆਂ ਨੇ। ਇੱਕ ਤਾਂ ਪੁੱਛਿਆ ਸੀਗਾ ਪਠੌਰੀ, ਠੀਕ ਹੈ, ਪਠੌਰੀ ਦਾ ਕੀ ਸੀਗਾ ਜੀ ਰਾਜੇ, ਪਠੌਰਨ ਹੁੰਦਾ। ਠੀਕ ਹੈ, ਤਾਂ ਤੁਸੀਂ ਆਪਣੇ ਆਪ ਆਪਣਾ ਮੈਚ ਕਰ ਲਿਓ ਵੀ ਤੁਹਾਡਾ ਠੀਕ ਹੈ ਕਿ ਗਲਤ ਹੈ, ਕਿਉਂਕਿ ਹੁਣ ਮੈਂ ਇਕੱਲੇ ਇਕੱਲੇ ਬੱਚੇ ਚੈੱਕ ਕਰਨ ਲੱਗ ਗਿਆ, ਟਾਈਮ ਬੜਾ ਮਤਲਬ ਲੱਗ ਜਾਊਗਾ। ਇੱਕ ਮੈਂ ਪੁੱਛਿਆ ਸੀਗਾ ਪਸ਼ੌਰੀਆ, ਤਾਂ ਪਸ਼ੌਰੀਆ ਦਾ ਪਸ਼ੌਰਨ ਹੁੰਦਾ, ਇਹ ਜ਼ਿਆਦਾਤਰ ਬੱਚਿਆਂ ਦਾ ਸਹੀ ਸੀਗਾ। ਜਿਵੇਂ ਹੁਣ ਦੇਖੋ, ਪਹਾੜੀਆ ਦਾ ਪਹਾੜਨ, ਕਸ਼ਮੀਰੀ ਦਾ ਕਸ਼ਮੀਰਨ, ਦੁਆਬੀਆ ਦਾ ਦੁਆਬਨ। ਠੀਕ ਹੈ ਜੀ, ਤਾਂ ਕਿਰਪਾ ਕਰਕੇ ਇਦਾਂ ਦੀ ਚੀਜ਼ਾਂ ਪੜ੍ਹ ਲਿਓ। ਕੋਈ ਗੱਲ ਨਹੀਂ, ਜਦੋਂ ਮੈਂ ਐਮਸੀਕਿਊ ਪ੍ਰੋਵਾਈਡ ਕਰੂੰਗਾ ਉਹਦੇ ਨਾਲ, ਜਦੋਂ ਥਿਊਰੀ ਦਊਂਗਾ ਫ੍ਰੀ ਵਾਲੀ, ਤਾਂ ਉਹ ਨਾਲ ਵਿੱਚ ਮੈਂ ਐਡ ਕਰ ਦੂੰਗਾ ਜਿਹੜੇ ਵਾਰ-ਵਾਰ ਪੇਪਰਾਂ 'ਚ ਪੁੱਛੇ ਜਾਂਦੇ ਆ। ਕਿਉਂਕਿ ਚਿੰਤਾ ਨਹੀਂ ਕਰਨੀ ਰਾਜੇ, ਇਹ ਤੁਹਾਡੇ ਹੈਲਪ ਵਾਸਤੇ ਹੀ ਆ ਚੈਨਲ। ਠੀਕ ਹੈ, ਤਾਂ ਕਿਰਪਾ ਤੋਂ ਕੰਮ ਕੀ ਕਰਨਾ, ਤੁਸੀਂ ਲਾਈਕ ਕਰ ਦੇਣਾ, ਵੀਡੀਓ ਨੂੰ ਸ਼ੇਅਰ ਕਰ ਦੇਣਾ ਜੇ ਚੰਗੀ ਲੱਗੂਗੀ। ਜੇ ਨਹੀਂ ਚੰਗੀ ਲੱਗਦੀ, ਡਿਸਲਾਈਕ ਦਾ ਬਟਨ ਵੀ ਚੱਲਦਾ, ਕੋਈ ਚੱਕਰ ਹੀ ਨਹੀਂ ਹੈਗਾਗਾ। ਪਰ ਜੇ ਚੰਗੀ ਲੱਗ ਰਹੀ ਆ, ਲੱਗ ਰਿਹਾ ਵੀ ਸਰ ਮਿਹਨਤ ਕਰੇ, ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਜਿਹੜੇ ਬੱਚੇ ਨਵੇਂ ਨੇ। ਮੈਂ ਹੁਣ ਦੇਖੋ ਕੱਲ ਕਰਾਇਆ ਕੀ ਸੀਗਾ ਰਾਜੇ, ਵਾਕ ਦੀ ਵੰਡ ਕਰਾਈ ਸੀਗੀ, ਵਾਕ ਵੰਡ ਜਿਹਨੂੰ ਕਹਿ ਦਿੰਦੇ ਆ, ਵਾਕ ਦੀ ਬਣਤਰ। ਥੋੜਾ ਜਿਹਾ ਮੈਂ ਰਿਮਾਈਂਡ ਕਰਵਾ ਰਿਹਾ ਰਾਜੇ, ਕਿਉਂਕਿ ਇਹ ਬਹੁਤ ਜ਼ਿਆਦਾ ਖਾਸ ਹੈ ਟੌਪਿਕ, ਜਿਹੜਾ ਤੁਹਾਡੇ ਵਾਸਤੇ ਹੈ। ਪੇਪਰ ਦੇ ਵਿੱਚ ਵਾਕ ਦੇ ਬਾਰੇ ਬਹੁਤ ਪੁੱਛਦੇ ਆ। ਵਾਕ ਦੀ ਟਾਈਪ ਕਰਵਾਤੀ ਸੀ ਮੈਂ, ਸਧਾਰਨ, ਮਿਸ਼ਰਤ, ਸੰਯੁਕਤ ਵਗੈਰਾ ਸਭ ਕੁਝ ਕਰਵਾਤਾ ਸੀਗਾ, ਹਨਾ। ਹੁਣ ਦੇਖੋ ਇੱਕ ਵਾਕ ਮੈਂ ਲਿਖਦਾ ਇੱਥੇ, ਠੀਕ ਹੈ, ਅੰਗਰੇਜ਼ੀ ਦੇ ਵਿੱਚ ਵੀ ਚਲੋ ਅੰਗਰੇਜ਼ੀ 'ਚ ਬਾਅਦ 'ਚ ਲਿਖਦੇ ਆ, ਪੰਜਾਬੀ 'ਚ ਲਿਖਦੇ ਆ ਆਪਾਂ। ਜਿਵੇਂ ਮੈਂ ਕਹਿ ਦੇਵਾਂ, ਭਗਵੰਤ ਮਾਨ, ਭਗਵੰਤ ਮਾਨ ਦਿੱਲੀ ਗਿਆ। ਦਿੱਲੀ ਜਾਂਦਾ ਰਹਿੰਦਾ ਭਾਈ, ਉਹਦਾ ਦੋਸਤ ਆ ਕੇਜਰੀਵਾਲ ਉੱਥੇ, ਹਨਾ, ਦਿੱਲੀ ਗਿਆ। ਠੀਕ ਹੈ, ਹੁਣ ਦੇਖੋ ਮੈਂ ਤੁਹਾਨੂੰ ਕੀ ਕਰਵਾਇਆ ਸੀ ਰਾਜੇ, ਇੱਕ ਤਾਂ ਕਰਾਇਆ ਸੀ ਉਦੇਸ਼ ਤੇ ਇੱਕ ਕਰਾਇਆ ਸੀ ਵਿਧੇ। ਉਹਨੂੰ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਠੀਕ ਹੈ, ਜਿਵੇਂ ਹੁਣ ਮੈਂ ਜੇ ਇਸੇ ਵਾਕ ਨੂੰ ਅੰਗਰੇਜ਼ੀ 'ਚ ਲਿਖਣਾ ਹੋਵੇ ਤਾਂ ਮੈਂ ਕੀ ਲਿਖੂੰਗਾ ਰਾਜੇ, ਮੈਂ ਅੰਗਰੇਜ਼ੀ 'ਚ ਕੀ ਲਿਖ ਦਿੰਦਾ, ਭਗਵੰਤ ਮਾਨ ਵੈਂਟ ਟੂ ਦਿੱਲੀ। ਚਲੋ ਮੈਂ ਅੰਗਰੇਜ਼ੀ ਤਾਂ ਲਿਖ ਰਿਹਾ, ਨਾਲ ਤੁਹਾਨੂੰ ਥੋੜਾ ਜਿਹਾ, ਜਿਹੜੇ ਬੱਚੇ ਕਹਿ ਰਹੇ ਆ ਵੀ ਸਰ ਅੰਗਰੇਜ਼ੀ 'ਚ ਕਰਾ ਦਿਓ ਪੰਜਾਬੀ, ਪੰਜਾਬੀ ਨੂੰ ਅੰਗਰੇਜ਼ੀ 'ਚ ਨਹੀਂ ਕਰਾ ਸਕਦੇ, ਬਟ ਜਿਹੜੇ ਰੂਲ ਹੈਗੇ ਥੋੜੇ ਬਹੁਤੇ ਨਾਲ ਨਾਲ ਅੰਗਰੇਜ਼ੀ 'ਚ ਦੱਸ ਦਿੰਦਾ। ਵੈਂਟ ਟੂ ਦਿੱਲੀ,
ਠੀਕ ਹੈ ਜੀ। ਇਹ ਹੈਗਾ ਜੀ ਵਾਕ ਆਪਣਾ ਅੰਗਰੇਜ਼ੀ ਦੇ ਵਿੱਚ। ਆਪਾਂ ਅੰਗਰੇਜ਼ੀ 'ਚ ਤੁਸੀਂ ਇੱਕ ਚੀਜ਼ ਪੜ੍ਹੀ ਹੋਊਗੀ, ਸਬਜੈਕਟ ਪੜ੍ਹਦੇ ਹੋ ਨਾ ਤੁਸੀਂ ਅੰਗਰੇਜ਼ੀ ਦੇ ਵਿੱਚ ਸਬਜੈਕਟ, ਤਾਂ ਰਾਜੇ ਸਬਜੈਕਟ ਨੂੰ ਆਪਾਂ ਕੀ ਕਹਿ ਦਿੰਦੇ ਆ, ਵਿਸ਼ਾ ਕਹਿ ਦਿੰਦੇ ਆ, ਠੀਕ ਹੈ ਜੀ, ਵਿਸ਼ਾ। ਤਾਂ ਰਾਜੇ ਵਿਸ਼ੇ ਦਾ ਮਤਲਬ ਕੀ ਹੁੰਦਾ, ਉਦੇਸ਼, ਠੀਕ ਹੈ ਜੀ, ਜਿਹਨੂੰ ਆਪਾਂ ਕਹਿ ਦਿੰਦੇ ਆ ਕਰਤਾ। ਹੁਣ ਤੁਸੀਂ ਮੈਨੂੰ ਇਸ ਵਾਕ ਦੇ ਵਿੱਚ ਦੱਸੋ, ਚਾਹੇ ਪੰਜਾਬੀ 'ਚ ਪੜ੍ਹ ਲਓ ਚਾਹੇ ਅੰਗਰੇਜ਼ੀ 'ਚ ਪੜ੍ਹ ਲਓ, ਇਹਦੇ ਵਿੱਚ ਦੇਖੋ ਵਿਸ਼ਾ ਕੀ ਹੈ, ਉਦੇਸ਼ ਕੀ ਹੈ ਆਪਣਾ, ਠੀਕ ਹੈ ਜੀ। ਵਿਸ਼ਾ ਕਹਿ ਲਓ, ਉਦੇਸ਼ ਕਹਿ ਲਓ, ਜਿਹੜਾ ਮੈਂ ਲਾਸਟ ਟਾਈਮ ਉਦੇਸ਼ ਤੇ ਵਿਧੇਯ ਕਰਾਇਆ ਮੈਂ ਉਹੀ ਕਰਾ ਰਿਹਾ, ਉਦੇਸ਼ ਕਹਿ ਲਓ, ਸਬਜੈਕਟ ਕਹਿ ਲਓ, ਵਿਸ਼ਾ ਕਹਿ ਲਓ। ਤਾਂ ਦੇਖੋ ਭਗਵੰਤ ਮਾਨ ਦਿੱਲੀ ਗਿਆ, ਠੀਕ ਹੈ, ਇਹਦੇ ਵਿੱਚ ਵਿਸ਼ਾ ਕੀ ਹੈ ਰਾਜੇ ਆਪਣੇ ਕੋਲੇ, ਕਰਤਾ ਕੌਣ ਹੈ, ਭਗਵੰਤ ਮਾਨ। ਕਰਤਾ ਕੌਣ ਹੈ, ਭਗਵੰਤ ਮਾਨ। ਤੇ ਆਪਣਾ ਦੇਸ਼ ਕੀ ਹੋ ਜਾਊਗਾ ਰਾਜੇ, ਭਗਵੰਤ ਮਾਨ ਹੋ ਜਾਊਗਾ। ਕੀ ਹੋ ਜਾਊਗਾ, ਭਗਵੰਤ ਮਾਨ, ਠੀਕ ਹੈ। ਜਿਵੇਂ ਇਹਨੂੰ ਕੀ ਕਹਿ ਦਾਂਗੇ ਆਪਾਂ, ਕਰਤਾ। ਗੱਲ ਸਮਝ ਆ ਗਈ ਹੈ। ਕਰਤਾ ਤੇ ਕਰਤਾ ਦਾ ਵਿਸਥਾਰ ਤੁਹਾਨੂੰ ਸਮਝਾਉਣ ਵਾਸਤੇ ਲਿਖਿਆ, ਲੇਕਿਨ ਉੱਥੇ ਉਦੇਸ਼ ਜਾਂ ਵਿਧੇਯ ਪੁੱਛਣਗੇ। ਹੁਣ ਅਗਰ ਮੈਂ ਗੱਲ ਕਰਾਂ ਰਾਜੇ, ਵਿਧੇਯ ਦਾ ਮਤਲਬ ਕੀ ਹੁੰਦਾ ਹੈ, ਠੀਕ ਹੈ, ਉਹਨੂੰ ਕਹਿ ਦਿੰਦੇ ਆ ਵਰਣਨ। ਕੀ ਕਹਿ ਦਿੰਦੇ ਆ, ਵਰਣਨ ਕਹਿ ਦਿੰਦੇ ਆ, ਠੀਕ ਹੈ, ਵਰਣਨ ਕਹਿ ਲਓ, ਠੀਕ ਹੈ ਜੀ, ਜਾਂ ਫਿਰ ਕਹਿ ਦਿਓ ਵਿਧੇਯ ਕਹਿ ਲਓ। ਅੰਗਰੇਜ਼ੀ ਦੇ ਵਿੱਚ ਕੀ ਕਹਿ ਦਿੰਦੇ ਆ, ਪ੍ਰੈਡੀਕੇਟ ਕਹਿ ਦਿੰਦੇ ਆ। ਤੁਸੀਂ ਸੁਣਿਆ ਹੋਊਗਾ, ਜੇ ਅੰਗਰੇਜ਼ੀ ਤੁਸੀਂ ਪੜ੍ਹਦੇ ਹੋ ਤਾਂ ਅੰਗਰੇਜ਼ੀ ਤਿਆਰੀ ਵੀ ਕਰਦੇ ਹੋਗੇ, ਪ੍ਰੈਡੀਕੇਟ ਕਹਿ ਦਿੰਦੇ ਆ। ਹੁਣ ਪ੍ਰੈਡੀਕੇਟ ਦਾ ਮਤਲਬ ਕੀ ਹੈ ਕਿ ਵਰਣਨ, ਮਤਲਬ ਹੁਣ ਭਗਵੰਤ ਮਾਨ ਕਿੱਥੇ ਗਿਆ ਰਾਜੇ, ਦਿੱਲੀ ਗਿਆ। ਕਿੱਥੇ ਗਿਆ, ਦਿੱਲੀ ਗਿਆ। ਤਾਂ ਇਹਦਾ ਵਿਸਥਾਰ ਕੀ ਹੋ ਗਿਆ ਰਾਜੇ, ਦਿੱਲੀ ਗਿਆ, ਠੀਕ ਹੈ ਜੀ, ਦਿੱਲੀ ਗਿਆ, ਠੀਕ ਹੈ। ਮੈਂ ਕਰਤਾ ਦੀ ਗੱਲ ਨਹੀਂ ਕਰ ਰਿਹਾ, ਮੈਂ ਵਾਕ ਦੀ ਗੱਲ ਕਰ ਰਿਹਾ ਹਜੇ। ਕਰਤਾ ਦਾ ਵਿਸਥਾਰ ਤਾਂ ਮੈਂ ਬਾਅਦ ਚ ਦੱਸੂਗਾ, ਠੀਕ ਹੈ ਜੀ। ਕਰਤਾ ਦਾ ਵਿਸਥਾਰ ਤਾਂ ਹੋਰ ਹੁੰਦਾ ਹੈ, ਮੈਂ ਵਾਕ ਦੀ ਗੱਲ ਕਰ ਰਿਹਾ ਹਜੇ, ਫਿਲਹਾਲ ਦੀ ਘੜੀ ਵਾਕ ਦੀ ਗੱਲ ਕਰ ਰਿਹਾ, ਪ੍ਰੈਡੀਕੇਟ ਦੀ ਗੱਲ ਕਰ ਰਿਹਾ। ਵਿਧੇਯ ਕੀ ਹੋਊਗਾ ਰਾਜੇ, ਜਿਹੜਾ ਉਸ ਵਾਕ ਦੇ ਵਿੱਚ ਗੱਲ ਹੋ ਰਹੀ ਹੈ, ਠੀਕ ਹੈ। ਕਰਤਾ ਤਾਂ ਭਗਵੰਤ ਮਾਨ ਹੈ, ਲੇਕਿਨ ਉਹ ਕਿੱਥੇ ਜਾ ਰਿਹਾ, ਦਿੱਲੀ ਜਾ ਰਿਹਾ, ਤਾਂ ਉਹਨੂੰ ਆਪਾਂ ਕਹਿ ਦਾਂਗੇ ਪ੍ਰੈਡੀਕੇਟ ਜਾਂ ਵਿਧੇਯ ਕਹਿ ਦਾਂਗੇ ਜਾਂ ਵਰਣਨ ਕਹਿ ਦਾਂਗੇ। ਇਹ ਤਾਂ ਵਾਕ ਦੀ ਬੇਸਿਕ ਸੀਗੀ। ਹੁਣ ਜਿਹੜੀ ਅਸਲੀ ਗੱਲ ਹੈ ਆਪਾਂ ਉਸ ਤੇ ਆਉਣੇ ਆ, ਅਸਲੀ ਗੱਲ ਤੇ। ਹੁਣ ਤੁਸੀਂ ਮੈਨੂੰ ਆਪਣੇ ਆਪ ਦੱਸ ਦਿਓ, ਇੱਥੇ ਜਿਵੇਂ ਮੈਂ ਕਹਿ ਦਵਾਂ ਰਵੀ ਪਟਿਆਲੇ ਰਹਿੰਦਾ ਹੈ, ਰਵੀ ਪਟਿਆਲੇ ਰਹਿੰਦਾ ਹੈ। ਹੁਣ ਇਹਦੇ ਵਿੱਚ ਦੇਖੋ ਜਿਹੜਾ ਰਵੀ ਹੈਗਾ ਰਾਜੇ, ਉਹ ਆਪਣਾ ਕੀ ਹੈਗਾ, ਸਬਜੈਕਟ ਹੈ, ਤੇ ਪ੍ਰੈਡੀਕੇਟ ਕੀ ਬਣ ਗਿਆ ਰਾਜੇ, ਉਹ ਪਟਿਆਲੇ ਰਹਿੰਦਾ ਹੈ, ਮਤਲਬ ਵਾਕ ਦਾ ਵਰਣਨ ਹੋ ਗਿਆ। ਤਾਂ ਇਹ ਸਿੰਪਲ ਚੀਜ਼ ਸੀਗੀ, ਬਿਲਕੁਲ ਬੇਸਿਕ, ਕੀ ਵਾਕ ਤੇ ਵਾਕ ਦਾ ਵਰਣਨ ਕੀ ਹੁੰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਆਪਣੀ ਗ੍ਰਾਮਰ ਵਾਸਤੇ ਇੰਪੋਰਟੈਂਟ ਹੈ, ਠੀਕ ਹੈ ਜੀ, ਉਦੇਸ਼ ਤੇ ਵਿਧੇਯ ਦੀ ਗੱਲ ਕਰਦੇ ਹਾਂ, ਠੀਕ ਹੈ। ਉਦੇਸ਼ ਤੁਹਾਨੂੰ ਮੈਂ ਦੱਸ ਹੀ ਦਿੱਤਾ ਰਾਜੇ, ਹੁੰਦਾ ਕੀ ਹੈ, ਕਰਤਾ। ਕੀ ਹੁੰਦਾ ਉਦੇਸ਼, ਕੀ ਹੁੰਦਾ ਰਾਜੇ, ਕਰਤਾ। ਬਸ ਇਹਨਾਂ ਦਿਮਾਗ 'ਚ ਰੱਖਣਾ, ਕਰਤਾ ਨੂੰ ਉਦੇਸ਼ ਕਹਿੰਦੇ ਆ ਜੀ, ਠੀਕ ਹੈ। ਹੁਣ ਮੈਂ ਇੱਥੇ ਲਿਖ ਦਿੰਦਾ, ਮੁੰਡੇ ਪੜ ਰਹੇ ਹਨ, ਠੀਕ ਹੈ ਜੀ। ਹੁਣ ਦੇਖੋ ਇਹਦੇ ਵਿੱਚ ਉਦੇਸ਼ ਦੀ ਅਗਰ ਮੈਂ ਗੱਲ ਕਰੂੰਗਾ, ਪੁੱਛੂਗਾ ਇਸ ਵਾਕ ਦੇ ਵਿੱਚ ਉਦੇਸ਼ ਕੀ ਹੈ, ਤਾਂ ਉਦੇਸ਼ ਕੌਣ ਹੈ ਰਾਜੇ, ਕਰਤਾ। ਕਰਤਾ ਕੌਣ ਹੈ ਰਾਜੇ, ਮੁੰਡੇ। ਤਾਂ ਇਹ ਕੀ ਬਣ ਗਿਆ ਰਾਜੇ, ਤੁਹਾਡਾ ਉਦੇਸ਼ ਬਣ ਗਿਆ। ਕੀ ਬਣ ਗਿਆ, ਉਦੇਸ਼ ਬਣ ਗਿਆ, ਜਾਂ ਆਪਾਂ ਕਹਿ ਸਕਦੇ ਹਾਂ ਕਰਤਾ ਬਣ ਗਿਆ। ਗੱਲ ਸਮਝ ਆ ਗਈ, ਪਹਿਲੀ ਗੱਲ ਸਮਝ ਆ ਗਈ। ਹੁਣ ਆਪਾਂ ਕਰਤੇ ਦਾ ਵਿਸਥਾਰ ਦੱਸਣਾ ਹੈ। ਕਰਤੇ ਦਾ ਵਿਸਥਾਰ ਕੀ ਦੱਸਣਾ ਰਾਜੇ, ਹੁਣ ਕਰਤੇ ਦਾ ਵਿਸਥਾਰ ਉਹ ਹੁੰਦਾ ਹੈ ਜਿਹੜਾ ਕਿ ਕਰਤਾ ਦੇ ਪਹਿਲਾਂ ਲੱਗਾ ਹੁੰਦਾ ਹੈ। ਹੁਣ ਪਹਿਲਾਂ ਲਾਉਣ ਵਾਸਤੇ ਆਪਾਂ ਇੱਥੇ ਮੰਨ ਲਓ ਇੱਕ ਨਵਾਂ ਵਾਕ ਬਣਾ ਦਿੰਦੇ ਆ, ਠੀਕ ਹੈ। ਸਾਰੇ ਮੁੰਡੇ ਅੱਛਾ, ਜ਼ਰੂਰੀ ਨਹੀਂ ਹੈਗਾ, ਜੇ ਨਹੀਂ ਲੱਗਾ, ਜੇ ਪੁੱਛੂਗਾ ਕਰਤੇ ਦਾ ਵਿਸਥਾਰ ਦੱਸੋ, ਜੇ ਨਹੀਂ ਲੱਗਾ ਤਾਂ ਆਪਾਂ ਕਹਿ ਦਾਂਗੇ ਵੇਕੈਂਟ, ਨਿਲ ਕਹਿ ਸਕਦੇ ਆਪਾਂ, ਵੀ ਕੋਈ ਵਿਸਥਾਰ ਨਹੀਂ ਹੈਗਾ ਉਹਦਾ। ਇਹ ਜ਼ਰੂਰੀ ਨਹੀਂ ਕਿ ਵਿਸਥਾਰ ਹੋਊਗਾ, ਪਰ ਤੁਹਾਨੂੰ ਸਮਝਾਉਣ ਵਾਸਤੇ ਮੈਂ ਲਿਖਤਾ, ਸਾਰੇ ਮੁੰਡੇ ਪੜ ਰਹੇ ਹਨ, ਸਾਰੇ ਮੁੰਡੇ ਪੜ ਰਹੇ ਹਨ। ਹੁਣ ਕਰਤੇ ਦਾ ਵਿਸਥਾਰ ਕੀ ਹੋਊਗਾ ਰਾਜੇ, ਸਾਰੇ, ਠੀਕ ਹੈ ਜੀ। ਇਹ ਕੀ ਬਣ ਗਿਆ ਤੁਹਾਡਾ, ਕਰਤਾ ਦਾ ਵਿਸਥਾਰ ਬਣ ਗਿਆ। ਤਾਂ ਆਈ ਹੋਪ ਤੁਹਾਨੂੰ ਹੁਣ ਕਲੀਅਰ ਹੋ ਗਿਆ ਹੋਊਗਾ ਰਾਜੇ, ਉਦੇਸ਼ ਤਾਂ ਕਲੀਅਰ ਹੋ ਗਿਆ ਹੋਊਗਾ। ਹੁਣ ਮੈਂ ਪੂਰਕ ਦੀ ਗੱਲ ਦੱਸਦਾ, ਪੂਰਕ ਕੀ ਹੁੰਦਾ, ਉਹ ਥੋੜਾ ਜਿਹਾ ਔਖਾ ਹੈ, ਉਹਨੂੰ ਮੈਂ ਤੁਹਾਨੂੰ ਦੱਸਦਾ ਵੀ ਉਹਦੀ ਜ਼ਰੂਰਤ ਕਿਉਂ ਪਈ ਹੈ। ਹੁਣ ਤੁਸੀਂ ਆਪਣੇ ਆਪ ਦੱਸਣਾ ਮੈਨੂੰ, ਠੀਕ ਹੈ ਜੀ। ਹੁਣ ਮੈਂ ਇੱਕ ਵਾਕ ਲਿਖ ਰਿਹਾ, ਤੁਸੀਂ ਆਪਣੇ ਆਪ ਦਿਮਾਗ ਲਾਉਣਾ। ਕਹਿੰਦਾ ਜੀ ਫਿਲਮ ਬਹੁਤ ਰੋਚਕ ਹੈ। ਰੋਚਕ ਦਾ ਮਤਲਬ ਹੁੰਦਾ ਇੰਟਰਸਟਿੰਗ, ਠੀਕ ਹੈ ਜੀ। ਫਿਲਮ ਬਹੁਤ ਰੋਚਕ ਹੈ। ਹੁਣ ਤੁਸੀਂ ਮੈਨੂੰ ਇਹਦੇ ਵਿੱਚ ਦੱਸੋ ਉਦੇਸ਼ ਕੀ ਹੈ ਵਾਕ ਦਾ, ਜਾਂ ਕਰਤਾ ਕਿਹੜਾ ਹੈ ਵਾਕ ਦਾ ਰਾਜੇ, ਤੁਸੀਂ ਦੱਸ ਸਕਦੇ ਹੋ ਬਹੁਤ ਸੌਖੇ ਢੰਗ ਨਾਲ। ਕਰਤਾ ਕੀ ਹੈ ਰਾਜੇ ਇੱਥੇ, ਫਿਲਮ, ਠੀਕ ਹੈ ਜੀ। ਫਿਲਮ ਕੀ ਹੈ ਰਾਜੇ, ਤੁਹਾਡਾ ਕਰਤਾ ਹੈ। ਹੁਣ ਜੇ ਮੈਂ ਪੁੱਛਾਂ ਕਰਤੇ ਦਾ ਉਦੇਸ਼ ਕੀ ਹੈ, ਜਾਂ ਕਰਤੇ ਦਾ ਵਿਸਥਾਰ ਕੀ ਹੈ, ਸੌਰੀ, ਤਾਂ ਵਿਸਥਾਰ ਕੀ ਹੈ, ਜੇ ਆਪਾਂ ਅੱਗੇ ਕੁਝ ਲਾ ਦਾਂਗੇ। ਫਿਲਹਾਲ ਮੈਂ ਕੁਝ ਨਹੀਂ ਲਾਇਆ, ਜੇ ਮੈਂ ਕਹਿ ਦੇਵਾਂ ਗਦਰ ਫਿਲਮ ਸਾਰਿਆਂ ਨੇ ਦੇਖੀ ਨਾ, ਸੰਨੀ ਦਿਓਲ ਦੀ, ਤਾਂ ਗਦਰ ਫਿਲਮ ਬਹੁਤ ਰੋਚਕ ਹੈ। ਤਾਂ ਕਰਤੇ ਦਾ ਵਿਸਥਾਰ ਕੀ ਬਣ ਜੂਗਾ ਰਾਜੇ, ਆ ਬਣ ਜੂਗਾ ਕਰਤੇ ਦਾ ਵਿਸਥਾਰ, ਇਹ ਬਣ ਗਿਆ ਜੀ ਕਰਤਾ। ਤਾਂ ਆਈ ਹੋਪ ਤੁਹਾਨੂੰ ਉਦੇਸ਼ ਕਲੀਅਰ ਹੋ ਗਿਆ ਹੋਊਗਾ ਰਾਜੇ। ਕਰਤਾ ਤੇ ਕਰਤੇ ਦਾ ਵਿਸਥਾਰ ਜਿਹੜਾ ਹੁੰਦਾ ਉਹ ਦੇਸ਼ ਦੇ ਵਿੱਚ ਆਪਾਂ ਕਰਦੇ ਹਾਂ। ਹੁਣ ਪੂਰਕ ਦੀ ਜ਼ਰੂਰਤ ਕਿਉਂ ਪਈ ਆਪਾਂ ਨੂੰ, ਠੀਕ ਹੈ। ਪੂਰਕ ਦੀ ਜ਼ਰੂਰਤ ਦੇ ਕਾਰਨ ਕੀ ਆ, ਪੂਰਕ ਨੂੰ ਆਪਾਂ ਕਿਉਂ ਵਰਤਦੇ ਆ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਪਹਿਲਾਂ, ਠੀਕ ਹੈ ਜੀ। ਤਾਂ ਇੱਕ ਥੋੜੀ ਜੀ ਮੈਂ ਇੱਕ ਲੈ ਲਵਾਂ, ਇੱਕ ਪੀਪੀਟੀ ਲੈ ਲਵਾਂ, ਠੀਕ ਹੈ ਜੀ। ਸਲਾਈਡ ਲੈ ਲੈਣ ਦਿਓ ਮੈਨੂੰ ਇੱਕ, ਅਦਰਵਾਈਜ਼ ਤੁਹਾਨੂੰ ਸਮਝ ਨਹੀਂ ਆਊਗਾ ਜੇ ਮੈਂ ਉੱਥੇ ਹੌਜ ਪੌਜ ਕਰਤਾ, ਕਿਉਂਕਿ ਤੁਹਾਨੂੰ ਇਦਾਂ ਹੀ ਮਿਲ ਜੂਗੀ ਪੀਡੀਐਫ। ਹੁਣ ਦੇਖੋ, ਮੈਂ ਅਗਰ ਗੱਲ ਕਰਾਂ, ਤੁਹਾਨੂੰ ਮੈਂ ਵਾਕ ਪੜ੍ਹਾ ਕੇ ਆਇਆ ਹਾਂ ਰਾਜੇ। ਵਾਕ ਦੇ ਵਿੱਚ ਕੀ ਹੁੰਦਾ, ਕਰਤਾ ਵੀ ਹੁੰਦਾ, ਕਰਮ ਵੀ ਹੁੰਦੇ, ਕਿਰਿਆ ਵੀ ਹੁੰਦੀ ਹੈ। ਪਰ ਕਈ ਵਾਕਾਂ ਦੇ ਵਿੱਚ ਕੀ ਹੁੰਦਾ ਰਾਜੇ, ਸਿਰਫ ਕਰਤਾ ਹੁੰਦਾ
ਪਲੱਸ ਕਿਰਿਆ ਹੁੰਦੀ ਹੈ, ਕਰਤਾ ਹੁੰਦਾ ਤੇ ਕਿਰਿਆ ਹੁੰਦੀ ਹੈ। ਕਈ ਵਾਰੀ ਕਰਮ ਗਾਇਬ ਹੁੰਦਾ ਹੈ ਨਾ, ਤੁਹਾਨੂੰ ਮੈਂ ਕਰਾਇਆ ਨਾ, ਜਿਹਦੇ ਵਿੱਚ ਕਰਮ ਨਾ ਹੋਵੇ ਕਿਹੜੀ ਕਿਰਿਆ ਹੁੰਦੀ ਹੈ, ਠੀਕ ਹੈ, ਤੁਹਾਨੂੰ ਮੈਂ ਕਰਵਾਇਆ ਹੋਇਆ ਅਕਰਮਕ ਕਿਰਿਆ। ਹੁਣ ਕਈ ਵਾਕਾਂ ਦੇ ਵਿੱਚ ਕੀ ਆ, ਕਰਤਾ ਤੇ ਕਿਰਿਆ ਹੀ ਹੁੰਦੀ ਆ, ਕਰਮ ਨਹੀਂ ਹੁੰਦਾ ਹੈਗਾ, ਹਨਾ। ਬਟ ਕਈ ਵਾਰੀ ਅਜਿਹੇ ਵਾਕ ਦੇਖਣ ਨੂੰ ਮਿਲਦੇ ਆ ਜਿੱਥੇ ਕਰਤਾ ਤਾਂ ਹੁੰਦਾ ਹੈ, ਠੀਕ ਹੈ ਜੀ, ਕਰਤਾ ਤਾਂ ਹੁੰਦਾ ਪਰ ਕਿਰਿਆ ਵੀ ਗਾਇਬ ਹੁੰਦੀ ਹੈ। ਕਿਰਿਆ ਦੀ ਜਗ੍ਹਾ ਤੇ ਕੀ ਹੁੰਦੀ ਹੈ, ਸਹਾਇਕ ਕਿਰਿਆ। ਕਿਰਿਆ ਦੀ ਜਗ੍ਹਾ ਤੇ ਕੀ ਹੁੰਦੀ ਹੈ ਰਾਜੇ, ਸਹਾਇਕ ਕਿਰਿਆ। ਹੁਣ ਸਹਾਇਕ ਕਿਰਿਆ ਤੁਹਾਨੂੰ ਮੈਂ ਕਰਾਈ ਹੋਈ ਹੈ, ਜਿਹਦੇ ਪਿੱਛੇ ਹੈ ਹਨ ਵਾਲੇ ਸ਼ਬਦ ਲੱਗਦੇ ਆ। ਤੁਸੀਂ ਜੇ ਚੰਗੀ ਤਰ੍ਹਾਂ ਕਲਾਸਾਂ ਲਾਈਆਂ ਤਾਂ ਤੁਹਾਨੂੰ ਰਿਮਾਈਂਡ ਕਰਨ ਦੀ ਜ਼ਰੂਰਤ ਨਹੀਂ ਹੈਗੀ, ਬਟ ਗੱਲ ਉਹੀ ਹੈ, ਜੇ ਤੁਸੀਂ ਅੱਗਾ ਦੌੜ ਤੇ ਪਿੱਛਾ ਚੌੜ ਕਰ ਰਹੇ ਹੋ ਤਾਂ ਤੁਹਾਨੂੰ ਦੁਬਾਰਾ ਪਿੱਛੇ ਜਾਣਾ ਪਊਗਾ। ਹੁਣ ਸਹਾਇਕ ਕਿਰਿਆ ਦੇ ਵਿੱਚ ਕੀ ਹੁੰਦਾ ਹੈ, ਹਨ। ਹੁਣ ਦੇਖੋ, ਜਿੱਥੇ ਕਰਤਾ ਪਲੱਸ ਸਹਾਇਕ ਕਿਰਿਆ, ਕਿਰਿਆ ਵੀ ਪੂਰੀ ਨਹੀਂ ਆ ਰਹੀ ਤਾਂ ਆਪਾਂ ਵਾਕ ਨੂੰ ਨਹੀਂ ਸਮਝ ਸਕਦੇ, ਵਾਕ ਦਾ ਅਰਥ ਪੂਰਾ ਨਹੀਂ ਨਿਕਲ ਰਿਹਾ, ਤਾਂ ਠੀਕ ਹੈ ਜੀ, ਉੱਥੇ ਆਪਾਂ ਨੂੰ ਕੀ ਜ਼ਰੂਰਤ ਪਊਗੀ ਰਾਜੇ, ਉੱਥੇ ਆਪਾਂ ਨੂੰ ਜ਼ਰੂਰਤ ਪਊਗੀ ਪੂਰਕ ਦੀ। ਕਿਉਂ ਜ਼ਰੂਰਤ ਪਊਗੀ ਪੂਰਕ ਦੀ? ਪੂਰਕ ਦਾ ਮਤਲਬ ਕੀ ਹੁਣ ਹੋ ਗਿਆ, ਜੇ ਮੈਂ ਪੂਰਕ ਨੂੰ ਸਮਝਣਾ ਹੋਵੇ ਰਾਜੇ, ਪੂਰਕ ਦੀ ਜ਼ਰੂਰਤ ਕਿਉਂ ਪਈ ਹੈ? ਪੂਰਕ ਦਾ ਮਤਲਬ ਕੀ ਹੈ ਕਿ ਵਾਕ ਨੂੰ ਪੂਰਾ ਕਰਨ ਵਾਲਾ, ਵਾਕ ਨੂੰ ਪੂਰਾ ਕਰਨ ਵਾਲਾ। ਜੇ ਵਾਕ ਅਧੂਰਾ ਹੋਊਗਾ ਤਾਂ ਉਹਦਾ ਮੀਨਿੰਗ ਨਹੀਂ ਨਿਕਲੂਗਾ, ਤਾਂ ਵਾਕ ਨੂੰ ਪੂਰਾ ਕਰਨ ਵਾਲਾ ਕਹਿ ਲਓ, ਜਾਂ ਵਾਕ ਨੂੰ ਪੂਰਾ ਕਰਨ ਵਾਲੇ ਸ਼ਬਦ ਨੂੰ ਕੀ ਕਹਿ ਦਿੰਦੇ ਆ, ਪੂਰਕ ਕਹਿ ਦਿੰਦੇ ਆ। ਪੂਰਾ ਆਪਣੇ ਆਪ ਦੇ ਵਿੱਚ 100%। ਜੋ ਤੁਸੀਂ ਤਿਆਰੀ ਕਰ ਰਹੇ ਤੁਸੀਂ ਕਹਿ ਦੋਗੇ ਮੈਨੂੰ ਕੰਪਿਊਟਰ 100% ਆਉਂਦਾ ਹੈ, ਤਾਂ ਕਹਿਣ ਦਾ ਮਤਲਬ ਮੈਂ 100% ਤਿਆਰ ਆ, ਮੈਂ ਪੂਰਾ, ਮੈਨੂੰ ਕਲੀਅਰ ਹੈ। ਤਾਂ ਵਾਕ ਜਦੋਂ ਪੂਰਾ ਹੋਊਗਾ ਰਾਜੇ, ਜੇ ਅਧੂਰਾ ਵਾਕ ਹੈਗਾ ਉਹਨੂੰ ਪੂਰਾ ਕਰਨ ਵਾਸਤੇ ਆਪਾਂ ਨੂੰ ਕੀ ਲਾਉਣਾ ਪਊਗਾ, ਕਰਤਾ ਪਲੱਸ ਸਹਾਇਕ ਕਿਰਿਆ ਪਲੱਸ ਪੂਰਕ। ਤਾਂ ਕਹਿਣ ਦਾ ਮਤਲਬ ਤਾਂ ਵਾਕ ਪੂਰਾ ਹੋਊਗਾ। ਤਾਂ ਚਲੋ ਜੀ, ਇਹ ਚੀਜ਼ ਤੁਹਾਨੂੰ ਸਮਝ ਆ ਗਈ ਹੋਊਗੀ ਰਾਜੇ, ਇਹਨੂੰ ਤੁਸੀਂ ਨੋਟ ਡਾਊਨ ਕਰ ਲਿਓ ਪਲੀਜ਼। ਇਹਨੂੰ ਮੈਂ ਕਰ ਰਿਹਾ ਥੋੜਾ ਜਿਹਾ ਰੇਜ਼, ਤੇ ਹੁਣ ਤੁਹਾਨੂੰ ਮੈਂ ਦੱਸ ਰਿਹਾ ਇੱਥੇ ਵਾਕ ਕਰਾਉਣਾ। ਹੁਣ ਦੇਖੋ, ਪੂਰਕ ਤੇ ਪੂਰਕ ਦੇ ਬਾਰੇ ਵਿਸਥਾਰ ਸਮਝ ਲਿਓ, ਕਿਉਂਕਿ ਲਾਸਟ ਟਾਈਮ ਵੀਡੀਓ ਦੇ ਵਿੱਚ ਜਾਂਦੇ ਮੇਰੇ ਤੋਂ ਸ਼ਾਇਦ ਥੋੜਾ ਜਿਹਾ ਗਲਤ ਬੋਲਿਆ ਗਿਆ ਸੀਗਾ, ਨਾਵਲਕਾਰ ਵਾਲਾ, ਉਹ ਵੀ ਬਹੁਤ ਬੱਚਿਆਂ ਦੇ ਮੈਸੇਜ ਆਏ, ਤਾਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਬੱਚੇ ਬਹੁਤ ਇੰਟਰਸਟ ਨਾਲ ਲਾ ਰਹੇ ਆ ਕਲਾਸ, ਠੀਕ ਹੈ, ਜਿਹੜੇ ਮੈਨੂੰ ਪੁੱਛ ਰਹੇ ਆ। ਹੁਣ ਮੈਂ ਦੇਖੋ, ਮੀਰਾਬਾਈ ਚਾਨੂ, ਦੇਖੋ ਤੁਹਾਨੂੰ ਪਤਾ ਜਿਹੜੀ ਆਪਣੀ ਖਿਡਾਰੀ ਆ ਇੰਡੀਅਨ, ਉਹਨੇ ਕੱਲ ਪਰਸੋਂ ਹੀ ਸੋਨ ਤਗਮਾ ਜਿੱਤਿਆ, ਹਨਾ, ਉਹ ਆਪਾਂ ਉਹਦੀ ਗੱਲ ਕਰਦੇ ਹਾਂ। ਮੈਂ ਵਾਕ ਲਿਖ ਰਿਹਾ ਰਾਜੇ, ਮੀਰਾਬਾਈ, ਵਾਕ ਲਿਖ ਲਿਆ ਮੈਂ, ਠੀਕ ਹੈ, ਤੁਸੀਂ ਕੁਝ ਵੀ ਲਿਖ ਸਕਦੇ ਹੋ। ਮੈਂ ਲਿਖ ਰਿਹਾ ਮੀਰਾਬਾਈ ਖਿਡਾਰੀ ਹੈ, ਮੀਰਾਬਾਈ ਖਿਡਾਰੀ ਹੈ। ਹੁਣ ਦੇਖੋ ਰਾਜੇ, ਇਹਦੇ ਵਿੱਚ ਮੀਰਾਬਾਈ, ਜੇ ਮੈਂ ਇਕੱਲਾ ਲਿਖ ਦਵਾਂ ਮੀਰਾਬਾਈ ਹੈ, ਤਾਂ ਮੀਰਾਬਾਈ ਹੈ ਕੋਈ ਸ਼ਬਦ ਨਹੀਂ ਬਣੂਗਾ, ਉਹਨੂੰ ਪੂਰਾ ਕਰਨ ਵਾਸਤੇ ਮੈਨੂੰ ਪੂਰਕ ਦੀ ਜ਼ਰੂਰਤ ਪਈ ਹੈ। ਹੁਣ ਆਪਾਂ ਇਹਦੇ ਵਿੱਚ ਕੀ ਹੈ ਰਾਜੇ, ਆਪਣੇ ਕੋਲੇ ਇੱਕ ਸਹਾਇਕ ਕਿਰਿਆ ਵੀ ਹੈਗੀ ਹੈ। ਸਹਾਇਕ ਕਿਰਿਆ ਕਿਹੜੀ ਹੈ ਇੱਕ ਸਹਾਇਕ ਕਿਰਿਆ, ਠੀਕ ਹੈ ਜੀ। ਤਾਂ ਦੇਖੋ, ਹੁਣ ਇਹਦੇ ਵਿੱਚ ਇੱਕ ਪੂਰਕ ਹੈ, ਪੂਰਕ ਕਿਹੜਾ ਰਾਜੇ, ਖਿਡਾਰੀ। ਹੁਣ ਦੇਖੋ, ਤੁਹਾਨੂੰ ਮੈਂ ਦੱਸਦਾ, ਕਰਤਾ ਕੌਣ ਹੈ, ਠੀਕ ਹੈ ਜੀ, ਮੀਰਾ। ਤਾਂ ਤੁਹਾਨੂੰ ਦੇਖੋ, ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ, ਪਹਿਲਾਂ ਆਪਾਂ ਕਰਤਾ ਦੀ ਗੱਲ ਕਰਦੇ ਹਾਂ। ਕਰਤਾ ਕੌਣ ਹੈ ਰਾਜੇ, ਦੇ ਵਿੱਚ ਕਰਤਾ ਕੌਣ ਹੈ ਰਾਜੇ, ਮੀਰਾਬਾਈ। ਕਰਤਾ ਕੌਣ ਹੈ, ਮੀਰਾਬਾਈ। ਤੁਹਾਨੂੰ ਮੈਂ ਦੱਸਿਆ ਸੀਗਾ, ਜਦੋਂ ਪੂਰਕ ਕੱਢਣਾ ਹੋਵੇ ਤਾਂ ਪੂਰਕ, ਵੈਸੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ, ਜੇ ਪੂਰਕ ਕੱਢਣਾ ਹੋਵੇ ਤੁਸੀਂ ਕਿਵੇਂ ਕੱਢੋਗੇ ਕਿ ਮੀਰਾਬਾਈ ਕੌਣ ਹੈ। ਮੈਂ ਲਾਸਟ ਟਾਈਮ ਟ੍ਰਿਕ ਕਰਾਈ ਸੀ ਨਾ, ਕਰਤਾ ਕੌਣ ਹੈ ਜਾਂ ਕਰਤਾ ਕੀ ਹੈ, ਠੀਕ ਹੈ ਜੀ। ਤਾਂ ਕਰਤਾ ਕੌਣ ਹੈ ਰਾਜੇ, ਖਿਡਾਰੀ। ਤੇ ਜਿਹੜਾ ਖਿਡਾਰੀ ਹੋਊਗਾ ਰਾਜੇ, ਉਹ ਕੀ ਬਣ ਜੂਗਾ, ਪੂਰਕ ਬਣ ਜੂਗਾ। ਤਾਂ ਮੇਰਾ ਪੂਰਕ ਕੀ ਬਣ ਗਿਆ ਰਾਜੇ, ਖਿਡਾਰੀ ਬਣ ਗਿਆ। ਹੁਣ ਤਾਂ ਕਲੀਅਰ ਹੋ ਗਿਆ ਤੁਹਾਨੂੰ, ਹੁਣ ਤਾਂ ਨਹੀਂ ਭੁੱਲਦੇ। ਹੁਣ ਦੇਖੋ ਜੀ, ਮੀਰਾਬਾਈ ਹੈ ਇੱਕ ਅਧੂਰਾ ਵਾਕ ਸੀ, ਉਹਨੂੰ ਪੂਰਾ ਕਰਨ ਵਾਸਤੇ ਇੱਕ ਪੂਰਕ ਲੈ ਕੇ ਆਏ ਆਪਾਂ। ਪੂਰਕ ਕਿਹੜਾ ਲੈ ਕੇ ਆਏ ਆ ਰਾਜੇ, ਖਿਡਾਰੀ। ਮੈਂ ਅੰਡਰਲਾਈਨ ਕਰ ਦਿੰਦਾ, ਜਿਹੜਾ ਖਿਡਾਰੀ ਸ਼ਬਦ ਹੈਗਾ ਰਾਜੇ, ਪੂਰਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ, ਪੂਰਕ ਦੇ ਵਿਸਥਾਰ ਦੀ ਗੱਲ ਕਰਦੇ ਆ ਰਾਜੇ। ਤਾਂ ਹੁਣ ਦੇਖੋ, ਇਹੀ ਵਾਕ ਨੂੰ ਮੈਂ ਦੁਬਾਰਾ ਲਿਖ ਰਿਹਾ, ਇਸੇ ਵਾਕ ਨੂੰ ਅਗਰ ਮੈਂ ਲਿਖ ਦਵਾਂ, ਮੀਰਾ ਬਾਈ, ਠੀਕ ਹੈ ਜੀ, ਵਧੀਆ ਖਿਡਾਰੀ ਹੈ। ਵੈਸੇ ਤਾਂ ਵਧੀਆ ਹੀ ਹੈ, ਪਰ ਮੈਂ ਲਿਖ ਰਿਹਾ ਇੱਥੇ ਵਧੀਆ ਖਿਡਾਰੀ ਹੈ। ਹੁਣ ਦੇਖੋ ਰਾਜੇ, ਦੇ ਵਿੱਚ ਪੂਰਕ ਕਿਹੜਾ ਹੈਗਾ ਰਾਜੇ, ਪੂਰਕ ਹੈਗਾ ਖਿਡਾਰੀ। ਤੇ ਪੂਰਕ ਦਾ ਵਿਸਥਾਰ ਕੀ ਬਣ ਜੂਗਾ, ਜਿਹੜਾ ਪੂਰਕ ਦੇ ਅੱਗੇ ਲੱਗਿਆ ਹੋਇਆ। ਪੂਰਕ ਦਾ ਵਿਸਥਾਰ ਕੀ ਬਣ ਜੂਗਾ, ਜਿਹੜਾ ਪੂਰਕ ਦੇ ਅੱਗੇ ਲੱਗਿਆ ਹੋਇਆ। ਤਾਂ ਪੂਰਕ ਦੇ ਅੱਗੇ ਕੀ ਲੱਗਿਆ ਹੋਇਆ ਰਾਜੇ, ਵਧੀਆ ਸ਼ਬਦ ਲੱਗਿਆ ਹੋਇਆ। ਤਾਂ ਵਧੀਆ ਜਿਹੜਾ ਸ਼ਬਦ ਹੋ ਗਿਆ ਰਾਜੇ, ਉਹ ਕੀ ਹੋ ਗਿਆ, ਤੁਹਾਡੇ ਪੂਰਕ ਦਾ ਵਿਸਥਾਰ ਹੋ ਗਿਆ। ਤੇ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਊਗਾ। ਹੁਣ ਆਪਾਂ ਕਰਦੇ ਹਾਂ ਜੀ, ਇੱਕ ਸ਼ਬਦ ਹੋਰ ਕਰਦੇ ਹਾਂ। ਤੁਸੀਂ ਆਪਣੇ ਮਨ ਦੇ ਵਿੱਚ ਸੋਚਣਾ ਹੈ, ਬੱਬੂ ਮਾਨ, ਠੀਕ ਹੈ। ਬੱਬੂ ਮਾਨ ਨੂੰ ਸਾਰੇ ਜਾਣਦੇ ਹੋਵੋਗੇ, ਬੱਬੂ ਮਾਨ ਦੇ ਗਾਣੇ ਸੁਣਦੇ ਵੀ ਹੋਵੋਗੇ ਤੁਸੀਂ। ਬੱਬੂ ਮਾਨ ਗਾਇਕ ਹੈ, ਬੱਬੂ ਮਾਨ ਗਾਇਕ ਹੈ। ਹੁਣ ਦੱਸੋ ਮੈਨੂੰ, ਇਹਦੇ ਵਿੱਚ ਕਰਤਾ ਕੌਣ ਹੈ ਰਾਜੇ, ਕਰਤਾ ਹੈਗਾ ਜੀ ਬੱਬੂ ਮਾਨ। ਤੇ ਪੂਰਕ ਕੌਣ ਹੈ, ਬੱਬੂ ਮਾਨ ਕੀ ਹੈ, ਕਰਤਾ ਕੀ ਹੈ, ਗਾਇਕ ਹੈ। ਤਾਂ ਮੇਰਾ ਪੂਰਕ ਕੀ ਬਣ ਗਿਆ। ਹੁਣ ਤੁਹਾਨੂੰ ਕਰਤਾ ਵੀ ਕਰਨ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਡਾਇਰੈਕਟ ਪੂਰਕ ਦੱਸ ਸਕਦੇ ਹੋ। ਤਾਂ ਬੱਬੂ ਮਾਨ ਕੀ ਹੈ ਜੀ, ਗਾਇਕ ਹੈ। ਹੁਣ ਜੇ ਮੈਂ ਇੱਥੇ ਲਿਖਦਾ ਹਾਂ ਬੱਬੂ ਮਾਨ ਪੰਜਾਬੀ ਗਾਇਕ ਹੈ, ਪੰਜਾਬੀ ਗਾਇਕ ਹੈ, ਤਾਂ ਪੂਰਕ ਦਾ ਵਿਸਥਾਰ ਕੀ ਬਣ ਗਿਆ ਰਾਜੇ, ਪੂਰਕ ਦਾ ਵਿਸਥਾਰ ਕੀ ਬਣ ਗਿਆ, ਪੰਜਾਬੀ, ਠੀਕ ਹੈ ਜੀ। ਉਹ ਪੰਜਾਬੀ ਦੇ ਗਾਣੇ ਗਾਉਂਦਾ, ਪੰਜਾਬੀ ਮਾਂ ਬੋਲੀ ਦੇ। ਤਾਂ ਹੁਣ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕੋਈ ਇਹਦੇ ਵਿੱਚ ਜ਼ਰੂਰਤ ਹੈ ਕੁਝ ਕਰਾਉਣ ਦੀ। ਅੱਛਾ, ਇਹ ਜ਼ਰੂਰੀ ਨਹੀਂ ਹੈਗਾ ਕਿ ਕਰਤਾ ਦਾ ਜਿਹੜਾ ਪੂਰਕ ਦਾ ਜਿਹੜਾ ਵਿਸਥਾਰ ਹੋਊਗਾ ਇੱਕ ਲਾਈਨ ਦੇ ਵਿੱਚ ਹੀ ਹੋਊਗਾ। ਹੁਣ ਜੇ ਮੈਂ ਸ਼ਬਦ ਲਿਖ ਦਵਾਂ ਬੱਬੂ ਮਾਨ, ਹੁਣ ਤੁਸੀਂ ਆਪਣੇ ਆਪ ਦੱਸਿਓ ਮੈਨੂੰ, ਜੇ ਮੈਂ ਲਿਖ ਦਵਾਂ ਬੱਬੂ ਮਾਨ, ਠੀਕ ਹੈ ਜੀ, ਪੰਜਾਬੀ ਦਾ ਵਧੀਆ, ਪੰਜਾਬੀ ਦਾ ਵਧੀਆ ਗਾਇਕ ਹੈ, ਠੀਕ ਹੈ, ਪੰਜਾਬੀ ਦਾ ਵਧੀਆ ਗਾਇਕ ਹੈ।
ਹੁਣ ਤੁਹਾਨੂੰ ਪਤਾ ਰਾਜੇ ਪੂਰਕ ਕੀ ਹੈ ਰਾਜੇ, ਇੱਥੇ ਪੂਰਕ ਤਾਂ ਆਪਣਾ ਗਾਇਕ ਹੈ, ਤਾਂ ਪੂਰਕ ਦੇ ਅੱਗੇ ਕੀ ਲੱਗ ਗਿਆ ਰਾਜੇ, ਪੰਜਾਬੀ ਦਾ ਵਧੀਆ। ਤਾਂ ਪੂਰਕ ਦਾ ਵਿਸਥਾਰ ਕੀ ਬਣ ਜਾਊਗਾ ਰਾਜੇ, ਕੱਲਾ ਵਧੀਆ ਨਹੀਂ ਬਣੂਗਾ, ਹੁਣ ਕੀ ਬਣੂਗਾ, ਪੰਜਾਬੀ ਦਾ ਵਧੀਆ। ਇਹ ਕੀ ਬਣ ਜਾਊਗਾ, ਪੂਰਕ ਦਾ ਵਿਸਥਾਰ ਬਣ ਜਾਊਗਾ। ਤਾਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਵਿਸਥਾਰ ਹੁੰਦਾ ਇੱਕ ਸ਼ਬਦ ਦੇ ਵਿੱਚ ਹੀ ਹੋਊਗਾ, ਇੱਕ ਤੋਂ ਵੱਧ ਸ਼ਬਦ ਦੇ ਵਿੱਚ ਵੀ ਹੋ ਸਕਦਾ ਹੈ। ਤਾਂ ਠੀਕ ਹੈ ਜੀ, ਕਲੀਅਰ ਹੋ ਗਿਆ ਤੁਹਾਨੂੰ। ਤਾਂ ਇਹ ਹੈਗਾ ਜੀ ਤੁਹਾਡਾ ਆਪਣਾ ਜਿਹੜਾ ਤੁਸੀਂ ਪੂਰਕ ਤੇ ਪੂਰਕ ਦੇ ਵਿਸਥਾਰ ਬਾਰੇ ਮੈਨੂੰ ਪੁੱਛਿਆ ਸੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਤੁਹਾਡੇ ਨਾਨਕ ਸਿੰਘ ਵਾਲੇ, ਜਿਹੜਾ ਜਿਹਦੇ ਵਿੱਚ ਡਾਊਟ ਹੈ ਤੁਹਾਨੂੰ, ਉਹ ਤੁਹਾਡਾ ਬਿਲਕੁਲ ਠੀਕ ਹੈ। ਜਿਹੜੇ ਬੱਚਿਆਂ ਨੇ ਮੈਨੂੰ ਮੈਸੇਜ ਕੀਤਾ, ਮੈਂ ਕਰਾਇਆ ਸੀ ਸ਼ਬਦ ਮੇਰੇ ਬੋਲਣ ਦੇ ਵਿੱਚ ਜਾਂ ਕਹਿ ਲਓ ਕਾਲੀ ਦੇ ਵਿੱਚ ਬੋਲਿਆ ਗਿਆ। ਨਾਨਕ ਸਿੰਘ ਕੀ ਕਰਾਇਆ ਸੀਗਾ ਜੀ, ਨਾਨਕ ਸਿੰਘ ਪ੍ਰਸਿੱਧ ਨਾਵਲਕਾਰ ਹੈ, ਨਾਵਲਕਾਰ ਹੈ। ਹੁਣ ਤੁਸੀਂ ਆਪਣੇ ਆਪ ਦੱਸ ਦਿਓ ਰਾਜੇ ਕਰਤਾ ਕੌਣ ਹੈ, ਨਾਨਕ ਸਿੰਘ। ਤੇ ਨਾਨਕ ਸਿੰਘ ਕੀ ਹੈ ਰਾਜੇ, ਨਾਵਲਕਾਰ। ਜਿਹੜਾ ਨਾਵਲਕਾਰ ਆ ਗਿਆ ਰਾਜੇ, ਉਹ ਕੀ ਆ ਗਿਆ ਤੁਹਾਡਾ, ਪੂਰਕ ਆ ਗਿਆ। ਨਾਵਲਕਾਰ ਕੀ ਆ ਗਿਆ ਰਾਜੇ, ਪੂਰਕ ਆ ਗਿਆ। ਪੂਰਕ ਦਾ ਵਿਸਥਾਰ ਕੀ ਆ ਗਿਆ ਰਾਜੇ, ਪ੍ਰਸਿੱਧ। ਕੀ ਆ ਗਿਆ ਜੀ, ਪੂਰਕ ਦਾ ਵਿਸਥਾਰ ਕੀ ਆ ਗਿਆ ਰਾਜੇ, ਪ੍ਰਸਿੱਧ ਆ ਗਿਆ। ਤਾਂ ਹੁਣ ਤਾਂ ਮੈਨੂੰ ਲੱਗਦਾ ਕੋਈ ਡਾਊਟ ਨਹੀਂ ਹੋਊਗਾ ਰਾਜੇ। ਇਹ ਸੀਗਾ ਜੀ ਤੁਹਾਡੀ ਗੱਲਬਾਤ। ਵਾਕ ਵੰਡ ਜਿਹੜੀ ਪਿਛਲੀ ਵਾਰੀ ਥੋੜੀ ਬਹੁਤੀ ਤੁਹਾਡੀ ਕਨਫਿਊਜ਼ਨ ਸੀਗੀ, ਉਹ ਮੈਂ ਦੂਰ ਕਰਤੀ ਹੈ। ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਹੁਣ ਕੋਈ ਕਨਫਿਊਜ਼ਨ ਹੋਊਗੀ। ਤਾਂ ਚਲੋ ਜੀ, ਅੱਜ ਦੀ ਕਲਾਸ ਆਪਾਂ ਵਧੀਆ ਤਰੀਕੇ ਨਾਲ ਸ਼ੁਰੂ ਕਰਨ ਜਾ ਰਹੇ ਹਾਂ। ਇਹ ਸੀਗੀ ਤੁਹਾਡੀ ਪਿਛਲੀ ਕਲਾਸ। ਤੁਹਾਡੇ ਡਾਊਟ ਕਲੀਅਰ ਹੋਣੇ ਬਹੁਤ ਜ਼ਰੂਰੀ ਆ, ਨਹੀਂ ਤੁਸੀਂ ਅੱਗੇ ਨਹੀਂ ਪਹੁੰਚ ਸਕਦੇ। ਅੱਗੇ ਪਹੁੰਚਣ ਵਾਸਤੇ ਡਾਊਟ ਕਲੀਅਰ ਕਰਨੇ ਜ਼ਰੂਰੀ ਹੈ। ਤਾਂ ਹੀ ਕਹਿੰਦਾ ਮੈਂ ਕਮੈਂਟ ਕਰਿਆ ਕਰੋ ਰਾਜੇ ਵੱਧ ਤੋਂ ਵੱਧ। ਜੇ ਤੁਹਾਨੂੰ ਸਮਝ ਆ ਗਈ ਹੈ ਤਾਂ ਵੀ ਕਮੈਂਟ ਕਰ ਦਿਆ ਕਰੋ, ਆਲ ਕਲੀਅਰ ਲਿਖ ਦਿਆ ਕਰੋ। ਘੱਟੋ ਘੱਟ ਮੈਨੂੰ ਪਤਾ ਤਾਂ ਲੱਗ ਜੇ ਬੱਚਿਆਂ ਨੂੰ ਕਲੀਅਰ ਹੋ ਰਿਹਾ ਵੀ ਮੈਂ ਮਿਹਨਤ ਕਰ ਰਿਹਾ, ਕੋਈ ਉਹ ਫਾਲਤੂ ਤਾਂ ਨਹੀਂ ਜਾ ਰਹੀ ਮਿਹਨਤ, ਵਿਅਰਥ ਤਾਂ ਨਹੀਂ ਜਾ ਰਹੀ। ਹੁਣ ਆਪਾਂ ਗੱਲ ਕਰਦੇ ਹਾਂ ਜੀ, ਪਿਛਲੀ ਵਾਰ ਆਪਾਂ ਵਾਕ ਬੋਧ ਕੀਤਾ ਸੀ, ਅੱਜ ਕਰਾਂਗੇ ਜੀ ਅਰਥ ਬੋਧ। ਨਾਮ ਤੋਂ ਕਲੀਅਰ ਹੈ ਜੀ, ਅਰਥ। ਅਰਥ ਦਾ ਮਤਲਬ ਕੀ ਹੁੰਦਾ ਹੈ, ਸ਼ਬਦਾਂ ਦੀ ਵਿਆਖਿਆ, ਸ਼ਬਦਾਂ ਦਾ ਅਰਥ, ਜਾਂ ਉਹ ਤੋਂ ਕੋਈ ਨਾ ਕੋਈ ਭਾਵ ਨਿਕਲੇ। ਤਾਂ ਕਹਿੰਦਾ ਜੀ ਅਰਥ ਬੋਧ ਤੋਂ ਭਾਵ ਕੀ ਹੈ ਜੀ, ਕਹਿੰਦਾ ਜੀ ਸ਼ਬਦਾਂ ਦੀ ਅਰਥ ਤੇ ਦੇ ਪੱਖ ਤੋਂ ਕੀਤੀ ਗਈ ਵਿਆਖਿਆ। ਐਕਸਪਲੇਨ ਕਰਦਾ ਨਾ, ਜਿਵੇਂ ਹੁਣ ਮੈਂ ਮੰਨ ਲਓ ਤੁਹਾਨੂੰ ਕਹਿਤਾ ਵੀ ਅਰਥ, ਤਾਂ ਅਰਥ ਦਾ ਮਤਲਬ ਕੀ ਹੈ, ਭਾਵ, ਵਿਆਖਿਆ। ਤਾਂ ਕਹਿੰਦਾ ਜੀ ਹੁਣ ਜਿਹੜੇ ਆਪਾਂ ਸ਼ਬਦ ਬੋਧ ਜਾਂ ਅਰਥ ਬੋਧ ਯੂਜ਼ ਕਰਦੇ ਰਾਜੇ, ਕਿਹੜੇ ਕਿਹੜੇ ਕਰਦੇ ਆ, ਬਹੁ ਅਰਥਕ ਸ਼ਬਦ ਵੀ ਯੂਜ਼ ਕਰਦੇ ਆ, ਸਮਾਨ ਅਰਥਕ ਵੀ ਕਰਦੇ ਆ, ਵਿਰੋਧ ਅਰਥਕ ਵੀ ਕਰਦੇ ਆ, ਬਹੁਤੇ ਸ਼ਬਦ ਦੀ ਥਾਂ ਤੇ ਇੱਕ ਸ਼ਬਦ ਵੀ ਕਰਦੇ ਆ। ਜਿਵੇਂ ਤੁਸੀਂ ਅੰਗਰੇਜ਼ੀ ਦੇ ਵਿੱਚ ਕਰਦੇ ਹੋ ਨਾ, ਵਨ ਵਰਡ ਸਬਸਟੀਟਿਊਸ਼ਨ ਕਰਦੇ ਹੋ, ਸਿਨੋਨੀਅਮ ਕਰਦੇ ਹੋ, ਅੰਡੋਨੀਅਮ ਕਰਦੇ ਹੋ, ਉਹ ਚੀਜ਼ਾਂ ਨੇ ਇਹ। ਠੀਕ ਹੈ, ਪੰਜਾਬੀ ਦੇ ਵਿੱਚ ਇਹਨਾਂ ਨੂੰ ਐਂ ਬੋਲਦੇ ਆ, ਬਹੁ ਅਰਥਕ, ਸਮਾਨ ਅਰਥਕ, ਵਿਰੋਧ ਅਰਥਕ, ਜਾਂ ਵਿਰੋਧੀ ਸ਼ਬਦ ਕਹਿ ਦਿੰਦੇ ਆਪਾਂ, ਜਾਂ ਫਿਰ ਬਹੁਤੇ ਸ਼ਬਦ ਦੇ ਥਾਂ ਤੇ ਇੱਕ ਸ਼ਬਦ। ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਇਹਦੇ ਵਿੱਚੋਂ ਘੱਟੋ ਘੱਟ ਤੁਹਾਨੂੰ ਪੰਜਾਬੀ ਦੇ ਵਿੱਚੋਂ 4 ਤੋਂ 5 ਕੁਐਸਚਨ ਆਉਣ ਵਾਲੇ ਆ ਇਹ ਟੌਪਿਕ ਦੇ ਵਿੱਚੋਂ। ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਆ ਤੁਹਾਡੇ ਵਾਸਤੇ ਅੱਜ ਦਾ, ਬਹੁਤ ਜ਼ਿਆਦਾ ਖਾਸ। ਬਾਕੀ ਸੌਖਾ ਬਹੁਤ ਹੈ, ਪਰ ਗੱਲ ਉਹੀ ਹੈ ਵੀ ਕੋਈ ਇਦਾਂ ਦਾ ਸ਼ਬਦ ਸਾਹਮਣੇ ਆ ਜਾਂਦਾ ਜਿਹੜਾ ਆਪਾਂ ਨੂੰ ਨਹੀਂ ਪਤਾ ਹੁੰਦਾ। ਤਾਂ ਹੁਣ ਦੇਖੋ ਜੀ, ਬਹੁਤ ਅਰਥਕ ਸ਼ਬਦ, ਨਾਮ ਤੋਂ ਕਲੀਅਰ ਹੈ, ਬਹੁ ਅਰਥਕ ਮਤਲਬ ਕਿ ਇੱਕ ਤੋਂ ਵੱਧ ਉਹਦਾ ਅਰਥ ਨਿਕਲੂਗਾ। ਕਹਿੰਦਾ ਜੀ ਉਹ ਸ਼ਬਦ ਜਿਨ੍ਹਾਂ ਦੇ ਵੱਖ-ਵੱਖ ਪ੍ਰਸੰਗਾਂ ਦੇ ਵਿੱਚ ਵੱਖ-ਵੱਖ ਅਰਥ ਹੁੰਦੇ ਹਨ। ਪ੍ਰਸੰਗ ਦਾ ਮਤਲਬ ਕੀ ਹੁੰਦਾ ਕਿ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਦਾ ਮੀਨਿੰਗ ਅਲੱਗ-ਅਲੱਗ ਨਿਕਲੂਗਾ। ਠੀਕ ਹੈ ਜੀ, ਹੁਣ ਜਿਵੇਂ ਮੈਂ ਇੱਕ ਉਦਾਹਰਨ ਦੇ ਤੌਰ ਤੇ ਕਹਿ ਦਵਾਂ ਜੱਗ। ਠੀਕ ਹੈ ਜੀ, ਜੱਗ ਕੀ ਆ, ਜਦੋਂ ਮੈਂ ਬੋਲਿਆ ਜੱਗ, ਤੁਹਾਡੇ ਦਿਮਾਗ ਦੇ ਵਿੱਚ ਕੀ ਆ ਗਿਆ, ਰਸੋਈ ਦਾ ਭਾਂਡੇ ਯਾਦ ਆ ਗਏ ਤੁਹਾਨੂੰ, ਜੱਗ ਯਾਦ ਆ ਗਿਆ ਵੀ ਜਿਵੇਂ ਤੁਹਾਡੀ ਰਸੋਈ ਦੇ ਵਿੱਚ ਕੀ ਹੁੰਦਾ, ਸਾਰਿਆਂ ਕੋਲ ਜੱਗ ਹੁੰਦਾ। ਠੀਕ ਹੈ, ਇਹ ਜੱਗ ਤੁਹਾਡੀ ਰਸੋਈ ਦੇ ਵਿੱਚ ਹੋਊਗਾ, ਸਾਰਿਆਂ ਕੋਲ ਇਸ ਤਰ੍ਹਾਂ ਦਾ ਕੁੰਡਾ ਹੋਊਗਾ, ਉਹਦੇ ਵਿੱਚ ਪਾਣੀ ਪਾ ਕੇ ਰੱਖਦੇ ਹੋਣਗੇ। ਤਾਂ ਜੱਗ ਤੁਹਾਨੂੰ ਯਾਦ ਆ ਗਿਆ। ਕਹਿੰਦਾ ਜੀ ਇੱਕ ਵਾਕ ਉਹਨੇ ਬੋਲਿਆ, ਕਹਿੰਦਾ ਜੀ ਉਸਨੂੰ ਇੰਨੀ ਪਿਆਸ ਲੱਗੀ ਸੀ ਕਿ ਉਹ ਪਾਣੀ ਦਾ ਪੂਰਾ ਜੱਗ ਹੀ ਪੀ ਗਿਆ। ਤਾਂ ਇੱਥੇ ਜੱਗ ਦਾ ਮੀਨਿੰਗ ਕੀ ਆ, ਇਹ ਬਰਤਨ ਹੈ ਜਿਹਦੇ ਵਿੱਚ ਪਾਣੀ ਪਾ ਕੇ ਰੱਖਿਆ ਨੂੰ ਕਹਿ ਦਿੰਦੇ ਆ ਜੱਗ। ਇੱਕ ਹੁੰਦਾ ਰਾਜੇ ਪਿੰਡ ਦੇ ਵਿੱਚ ਕੀ ਆ, ਜੇ ਮੰਨ ਲਓ ਸਾਡੇ ਪਿੰਡਾਂ 'ਚ ਹੁਣ ਵੀ ਕਰਦੇ ਆ, ਮੰਨ ਲਓ ਜੇ ਮੀਂਹ ਨਹੀਂ ਪੈ ਰਿਹਾ, ਮੀਂਹ ਦੀ ਔੜ ਲੱਗੀ ਹੋਈ ਆ, ਕਿਸਾਨਾਂ ਨੂੰ ਜ਼ਰੂਰਤ ਆ ਕਿ ਮੀਂਹ ਪਵੇ ਤਾਂ ਹੀ ਉਹਨਾਂ ਦੀ ਫਸਲ ਚੱਲੂਗੀ, ਤਾਂ ਪਿੰਡ ਵਿੱਚ ਜੱਗ ਕਰਦੇ ਆ। ਜੱਗ ਦਾ ਮਤਲਬ ਕੀ ਹੁੰਦਾ, ਮਿੱਠਾ ਪਾਣੀ ਦੀ ਛਬੀਲ ਲੱਗਦੀ ਹੈ, ਮਿੱਠੇ ਚੌਲ ਬਣਾਏ ਜਾਂਦੇ, ਉਹਨੂੰ ਕਹਿੰਦੇ ਜੱਗ ਕਰਨਾ। ਤਾਂ ਦੇਖੋ ਸ਼ਬਦ ਤਾਂ ਉਹੀ ਆ ਜੱਗ, ਸ਼ਬਦ ਤਾਂ ਇੱਕੋ ਹੀ ਯੂਜ਼ ਹੋ ਰਿਹਾ ਜੱਗ। ਇਹਦਾ ਮੀਨਿੰਗ ਇੱਥੇ ਕੀ ਸੀਗਾ, ਜੱਗ ਜਿਹਦੇ ਵਿੱਚ ਪਾਣੀ ਪੀਤਾ। ਇੱਕ ਉਹਨੇ ਕਹਿਤਾ ਜੀ, ਕਹਿੰਦਾ ਜੀ ਪਿੰਡ ਦੇ ਵਿੱਚ ਜੱਗ ਹੋਇਆ ਤਾਂ ਸਭ ਨੇ ਰੱਜ ਕੇ ਖਾਧਾ। ਹੁਣ ਕੋਈ ਛਬੀਲ ਲੱਗੀ ਹੋਵੇ, ਆਪਾਂ ਕੀ ਕਰਦੇ ਹਾਂ ਉੱਥੇ, ਜੇ ਆਪਾਂ ਨੂੰ ਭੁੱਖ ਹੁੰਦੀ ਆ, ਇੱਕ ਕੌਲੀ ਦੀ ਆਪਾਂ 2 ਕੌਲੀ ਚੌਲ ਖਾ ਲੈਂਦੇ ਆ, ਕਿਉਂਕਿ ਲੰਗਰ ਬੜਾ ਸਵਾਦ ਬਣਦਾ ਹੈ। ਜੇ ਆਪਾਂ ਨੂੰ ਪਾਣੀ ਦੀ ਭੁੱਖ 1 ਗਲਾਸ ਆ, ਪਿਆਸ ਆਪਾਂ 2 ਗਲਾਸ ਪੀ ਲੈਂਦੇ ਆ, ਤਾਂ ਆਪਾਂ ਰੱਜ ਕੇ ਖਾਧਾ। ਤਾਂ ਉੱਥੇ ਜੱਗ ਦਾ ਮੀਨਿੰਗ ਕੀ ਆ ਗਿਆ, ਉਹ ਛਬੀਲ, ਉਹ ਖਾਣਾ ਜਾਂ ਉਹ ਲੰਗਰ। ਜਾਂ ਕਹਿ ਦਿੰਦੇ ਆ ਜੀ ਸਿਆਣੇ ਕਹਿੰਦੇ ਆ, ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ। ਜੱਗ ਦਾ ਮਤਲਬ ਕੀ ਆ ਗਿਆ ਇੱਥੇ, ਦੁਨੀਆ। ਸਿਆਣਿਆਂ ਦੀ ਕਹਾਵਤ ਹੈਗੀ ਹੈ ਨਾ ਭਾਈ, ਖੁਸ਼ ਰਿਹਾ ਕਰੋ ਜ਼ਿੰਦਗੀ ਦੇ ਵਿੱਚ, ਜਿੰਨਾ ਮਿਲਿਆ ਉਹਦੇ 'ਚ ਸੰਤੁਸ਼ਟੀ ਰੱਖਿਆ ਕਰੋ, ਕਿਉਂਕਿ ਇਹ ਜੱਗ ਮਿੱਠਾ, ਇਹ ਜ਼ਿੰਦਗੀ ਬਹੁਤ ਮਿੱਠੀ ਹੈ, ਇਹ ਦੁਨੀਆ ਬਹੁਤ ਮਿੱਠੀ ਹੈ, ਅਗਲਾ ਕਿਹਨੇ ਦੇਖਿਆ ਜਹਾਨ। ਤਾਂ ਇਹ ਜ਼ਿੰਦਗੀ ਨੂੰ ਪੂਰਾ ਜੀਓ, ਜ਼ਿੰਦਗੀ ਜਿੰਦਾਬਾਦ। ਤਾਂ ਇਹ ਦੇਖੋ ਤਿੰਨੇ ਸ਼ਬਦ ਇੱਕ ਹੀ ਹੈ, ਜੱਗ। ਤਿੰਨਾਂ ਜਗ੍ਹਾ ਤੇ ਦਾ ਮੀਨਿੰਗ ਕੀ ਹੈ, ਵੱਖਰਾ ਵੱਖਰਾ ਹੈ। ਪਹਿਲੇ ਦੇ ਵਿੱਚ ਉਹਦੇ ਕੀ ਸੀਗਾ, ਇੱਕ ਬਰਤਨ ਸੀਗਾ। ਦੂਜੇ ਦੇ ਵਿੱਚ ਕੀ ਸੀਗਾ, ਇੱਕ ਲੰਗਰ ਦੀ ਤੌਰ ਤੇ। ਤੀਜੇ ਦੇ ਵਿੱਚ ਕੀ ਸੀਗਾ, ਇੱਕ ਦੁਨੀਆ ਨੂੰ ਦਰਸਾਉਣ ਵਾਸਤੇ ਵਰਤਿਆ ਗਿਆ ਸ਼ਬਦ। ਠੀਕ ਹੈ ਜੀ, ਕਲੀਅਰ ਹੋ ਗਿਆ ਬਹੁ ਅਰਥਕ ਸ਼ਬਦ ਕੀ ਹੁੰਦੇ ਆ। ਹੁਣ ਥੋੜੇ ਜਿਹੇ ਤੁਹਾਨੂੰ ਮੈਂ ਹੋਰ ਦੱਸ ਦਿੰਦਾ। ਕਹਿੰਦਾ ਜੀ ਸ਼ਬਦਾਂ ਦਾ ਅਰਥ ਸਪਸ਼ਟ ਰੂਪ ਦੇ ਵਿੱਚ ਭਾਵੇਂ ਇੱਕ ਹੀ ਹੁੰਦਾ ਹੈ, ਪਰ ਉਸਨੂੰ ਵੱਖ-ਵੱਖ ਪ੍ਰਸੰਗਾਂ ਦੇ ਵਿੱਚ ਬਣਤਰ ਨਾਲ ਵੱਖਰਾ ਵੱਖਰਾ ਭਾਵ ਪ੍ਰਗਟ ਹੁੰਦਾ ਹੈ। ਜਿਵੇਂ ਉਹ ਕਹਿੰਦਾ ਜੀ ਉਹਦਾ
ਬੁਖਾਰ ਉਤਰ ਗਿਆ। ਉਤਰਨ ਦਾ ਮਤਲਬ ਹੁੰਦਾ ਕਿ ਕਿਸੇ ਨੂੰ ਟੈਂਪਰੇਚਰ ਸੀਗਾ, ਮੰਨ ਲਓ ਉਹਨੂੰ ਬੁਖਾਰ ਸੀਗਾ 102 ਡਿਗਰੀ, ਤਾਂ ਹੁਣ ਕੀ ਹੋ ਗਿਆ, ਨਾਰਮਲ ਹੋ ਗਿਆ। ਕਹਿੰਦਾ ਜੀ ਹੜ੍ਹ ਦਾ ਪਾਣੀ ਉਤਰ ਗਿਆ। ਹੜ੍ਹਾਂ ਦਾ ਪਾਣੀ ਮਤਲਬ ਕਿ ਨਦੀ ਦਾ ਜਿਹੜਾ ਪਾਣੀ ਸੀਗਾ ਉਹ ਡੇਂਜਰ ਜ਼ੋਨ ਦੇ ਵਿੱਚ ਵਹਿ ਰਹੀ ਸੀ ਨਦੀ, ਤਾਂ ਉਹਦਾ ਪਾਣੀ ਕੀ ਹੋ ਗਿਆ, ਉਹਦਾ ਲੈਵਲ ਕੀ ਹੋ ਗਿਆ, ਥੱਲੇ ਹੋ ਗਿਆ। ਥੱਲੇ ਹੋ ਗਿਆ ਮਤਲਬ ਕਿ ਉਤਰ ਗਿਆ। ਕਹਿੰਦਾ ਜੀ ਕੱਪੜੇ ਦਾ ਰੰਗ ਉਤਰ ਗਿਆ। ਹੁਣ ਕਈ ਵਾਰ ਤੁਸੀਂ ਕੱਪੜੇ ਲੈ ਕੇ ਆਉਣੇ ਹੋ, ਉਹ ਕੀ ਹੋ ਜਾਂਦੇ ਆ ਕਈ ਵਾਰੀ, ਠੀਕ ਹੈ ਜੀ, ਉਹ ਫਿੱਕੇ ਪੈ ਜਾਂਦੇ ਆ ਬਾਰ-ਬਾਰ ਧੋਣ ਨਾਲ। ਤੁਹਾਨੂੰ ਕਹਿ ਦਿੰਦੇ ਆ ਜੀ ਕੱਪੜੇ ਦਾ ਰੰਗ ਉਤਰ ਗਿਆ। ਬੱਸ ਦੇ ਵਿੱਚ ਸਵਾਰੀ ਉਤਰ ਗਈ, ਠੀਕ ਹੈ ਜੀ, ਜਾਂ ਆਪਾਂ ਕਹਿ ਦਿੰਦੇ ਆ ਤੂੰ ਮੇਰੇ ਦਿਲ ਤੋਂ ਉਤਰ ਗਿਆ ਯਾਰ, ਤੂੰ ਮੇਰੇ ਨਾਲ ਬਹੁਤ ਧੋਖਾ ਕੀਤਾ। ਜਾਂ ਕਹਿੰਦੇ ਜਿਹੜੇ ਨਲਾਇਕ ਵਿਦਿਆਰਥੀ ਹੁੰਦੇ ਆ ਨਾ, ਅਧਿਆਪਕ ਦੇ ਦਿਲ ਤੋਂ ਉਤਰ ਜਾਂਦੇ ਆ, ਠੀਕ ਹੈ। ਤਾਂ ਇਹ ਦੇਖੋ ਹਰੇਕ ਸ਼ਬਦ ਤਾਂ ਇੱਕੋ ਹੀ ਆ ਉੱਤਰ, ਪਰ ਉਹ ਹਰੇਕ ਜਿਹੜਾ ਵਾਕ ਹੈਗਾ ਉਹਦੇ ਵਿੱਚ ਉਹਦਾ ਮੀਨਿੰਗ ਜਿਹੜਾ ਹੈਗਾ ਉਹ ਕੀ ਆ, ਵੱਖਰਾ ਵੱਖਰਾ ਹੈ। ਇਹਨੂੰ ਕਹਿ ਦਿੰਦੇ ਆ ਜੀ ਬਹੁ ਅਰਥਕ ਸ਼ਬਦ। ਹੁਣ ਦੇਖੋ ਕੁਝ ਮੈਂ ਉਦਾਹਰਨਾਂ ਕਰਵਾ ਦਿੰਦਾ, ਸਾਰੇ ਤਾਂ ਮੈਂ ਨਹੀਂ ਕਰਾਉਂਗਾ, ਇਹ ਤੁਹਾਡੇ ਸੈਲਫ ਸਟੱਡੀ ਕਰਨ ਵਾਸਤੇ ਆ। ਜਿਵੇਂ ਉੱਚਾ ਸ਼ਬਦ ਹੈ, ਉੱਚੇ ਦਾ ਮਤਲਬ ਕੀ ਹੁੰਦਾ ਹੈ, ਕਹਿੰਦਾ ਜੀ ਸਾਡਾ ਇਸ ਪਿੰਡ ਵਿੱਚ ਸਾਡਾ ਘਰ ਸਭ ਤੋਂ ਉੱਚਾ ਹੈ। ਕਹਿੰਦਾ ਜੀ ਉਸਨੂੰ ਉੱਚਾ ਸੁਣਦਾ ਹੈ, ਮਤਲਬ ਕਿ ਜਿਵੇਂ ਕਈ ਵਿਚਾਰੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਉੱਚਾ ਸੁਣਨਾ ਸ਼ੁਰੂ ਹੋ ਜਾਂਦਾ, ਮਤਲਬ ਕਿ ਲਾਊਡਲੀ। ਕਹਿੰਦਾ ਜੀ ਨਾਈ ਲਈ ਉੱਚਾ ਇੱਕ ਜ਼ਰੂਰੀ ਸੰਦ ਹੈ ਜਿਹਦੇ ਨਾਲ ਆਪਾਂ ਵਾਲ ਕੱਟਦਾ, ਨਾਈ ਵਗੈਰਾ, ਠੀਕ ਹੈ, ਜਿਵੇਂ ਉਸ ਤਰ੍ਹਾਂ ਹੁੰਦਾ। ਕਹਿੰਦਾ ਜੀ ਉਸ ਵਿਅਕਤੀ ਦਾ ਵਿਅਕਤਿਤਵ ਬਹੁਤ ਉੱਚਾ ਹੈ, ਮਤਲਬ ਕਿ ਉਹਦਾ ਕਰੈਕਟਰ ਬਹੁਤ ਉੱਚਾ ਹੈ। ਤਾਂ ਸ਼ਬਦ ਇੱਕ ਹੀ ਹੈ ਰਾਜੇ, ਉਹਦੇ ਮੀਨਿੰਗ ਕੀ ਆ, ਵੱਖਰੇ ਵੱਖਰੇ ਹੈ। ਤਾਂ ਇਸ ਤਰ੍ਹਾਂ ਰਾਜੇ ਤੁਸੀਂ ਕੀ ਹੈ ਇਸਨੂੰ ਪੜ੍ਹ ਸਕਦੇ ਹੋ, ਇਹ ਪੇਪਰਾਂ ਵਿੱਚ ਬਹੁਤ ਆਉਂਦੇ ਆ। ਤੁਹਾਨੂੰ ਮੈਂ ਇੱਕ ਪੁੱਛਦਾ, ਤੁਸੀਂ ਆਪਣੇ ਆਪ ਆਨਸਰ ਕਰਨਾ। ਹੁਣ ਜਿਵੇਂ ਦੇਖੋ ਉਸਤਾਦ ਸ਼ਬਦ, ਉਸਤਾਦ ਦਾ ਮੀਨਿੰਗ ਕੀ ਹੁੰਦਾ, ਗੁਰੂ ਵੀ ਹੁੰਦਾ, ਠੀਕ ਹੈ ਜੀ, ਤੇ ਅਧਿਆਪਕ ਵੀ ਹੁੰਦਾ, ਠੀਕ ਹੈ ਜੀ। ਇਹ ਸਾਰੇ ਜਿਹੜੇ ਹੈਗੇ ਉਸਤਾਦ ਦੇ ਕੀ ਨੇ, ਸਮਾਨਾਰਥਕ ਸ਼ਬਦ ਨੇ। ਹੁਣ ਆਪਾਂ ਗੱਲ ਕਰਦੇ ਹਾਂ ਰਾਜੇ ਕੁਐਸਚਨ ਕਿਵੇਂ ਬਣਦਾ, ਮੈਂ ਅੱਗੇ ਕਰਾਉਣਾ। ਹੁਣ ਜਿਵੇਂ ਉਲਟੀ ਹੈ, ਹੁਣ ਉਲਟੀ ਸ਼ਬਦ ਪੜ੍ਹਦੇ ਸਾਰੀ ਤੁਹਾਡੇ ਮਨ ਦੇ ਵਿੱਚ ਆਇਆ ਹੋਊਗਾ, ਜਿਵੇਂ ਉਲਟੀ ਕਰਨੀ, ਆਪਣੀ ਬਦਹਜ਼ਮੀ ਹੋ ਜਾਂਦੀ ਹੈ, ਜਾਂ ਕਿਸੇ ਕਾਰਨਾਂ ਕਰਕੇ ਕੋਈ ਬੱਸਾਂ ਦੇ ਵਿੱਚ ਵੀ ਉਲਟੀ ਕਰਦੇ ਆ, ਕਿਸੇ ਨੂੰ ਸਫ਼ਰ ਨਹੀਂ ਕੀਤਾ ਜਾਂਦਾ ਹੁੰਦਾ। ਕਹਿੰਦਾ ਜੀ ਰਸਤੇ ਦੇ ਵਿੱਚ ਬੱਸ ਉਲਟੀ ਪਈ ਸੀਗੀ। ਹੁਣ ਬੱਸ ਦਾ ਐਕਸੀਡੈਂਟ ਹੋ ਗਿਆ, ਬੱਸ ਕੀ ਹੋ ਗਈ, ਪੁੱਠੀ ਹੋ ਗਈ, ਉਹਨੂੰ ਕਹਿ ਦਿੰਦੇ ਬੱਸ ਉਲਟੀ ਪਈ ਹੈ। ਕਹਿੰਦਾ ਜੀ ਮੇਰੀ ਕਹੀ ਹੋਈ ਸਿੱਧੀ ਗੱਲ ਵੀ ਉਸਨੂੰ ਉਲਟੀ ਜਾਪਦੀ ਹੈ। ਹੁਣ ਕਈ ਵਾਰੀ ਮੈਂ ਤੁਹਾਨੂੰ ਕਹਿ ਦਿੰਦਾ ਭਾਈ ਪੀਡੀਐਫ ਮਿਲ ਜੂਗੀ ਜਾਂ ਕੁਝ ਹੋ ਜਾਊਗਾ, ਤੁਹਾਨੂੰ ਲੱਗਦਾ ਯਾਰ ਸਰ ਤਾਂ ਪੀਡੀਐਫ ਦੇ ਹੀ ਨਹੀਂ ਰਹੇ, ਤੁਹਾਨੂੰ ਮੇਰੀ ਗੱਲ ਕੀ ਲੱਗਦੀ ਹੈ, ਉਲਟੀ ਲੱਗਦੀ ਹੈ। ਕਹਿੰਦਾ ਮਤਲਬ ਓਪੋਜ਼ਿਟ, ਠੀਕ ਹੈ ਜੀ, ਮਾੜੀ ਜਿਹਨੂੰ ਆਪਾਂ ਕਹਿ ਦਿੰਦੇ ਆ। ਕਹਿੰਦੇ ਜੀ ਜ਼ਿਆਦਾ ਖਾਣ ਕਰਕੇ ਬੱਚੇ ਨੂੰ ਉਲਟੀ ਆ ਗਈ, ਇਹ ਬਦਹਜ਼ਮੀ ਦੀ ਗੱਲ ਹੋ ਗਈ। ਕਹਿੰਦਾ ਜੀ ਬਾਲਟੀ ਨੂੰ ਖਾਲੀ ਕਰਕੇ ਉਲਟੀ ਕਰਕੇ ਰੱਖ ਦਿਓ। ਹੁਣ ਬਾਲਟੀ ਕੀ ਆਪਾਂ ਪੁੱਠੀ ਕਰਕੇ ਰੱਖ ਦਿੰਦੇ ਆ, ਘਰ ਦੇ ਵਿੱਚ ਬਾਲਟੀਆਂ ਕੀ ਪੁੱਠੀ ਕਰਕੇ ਰੱਖ ਦਿੰਦੇ ਆ, ਤੈਨੂੰ ਕਹਿ ਦਿੰਦੇ ਆ ਜੀ ਉਲਟੀ ਕਰਕੇ ਰੱਖਤੀ। ਤਾਂ ਇਸ ਤਰ੍ਹਾਂ ਰਾਜੇ ਜਿਹੜੇ ਹੈਗੇ ਆ ਇਹ ਇੱਕ ਸ਼ਬਦ ਦੀ ਥਾਂ ਤੇ ਬਹੁਤੇ ਸ਼ਬਦ ਹੁੰਦੇ ਆ, ਸੌਰੀ ਬਹੁ ਅਰਥਕ ਸ਼ਬਦ ਹੁੰਦੇ ਆ, ਜਿਨ੍ਹਾਂ ਦਾ ਮੀਨਿੰਗ ਕੀ ਹੁੰਦਾ, ਵੱਖਰਾ ਵੱਖਰਾ ਹੁੰਦਾ, ਵੱਖਰੀ ਵੱਖਰੀ ਜਗ੍ਹਾ ਤੇ। ਹੁਣ ਜਿਵੇਂ ਅੱਕ ਹੋ ਗਿਆ, ਅੰਗ ਹੋ ਗਿਆ, ਅੱਗਾ ਹੋ ਗਿਆ, ਸੰਗ ਹੋ ਗਿਆ, ਤਾਂ ਕਹਿਣ ਦਾ ਮਤਲਬ ਇਹ ਸਾਰੇ ਕੀ ਹੈ ਜੀ, ਤੁਹਾਡੇ ਬਹੁ ਅਰਥਕ ਸ਼ਬਦ ਨੇ। ਹੁਣ ਆ ਗਿਆ ਜੀ ਅੱਗੇ ਆਪਣਾ ਸਮਾਨਾਰਥਕ। ਹੁਣ ਨਾਮ ਤੋਂ ਕਲੀਅਰ ਹੈ ਜੀ ਸਮਾਨਾਰਥਕ ਸ਼ਬਦ ਕਿਹੜੇ ਹੋਣਗੇ, ਠੀਕ ਹੈ ਜੀ, ਜਿਨ੍ਹਾਂ ਦਾ ਕੀ ਹੋਊਗਾ, ਇਹ ਜਿਹੜੇ ਸਮਾਨਾਰਥਕ ਸ਼ਬਦ ਹੈਗੇ ਆ ਰਾਜੇ, ਇਹ ਦੋ ਸ਼ਬਦਾਂ ਦੇ ਮਤਲਬ ਕਿ ਮੇਲ ਤੋਂ ਬਣਿਆ। ਇੱਕ ਸਮਾਨ ਪਲੱਸ ਅਰਥਕ। ਸਮਾਨ ਦਾ ਮਤਲਬ ਕੀ ਹੁੰਦਾ, ਇਕੁਅਲ, ਠੀਕ ਹੈ, ਜਿਹੜੀ ਦੋ ਚੀਜ਼ਾਂ ਇਕੁਅਲ ਹੋਣ, ਬਰਾਬਰ ਹੋਣ। ਕਹਿੰਦਾ ਜੀ ਸਮਾਨ ਤੋਂ ਭਾਵ ਹੈ ਇੱਕੋ ਜਿਹਾ, ਤੇ ਅਰਥਕ ਦਾ ਮਤਲਬ ਕੀ ਹੁੰਦਾ, ਭਾਵ, ਠੀਕ ਹੈ ਜੀ, ਅਰਥ ਵਾਲਾ। ਤਾਂ ਜਿਵੇਂ ਹੁਣ ਮੈਂ ਗੱਲ ਕਰਾਂ ਰਾਜੇ, ਜਿਵੇਂ ਆਪਾਂ ਕਹਿ ਦਿੰਦੇ ਕਿਸੇ ਦੀ ਕੀ ਕਰਨੀ, ਪ੍ਰਸ਼ੰਸਾ ਕਰਨੀ, ਤਾਂ ਪ੍ਰਸ਼ੰਸਾ ਦਾ ਮਤਲਬ ਕੀ ਹੈ, ਸ਼ਲਾਘਾ ਕਰਨੀ, ਜਾਂ ਆਪਾਂ ਕਹਿ ਦਿੰਦੇ ਉਪਮਾ ਕਰਨੀ, ਉਸਤਤ ਕਰਨੀ। ਤਾਂ ਦੇਖੋ ਮੀਨਿੰਗ ਤਾਂ ਸੇਮ ਆ ਨਾ, ਇੱਥੇ ਮੀਨਿੰਗ ਸੇਮ ਹੈ, ਤੇ ਜਿਹੜੇ ਸ਼ਬਦ ਹੈਗੇ ਆ ਉਹ ਵੱਖਰੇ ਵੱਖਰੇ ਆ। ਜਿਵੇਂ ਪਿਛਲੇ ਦੇ ਵਿੱਚ ਕੀ ਸੀਗਾ ਰਾਜੇ, ਸ਼ਬਦ ਸੇਮ ਸੀਗਾ, ਵਾਕ ਵੱਖਰੇ ਵੱਖਰੇ ਸੀਗੇ। ਇਹ ਉਲਟਾ, ਇਹਦੇ ਵਿੱਚ ਕੀ ਹੈ ਕਿ ਜਿਹੜਾ ਮੀਨਿੰਗ ਹੈਗਾ, ਉਹਨਾਂ ਦਾ ਭਾਵ ਹੈਗਾ ਉਹ ਇੱਕੋ ਜਿਹਾ ਹੀ ਹੈ। ਭਾਵ ਤਾਂ ਦੇਖੋ, ਹੁਣ ਪ੍ਰਸ਼ੰਸਾ ਕਰਨਾ ਉਹਦਾ ਮਤਲਬ ਕੀ ਹੈ, ਤਾਰੀਫ ਕਰਨੀ। ਸ਼ਲਾਘਾ ਦਾ ਮਤਲਬ ਕੀ ਹੈ, ਤਾਰੀਫ ਕਰਨੀ। ਉਸਤਤ ਦਾ ਮਤਲਬ ਕੀ ਹੈ, ਤਾਰੀਫ ਕਰਨੀ। ਤਾਂ ਜਿਹੜਾ ਉਹਨਾਂ ਦਾ ਜਿਹੜਾ ਅਰਥ ਹੈਗਾ ਉਹ ਸੇਮ ਹੈ, ਪਰ ਸ਼ਬਦ ਕੀ ਨੇ, ਵੱਖਰੇ ਵੱਖਰੇ ਨੇ। ਹੁਣ ਜਿਵੇਂ ਮੈਂ ਕਹਿ ਦਵਾਂ ਤੁਹਾਨੂੰ ਉਸਤਾਦ, ਹੁਣ ਦੇਖੋ ਉਸਤਾਦ ਅਧਿਆਪਕ ਨੂੰ ਵੀ ਉਸਤਾਦ ਕਹਿੰਦੇ ਆ, ਗੁਰੂ ਨੂੰ ਵੀ ਉਸਤਾਦ ਕਹਿੰਦੇ ਆ, ਟੀਚਰ ਨੂੰ ਵੀ ਉਸਤਾਦ ਕਹਿੰਦੇ ਆ, ਸਿੱਖਿਅਕ ਨੂੰ ਵੀ ਉਸਤਾਦ ਕਹਿੰਦੇ ਆ। ਤਾਂ ਕਹਿਣ ਦਾ ਮਤਲਬ ਇਹਨਾਂ ਦਾ ਜਿਹੜਾ ਅਰਥ ਹੋਊਗਾ ਰਾਜੇ ਉਹ ਇੱਕੋ ਜਿਹਾ ਹੀ ਹੋਊਗਾ। ਤਾਂ ਨੈਕਸਟ ਆਪਾਂ ਪੜ੍ਹਦੇ ਹਾਂ। ਇਸ ਤਰ੍ਹਾਂ ਦਾ ਕੁਐਸਚਨ ਆਉਂਦੇ ਹੁੰਦੇ ਆ, ਇਹ ਤੁਹਾਡੇ ਪੁਰਾਣੇ ਪੇਪਰਾਂ 'ਚ ਲਿਆ ਗਿਆ ਕੁਐਸਚਨ ਹੈ। ਕਹਿੰਦਾ ਜੀ ਕਿਹੜਾ ਸ਼ਬਦ ਸੁਆਮੀ ਸ਼ਬਦ ਦਾ ਸਮਾਨਾਰਥੀ ਨਹੀਂ ਹੈ। ਕਈ ਵਾਰੀ ਹੈ ਵਾਲਾ ਪੁੱਛ ਲਊਗਾ, ਕਈ ਵਾਰੀ ਨਹੀਂ ਵਾਲਾ ਪੁੱਛੂਗਾ। ਸੁਆਮੀ ਦਾ ਮਤਲਬ ਕੀ ਹੁੰਦਾ ਰਾਜੇ, ਪਤੀ। ਕਈ ਪਤੀ ਨੂੰ ਕੀ ਕਹਿ ਦਿੰਦੇ ਆ, ਜਨਾਨੀਆਂ ਕੀ ਕਹਿ ਦਿੰਦੀਆਂ, ਸੁਆਮੀ, ਠੀਕ ਹੈ ਜੀ, ਤੂੰ ਮੇਰੇ ਸੁਆਮੀ ਹੋ। ਮਾਲਕ, ਠੀਕ ਹੈ ਜੀ, ਠੀਕ ਹੈ। ਨਾਥ, ਤੁਸੀਂ ਮੇਰੇ ਪ੍ਰਣ ਨਾਥ ਹੋ, ਠੀਕ ਹੈ ਜੀ। ਤੁਸੀਂ ਰਮਾਇਣ ਵਗੈਰਾ ਪੜ੍ਹਦੇ ਹੀ ਹੋਵੋਗੇ, ਸੁਣਦੇ ਹੀ ਹੋਵੋਗੇ, ਰਮਾਇਣ ਦੇ ਵਿੱਚ ਇਹ ਸ਼ਬਦ ਆਉਂਦੇ ਹੁੰਦੇ ਆ। ਪਰ ਜਿਹੜਾ ਚੇਲਾ ਸ਼ਬਦ ਹੈਗਾ ਰਾਜੇ, ਚੇਲਾ ਕੀ ਇਹਦਾ ਸਮਾਨਾਰਥੀ ਨਹੀਂ ਹੈਗਾ, ਕਿਉਂਕਿ ਸੁਆਮੀ ਦਾ ਮਤਲਬ ਕੀ ਹੁੰਦਾ, ਮਾਲਕ, ਠੀਕ ਹੈ ਜੀ। ਪਰ ਜਿਹੜਾ ਚੇਲਾ ਹੋਊਗਾ, ਜਿਹਨੂੰ ਚੇਲਾ ਕੀ ਹੋਊਗਾ, ਸ਼ਗਿਰਦ, ਜਿਹਨੂੰ ਆਪਾਂ ਕਹਿੰਦੇ ਨੇ ਸ਼ਗਿਰਦ, ਸਟੂਡੈਂਟ, ਉਹ ਚੇਲਾ ਹੋਊਗਾ। ਤਾਂ ਇਹ ਤਿੰਨ ਜਿਹੜੇ ਹੈਗੇ ਰਾਜੇ ਸਮਾਨਾਰਥਕ ਨੇ, ਜਿਹੜਾ ਆ ਹੈਗਾ ਸਮਾਨਾਰਥਕ ਨਹੀਂ ਹੈਗਾ। ਤੇ ਇੱਥੇ ਨਹੀਂ ਵਾਲਾ ਪੁੱਛ ਲਿਆ, ਕਈਆਂ ਦੇ ਵਿੱਚ ਹੈ ਵਾਲਾ ਪੁੱਛ ਲੈਂਦੇ ਵੀ ਇਹਦਾ ਕਿਹੜਾ ਸਮਾਨਾਰਥਕ ਹੈਗਾ। ਉੱਥੇ ਤਿੰਨ ਕੀ ਹੋਣਗੇ, ਓਪੋਜ਼ਿਟ ਹੋਣਗੇ, ਇੱਕ ਸਮਾਨਾਰਥੀ ਹੋਊਗਾ। ਤਾਂ ਕੁਐਸਚਨ ਕਿਸੇ ਤਰ੍ਹਾਂ ਵੀ ਆ ਸਕਦਾ, ਨਹੀਂ ਵਾਲਾ ਵੀ ਆ ਸਕਦਾ, ਹੈ ਵਾਲਾ ਵੀ ਆ ਸਕਦਾ। ਤਾਂ ਧਿਆਨ ਰੱਖਣਾ ਤੁਸੀਂ ਖਾਸ ਕਰਕੇ। ਹੁਣ ਦੇਖੋ ਕਹਿੰਦਾ ਜੀ ਕਿਹੜਾ ਸ਼ਬਦ ਸਬਰ ਦਾ ਸਮਾਨਾਰਥੀ ਨਹੀਂ ਹੈ। ਸਬਰ ਦਾ ਮਤਲਬ ਕੀ ਹੁੰਦਾ ਰਾਜੇ, ਸੰਤੋਖ ਕਰਨਾ, ਸੰਤੁਸ਼ਟੀ, ਰੱਜ ਹੋ ਗਿਆ ਜੀ ਤੁਹਾਨੂੰ।
ਪਰ ਭੁੱਖ ਦਾ ਮਤਲਬ ਕੀ ਹੈ ਕਿ ਆਪਾਂ ਨੂੰ ਸੰਤੁਸ਼ਟੀ ਨਹੀਂ ਹੈਗੀ, ਕਹਿੰਦਾ ਜੀ ਉਹਨੂੰ ਬਹੁਤ ਭੁੱਖ ਹੈ। ਹੁਣ ਦੇਖੋ ਕਈ ਬਹੁਤ ਸਾਰੇ ਲੋਕਾਂ ਨੂੰ ਪੈਸੇ ਦੀ ਭੁੱਖ ਹੈ, ਇੰਨਾ ਕਰੋੜਾਂ ਪੈਸਾ ਹੋਣ ਦੇ ਬਾਵਜੂਦ ਵੀ ਪੈਸਾ ਕਮਾ ਰਹੇ ਆ, ਪੈਸਾ ਲੁੱਟ ਰਹੇ ਆ, ਗਰੀਬਾਂ ਦਾ ਖੂਨ ਪੀ ਰਹੇ ਆ, ਤੁਹਾਨੂੰ ਕਹਿ ਦਿੰਦੇ ਜੀ ਭੁੱਖ, ਉਹਨਾਂ ਨੂੰ ਸੰਤੁਸ਼ਟੀ ਨਹੀਂ ਹੈਗੀ, ਸਬਰ ਨਹੀਂ ਹੈਗੀ, ਸੰਤੋਖ ਨਹੀਂ ਹੈਗਾ, ਰੱਜ ਨਹੀਂ ਹੈਗਾ। ਤਾਂ ਇਸ ਤਰ੍ਹਾਂ ਦੇ ਕੁਐਸਚਨ ਬਣ ਕੇ ਰਾਜੇ ਤੁਸੀਂ ਇਸ ਤਰ੍ਹਾਂ ਇਹਨੂੰ ਕੀ ਕਰ ਸਕਦੇ ਹੋ, ਅਟੈਂਪਟ ਕਰ ਸਕਦੇ ਹੋ। ਤਾਂ ਦੇਖੋ ਜਿਵੇਂ ਹੁਣ ਦੇਖੋ ਇੱਕ ਸ਼ਬਦ ਹੈਗਾ ਉਚਿਤ, ਉਚਿਤ ਦਾ ਮਤਲਬ ਕੀ ਹੁੰਦਾ, ਠੀਕ, ਯੋਗ, ਢੁਕਵਾਂ, ਸਹੀ। ਕਹਿੰਦੇ ਜੀ ਉਹ ਤੇਰੇ ਵਾਸਤੇ ਉਚਿਤ ਲੜਕਾ ਨਹੀਂ ਹੈ, ਕੁੜੀਆਂ ਨੂੰ ਘਰ ਦੇ ਕਹਿੰਦੇ ਤੇਰੇ ਵਾਸਤੇ ਉਹ ਠੀਕ ਵਰ ਨਹੀਂ ਹੈਗਾ, ਯੋਗ ਵਰ ਨਹੀਂ ਹੈਗਾ, ਸਹੀ ਬੰਦਾ ਨਹੀਂ ਹੈਗਾ। ਹੁਣ ਜਿਵੇਂ ਕਈ ਸ਼ਬਦ ਇਦਾਂ ਦੇ ਹੁੰਦੇ ਜਿਨ੍ਹਾਂ ਬਾਰੇ ਆਪਾਂ ਨੂੰ ਮੀਨਿੰਗ ਨਹੀਂ ਪਤਾ ਹੁੰਦਾ, ਕਿਉਂਕਿ ਪੰਜਾਬੀ ਜਿਹੜੀ ਹੈਗੀ ਰਾਜੇ ਉਹ ਹੌਲੀ ਹੌਲੀ ਆਪਾਂ ਘਰਾਂ 'ਚ ਘੱਟ ਬੋਲਣੀ ਕਰਕੇ ਕੁਝ ਵਰਡ ਅਲੋਪ ਹੋ ਗਏ। ਜਿਵੇਂ ਕਹਿ ਦਿੰਦੇ ਆ ਉਜੜ, ਉਜੜ ਦਾ ਮਤਲਬ ਕੀ ਹੁੰਦਾ ਰਾਜੇ, ਜਿਹਨੂੰ ਆਪਾਂ ਕਹਿ ਦਿੰਦੇ ਆ ਮੂਰਖ, ਗਵਾਰ, ਅੱਖੜ, ਠੀਕ ਹੈ ਜੀ, ਅਲੜ ਵੀ ਕਹਿ ਦਿੰਦੇ ਆ। ਤਾਂ ਕਹਿਣ ਦਾ ਮਤਲਬ ਕੀ ਹੈ ਰਾਜੇ ਤੁਹਾਡੇ ਕੀ ਹੈ, ਇਹ ਸ਼ਬਦ ਜਿਹੜੇ ਹੈਗੇ ਆ ਕੁਝ ਇਦਾਂ ਦੇ ਸ਼ਬਦ ਆਪਾਂ ਨੂੰ ਪੜ੍ਹਨੇ ਪੈਣਗੇ ਪੇਪਰਾਂ ਵਾਸਤੇ। ਸਾਰਾ ਕੁਝ ਆਪਾਂ ਨੂੰ ਨਹੀਂ ਆਉਂਦਾ ਹੋਊਗਾ, ਕੁਝ ਸ਼ਬਦ ਆਪਾਂ ਨੂੰ ਆਉਂਦੇ ਆ ਪਰ ਬਹੁਤੇ ਸ਼ਬਦ ਆਪਾਂ ਨੂੰ ਨਹੀਂ ਆਉਂਦੇ, ਤੇ ਐਗਜ਼ਾਮੀਨਰ ਉਹ ਸ਼ਬਦ ਹੀ ਪਾਊਗਾ ਜਿਹੜਾ ਸਾਰਿਆਂ ਨੂੰ ਨਹੀਂ ਆਉਂਦਾ ਹੋਊਗਾ, ਕਾਮਨ ਨਹੀਂ ਹੋਊਗਾ। ਠੀਕ ਹੈ ਜੀ, ਜਿਵੇਂ ਹੁਣ ਉਦਾਸ, ਉਦਾਸ ਤਾਂ ਸਭ ਨੂੰ ਪਤਾ, ਫਿਕਰਮੰਦ, ਠੀਕ ਹੈ ਜੀ, ਉਪਰਾਮ, ਪਰੇਸ਼ਾਨ, ਨਿਰਾਸ਼, ਠੀਕ ਹੈ ਜੀ। ਇਸ ਤਰ੍ਹਾਂ ਦੇ ਸ਼ਬਦ ਆਪਾਂ ਨੂੰ ਕੀ ਕਰਨੇ ਪੈਣਗੇ, ਪੜ੍ਹਨੇ ਪੈਣਗੇ। ਤਾਂ ਕੋਈ ਗੱਲ ਨਹੀਂ, ਆਪਾਂ ਲਿਸਟ ਪ੍ਰੋਵਾਈਡ ਕਰ ਦਾਂਗੇ, ਨੋਟਸ ਦੇ ਨਾਲ ਤੁਹਾਨੂੰ ਮਿਲ ਜਾਣਗੇ। ਆ ਦੇਖੋ ਕਿੰਨੇ ਸਾਰੇ ਸ਼ਬਦ ਨੇ, ਜਿਵੇਂ ਉਮੰਗ ਹੈ, ਉਮੰਗ ਦਾ ਮਤਲਬ ਹੁੰਦਾ ਉਤਸ਼ਾਹ, ਚਾਹ, ਇੱਛਾ, ਤਾਂਗ। ਉਲਟਾ ਦਾ ਮਤਲਬ ਹੁੰਦਾ ਪੁੱਠਾ, ਵਿਰੁੱਧ, ਮੁੱਦਾ। ਊਣਾ ਮਤਲਬ ਹੁੰਦਾ ਅਪੂਰਨ, ਅਧੂਰਾ, ਹੋਸ਼ਾ। ਤਾਂ ਦੇਖੋ ਸਾਰੇ ਸ਼ਬਦ ਆਪਾਂ ਨੂੰ ਕੀ ਕਰਨੇ ਪੈਣਗੇ ਰਾਜੇ, ਪੜ੍ਹਨੇ ਪੈਣਗੇ। ਤਾਂ ਇਹ ਤੁਹਾਨੂੰ ਮੈਂ ਪੜ੍ਹਾਉਣ ਦਾ ਕੋਈ ਫਾਇਦਾ ਨਹੀਂ ਹੈਗਾ, ਮੈਂ ਬੋਲੀ ਜਾਊਂਗਾ, ਤੁਸੀਂ ਸੁਣੀ ਜਾਓਗੇ। ਇਹ ਤੁਸੀਂ ਸੈਲਫ ਸਟੱਡੀ ਕਰਨੀ ਹੈ ਰਾਜੇ, ਆਪਣੇ ਆਪ ਪੜ੍ਹਨੇ ਆ। ਜੇ ਆਪਣੇ ਆਪ ਪੜ੍ਹੋਗੇ ਤਾਂ ਹੀ ਗੱਲ ਬਣੂਗੀ। ਜਿਵੇਂ ਹੁਣ ਲਾਸਟ ਵਾਲਾ ਸ਼ਬਦ ਦੇਖੋ ਅਲੌਕਿਕ, ਅਲੌਕਿਕ ਕੀ ਹੁੰਦਾ, ਅਨੋਖਾ, ਅਨੂਠਾ, ਅਦਭੁਤ, ਅਲੋਕਾਰ। ਤਾਂ ਇਹ ਚੀਜ਼ਾਂ ਹੁੰਦੀਆਂ ਰਾਜੇ। ਜਿਵੇਂ ਅਮੀਰ ਨੂੰ ਕੀ ਕਹਿ ਦਿੰਦੇ ਆ, ਧਨਵਾਨ, ਧਨਾੜ, ਦੌਲਤਮੰਦ। ਤਾਂ ਇਹ ਤੁਸੀਂ ਸਾਰੇ ਕੀ ਕਰਨੇ ਨੇ ਰਾਜੇ, ਪੜ੍ਹਨੇ ਨੇ। ਨੈਕਸਟ ਆ ਗਿਆ ਜੀ ਤੁਹਾਡਾ ਵਿਰੋਧਾਰਥਕ ਸ਼ਬਦ, ਠੀਕ ਹੈ ਜੀ, ਜਿਹੜੇ ਕੀ ਹੋਣਗੇ, ਐਂਟੀ ਸ਼ਬਦ ਹੋਣਗੇ, ਜਿਹਨੂੰ ਆਪਾਂ ਐਂਟੋਨੀਅਮ ਬੋਲ ਦਿੰਦੇ ਆ ਹਨਾ। ਸਿਨੋਨੀਅਮ, ਐਂਟੋਨੀਅਮ ਤੁਸੀਂ ਕਰਦੇ ਹੀ ਹੋਵੋਗੇ, ਜਿਹੜੇ ਵਿਰੋਧੀ ਭਾਵ ਪ੍ਰਗਟ ਕਰਨਗੇ। ਜਿਵੇਂ ਆਪਾਂ ਕਹਿ ਦਿੰਦੇ ਆ, ਠੀਕ ਹੈ ਜੀ, ਦੋਸਤ, ਠੀਕ ਹੈ ਜੀ, ਆਪਾਂ ਕਹਿ ਦਿੰਦੇ ਦੁਸ਼ਮਣ, ਉਲਟ ਹੋ ਗਿਆ ਹਨਾ, ਠੀਕ ਹੈ। ਜਾਂ ਆਪਾਂ ਕਹਿ ਦਿੰਦੇ ਆ ਉੱਚਾ, ਨੀਵਾਂ, ਅੱਗੇ, ਪਿੱਛੇ, ਠੀਕ ਹੈ ਜੀ, ਉਜੜਨਾ, ਵਸਣਾ, ਅਮੀਰ, ਗਰੀਬ। ਤਾਂ ਇਹ ਜਿਹੜੇ ਤੁਹਾਡੇ ਸ਼ਬਦ ਜਿਹੜੇ ਹੈਗੇ ਰਾਜੇ ਕੀ ਆ, ਵਿਰੋਧਾਰਥਕ ਸ਼ਬਦ ਹੁੰਦੇ ਆ। ਜਿਵੇਂ ਕਹਿੰਦੇ ਆ ਉਸਤਤ ਕਰਨਾ, ਨਿੰਦਿਆ ਕਰਨੀ, ਠੀਕ ਹੈ ਜੀ, ਉੱਚੀ ਚੀਜ਼, ਨੀਵੀਂ, ਹੌਲੀ, ਨੀਵੀਂ, ਉੱਠਣਾ, ਬੈਠਣਾ, ਉਤਰਨਾ, ਚੜ੍ਹਨਾ, ਉੱਪਰ, ਹੇਠਾਂ, ਠੀਕ ਹੈ ਜੀ, ਅਨੋਖਾ, ਸਧਾਰਨ, ਅਮੀਰ, ਗਰੀਬ, ਆਜ਼ਾਦੀ, ਗੁਲਾਮੀ, ਅੰਤ, ਆਰੰਭ। ਇਹ ਸਾਰੇ ਜਿਹੜੇ ਸ਼ਬਦ ਹੁੰਦੇ ਆ ਰਾਜੇ ਤੁਹਾਡੇ ਕੀ ਆ, ਵਿਰੋਧ ਦੀ ਅਰਥਾਂ ਨੂੰ ਪ੍ਰਗਟ ਕਰਨ ਦੇ ਵਾਸਤੇ ਸ਼ਬਦ ਵਰਤੇ ਜਾਂਦੇ, ਇਹਨੂੰ ਕਹਿ ਦਿੰਦੇ ਆ ਵਿਰੋਧਾਰਥਕ ਸ਼ਬਦ ਕਹਿ ਦਿੰਦੇ ਆ। ਤਾਂ ਦੇਖੋ ਸਾਰੇ ਪੜ੍ਹਨੇ ਪੈਣਗੇ ਤੁਹਾਨੂੰ। ਜਿਵੇਂ ਜਿਵੇਂ ਸਕਾ, ਮਤਰੇਆ, ਸਕਾ ਦਾ ਮਤਲਬ ਹੁੰਦਾ ਰੀਅਲ ਬ੍ਰਦਰ, ਮਤਰੇਆ ਮਤਲਬ ਕੀ ਕਿਸੇ ਹੋਰ ਮਾਂ ਜਾਂ ਪਿਓ ਦੀ ਕੁੱਖ, ਮਤਲਬ ਮਾਂ ਦੀ ਕੁੱਖੋਂ ਹੋਇਆ ਦੂਸਰਾ ਬੱਚਾ। ਕੁਪੁੱਤਰ ਜਿਹੜਾ ਆਪਣੇ ਮਾਂ-ਬਾਪ ਦੀ ਕੀ ਕਰੇ, ਇੱਜ਼ਤ ਨਾ ਕਰੇ। ਸੁਪੁੱਤਰ ਜਿਹੜਾ ਕਿ ਆਪਣੇ ਮਾਂ-ਬਾਪ ਦੀ ਇੱਜ਼ਤ ਕਰੇ। ਕੁੜੱਤਣ ਮਤਲਬ ਕੌੜਾ, ਮਿਠਾਸ ਮਤਲਬ ਮਿੱਠਾ। ਤਾਂ ਇਹ ਤੁਹਾਡੇ ਕੀ ਨੇ ਰਾਜੇ, ਤੁਹਾਡੇ ਵਿਰੋਧਾਰਥਕ ਸ਼ਬਦ ਨੇ। ਇੱਥੋਂ ਵੀ ਬਹੁਤ ਕੁਐਸਚਨ ਆਉਂਦੇ ਹੁੰਦੇ ਆ। ਤਾਂ ਗੱਲ ਕਰਦੇ ਆ ਜੀ, ਨੈਕਸਟ ਆ ਗਿਆ ਆਪਣੇ ਕੋਲੇ ਵਨ ਵਰਡ ਸਬਸਟੀਟਿਊਸ਼ਨ, ਜਿਹਨੂੰ ਕਹਿ ਦਿੰਦੇ ਆ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ। ਹੁਣ ਰਾਜੇ ਦੇਖੋ ਜਿਹੜਾ ਸਿਆਣਾ ਬੰਦਾ ਹੁੰਦਾ ਨਾ, ਸਿਆਣਾ ਬੰਦਾ ਉਹ ਹਮੇਸ਼ਾ ਉਹ ਸ਼ਬਦਾਂ ਦੀ ਘੱਟ ਵਰਤੋਂ ਕਰਦਾ ਹੈ। ਹੁਣ ਜਿਹੜੇ ਫਾਲਤੂ ਬੋਲਦੇ ਆ, ਜ਼ਿਆਦਾ ਬੋਲਦੇ ਆ ਰਾਜੇ, ਉਹਨਾਂ ਨੂੰ ਸਿਆਣੇ ਨਹੀਂ ਮੰਨਦੇ ਆਪਣੇ ਪਰਿਵਾਰਾਂ ਦੇ ਵਿੱਚ। ਆਪਾਂ ਹਮੇਸ਼ਾ ਜਦੋਂ ਕਿਤੇ ਹਾਈ ਪ੍ਰੋਫਾਈਲ ਬੰਦਿਆਂ ਕੋਲੇ ਬੈਠੇ ਹੋਈਏ, ਹਮੇਸ਼ਾ ਆਪਣੇ ਸ਼ਬਦ ਇੰਨੇ ਕੁ ਢੁਕਵੇਂ ਰੱਖਣੇ ਆ ਕਿ ਜਿਹੜੀ ਆਪਣੀ ਗੱਲ ਦਾ ਜਿਹੜਾ ਭਾਵ ਹੈ, ਉਹਦਾ ਅਰਥ ਹੈ, ਘੱਟ ਸ਼ਬਦਾਂ ਤੋਂ ਪਤਾ ਲੱਗ ਜਾਵੇ। ਤਾਂ ਉੱਥੇ ਵਰਤੇ ਜਾਂਦੇ ਰਾਜੇ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ, ਠੀਕ ਹੈ, ਜਿੱਥੇ ਆਪਾਂ ਘੱਟ ਬੋਲ ਕੇ ਉਹਦਾ ਮੀਨਿੰਗ ਵਧੀਆ ਤਰੀਕੇ ਨਾਲ ਕੀ ਕਰ ਸਕਦੇ ਹਾਂ, ਪੇਸ਼ ਕਰ ਸਕਦੇ ਹਾਂ। ਹੁਣ ਜਿਵੇਂ ਕਹਿੰਦਾ ਜੀ ਉਹ ਸ਼ਬਦ ਹੈ ਜਿਸ ਦਾ ਅਰਥ ਇੱਕ ਤੋਂ ਵਧੇਰੇ ਸ਼ਬਦਾਂ ਵਿੱਚ ਜਾਂ ਪੂਰੇ ਵਾਕ ਵਿੱਚ ਸਪਸ਼ਟ ਹੁੰਦਾ ਹੈ, ਤੇ ਮਨੁੱਖ ਦੀ ਕੋਸ਼ਿਸ਼ ਹੁੰਦੀ ਹੈ ਆਪਣੀ ਗੱਲ ਨੂੰ ਘੱਟ ਤੇ ਘੱਟ ਸ਼ਬਦਾਂ ਵਿੱਚ ਕਹਿ ਸਕੇ। ਠੀਕ ਹੈ, ਇਹਦੇ ਨਾਲ ਕੀ ਆ ਜਾਂਦੀ ਹੈ, ਸੰਖੇਪਤਾ ਵੀ ਆਉਂਦੀ ਹੈ ਰਾਜੇ, ਤੇ ਗੱਲ ਦਾ ਪ੍ਰਭਾਵ ਵੀ ਪੈਂਦਾ ਹੈ। ਠੀਕ ਹੈ ਜੀ, ਹੁਣ ਜਿਵੇਂ ਮੈਂ ਕਹਿ ਦਵਾਂ, ਠੀਕ ਹੈ ਜੀ, ਉਹ ਥਾਂ ਜਿੱਥੇ ਭਲਵਾਨ ਪਹਿਲਵਾਨ ਘੋਲ ਕਰਦੇ ਆ, ਅਖਾੜਾ। ਠੀਕ ਹੈ, ਜਿਵੇਂ ਤੁਹਾਨੂੰ ਇਕੱਲਾ ਸ਼ਬਦ ਬੋਲ ਦੇਵਾਂ ਅਖਾੜਾ, ਤੁਸੀਂ ਸਮਝ ਜਾਓਗੇ ਅਖਾੜੇ ਦਾ ਮਤਲਬ ਕੀ ਹੈ, ਕਿ ਜਿੱਥੇ ਪਹਿਲਵਾਨ ਕੀ ਕਰਦੇ ਹੁੰਦੇ ਆ, ਕੁਸ਼ਤੀ ਲੜਦੇ ਹੁੰਦੇ ਆ। ਜਿਵੇਂ ਮੈਂ ਕਹਿ ਦਵਾਂ ਸ਼ਾਮਲਾਟ, ਤੁਸੀਂ ਸਮਝ ਜਾਓਗੇ ਉਹ ਜ਼ਮੀਨ ਜਿਹੜੀ ਪਿੰਡ ਦੀ ਸਾਂਝੀ ਹੁੰਦੀ ਉਹਨੂੰ ਸ਼ਾਮਲਾਟ ਕਹਿੰਦੇ ਆ। ਮੈਂ ਕਹਿ ਦਵਾਂ ਸਵੈ ਜੀਵਨੀ, ਤੁਸੀਂ ਸਮਝੋਗੇ ਆਟੋਬਾਇਓਗ੍ਰਾਫੀ, ਤੁਸੀਂ ਸਮਝੋਗੇ ਕਿ ਉਹ ਪੁਸਤਕ ਜਿਹੜੀ ਲੇਖਕ ਨੇ ਆਪਣੇ ਆਪ ਦੇ ਉੱਪਰ ਲਿਖੀ ਹੈ, ਆਪਣੇ ਜੀਵਨ ਦੇ ਉੱਪਰ ਲਿਖੀ ਹੈ। ਤਾਂ ਇਹਨੂੰ ਕਹਿ ਦਿੰਦੇ ਆ ਰਾਜੇ ਵਨ ਵਰਡ ਸਬਸਟੀਟਿਊਸ਼ਨ ਕਹਿ ਦਿੰਦੇ ਆ। ਠੀਕ ਹੈ ਜੀ, ਤਾਂ ਕਲੀਅਰ ਹੈ। ਬਾਕੀ ਜਿਹੜੇ ਅਖਾਣ ਮੁਹਾਵਰੇ ਆ ਮੈਂ ਅਗਲੀ ਵੀਡੀਓ 'ਚ ਕਰਾਉਂਗਾ, ਅਜੇ ਮੈਂ ਸਿਰਫ ਸ਼ਬਦ ਬੋਧ ਕਰਵਾ ਰਿਹਾ ਤੁਹਾਨੂੰ। ਠੀਕ ਹੈ, ਨੈਕਸਟ ਗੱਲ ਕਰਦੇ ਆ ਰਾਜੇ, ਜਿਵੇਂ ਕਹਿੰਦਾ ਜੀ, ਕਹਿੰਦਾ ਜਿਹੜੇ ਮੁੰਡੇ ਕੁੜੀ ਦਾ ਵਿਆਹ ਨਾ ਹੋਇਆ ਹੋਵੇ, ਆਪਾਂ ਕੀ ਕਹਿ ਦਿੰਦੇ ਆ, ਕੁਆਰਾ ਜਾਂ ਕੁਵਾਰੀ। ਠੀਕ ਹੈ ਜੀ, ਕਹਿੰਦਾ ਜੀ ਉਹ ਵਿਅਕਤੀ ਜੋ ਹੱਥਾਂ ਦੇ ਨਾਲ ਮੂਰਤ ਬਣਾਵੇ, ਚਿੱਤਰਕਾਰ। ਠੀਕ ਹੈ ਜੀ, ਉਹ ਧਰਤੀ 'ਤੇ ਕੋਈ ਫਸਲ ਨਾ ਹੋਵੇ, ਬੰਜਰ। ਠੀਕ ਹੈ ਜੀ, ਕਹਿੰਦਾ ਜੀ ਉੱਚੇ ਤੇ ਸੁੱਚੇ ਆਚਾਰ ਵਾਲਾ, ਸਦਾਚਾਰੀ, ਕਹਿਣ ਦਾ ਮਤਲਬ ਜਿਹਦਾ ਕਰੈਕਟਰ ਵਧੀਆ ਹੁੰਦਾ, ਆਪਣਾ ਉੱਲੂ ਸਿੱਧਾ ਕਰਨ ਵਾਲਾ, ਸਵਾਰਥੀ। ਠੀਕ ਹੈ ਜੀ, ਸਾਹਿਤ ਦੀ ਰਚਨਾ ਕਰਨ ਵਾਲਾ, ਸਾਹਿਤਕਾਰ।
ਤਾਂ ਇਹ ਚੀਜ਼ਾਂ ਹੈਗੀਆਂ ਰਾਜੇ, ਤੁਹਾਨੂੰ ਇਹ ਪੜ੍ਹਨੇ ਪੈਣਗੇ ਆਪਣੇ ਆਪ। ਅੱਜ ਦੀ ਵੀਡੀਓ ਦਾ ਲਾਸਟ ਟੌਪਿਕ ਹੈ ਰਾਜੇ ਵਿਸ਼ਰਾਮ ਚਿੰਨ੍ਹ, ਜਿਹਨੂੰ ਤੁਸੀਂ ਕਹਿ ਦਿੰਦੇ ਪੰਕਚੁਏਸ਼ਨ। ਠੀਕ ਹੈ ਜੀ, ਪੜ੍ਹਦੇ ਆ ਨਾ ਅੰਗਰੇਜ਼ੀ ਦੇ ਵਿੱਚ ਸਾਰੇ। ਠੀਕ ਹੈ ਜੀ, ਪੰਕਚੁਏਸ਼ਨ। ਠੀਕ ਹੈ ਜੀ, ਇਹ ਤੁਹਾਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਇਹ ਪੁੱਛੇ ਜਾਂਦੇ ਹੁੰਦੇ ਆ। ਇਹਦਾ ਹੁਣ ਦੇਖੋ ਮਹੱਤਵ ਕੀ ਹੈਗਾ। ਆਪਾਂ ਜ਼ਰੂਰੀ ਨਹੀਂ ਕਿ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਹੀ ਕੀ ਕਰ ਰਹੇ ਹਾਂ ਰਾਜੇ, ਇਹਨੂੰ ਪੜ੍ਹ ਰਹੇ ਹਾਂ। ਠੀਕ ਹੈ ਜੀ, ਤਾਂ ਜਿਵੇਂ ਹੁਣ ਮੰਨ ਲਓ ਆਪਾਂ ਪੰਜਾਬੀ ਸਿੱਖ ਵੀ ਰਹੇ ਹਾਂ, ਬੋਲ ਚਾਲ ਦੀ ਪੰਜਾਬੀ ਤਾਂ ਵੱਖਰੀ ਹੈ, ਪਰ ਜਦੋਂ ਪੰਜਾਬੀ ਲਿਖਣੀ ਹੈ, ਤੁਸੀਂ ਕੋਈ ਆਰਟੀਕਲ ਲਿਖਣਾ ਹੈ, ਕੋਈ ਕਿਸੇ ਨੂੰ ਕੋਈ ਚਿੱਠੀ ਪੱਤਰ ਲਿਖਣਾ, ਉੱਥੇ ਆਪਾਂ ਨੂੰ ਵਿਸ਼ਰਾਮ ਚਿੰਨ੍ਹ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਜੇ ਇੱਕ ਵੀ ਵਿਸ਼ਰਾਮ ਚਿੰਨ੍ਹ ਆਪਾਂ ਅੱਗੇ ਪਿੱਛੇ ਲਾ ਦਈਏ ਨਾ ਤਾਂ ਛਿੱਤਰ ਪੈ ਸਕਦੇ ਆ। ਕਹਿਣ ਦਾ ਮਤਲਬ ਉਹ ਵਾਕ ਬਦਲ ਜਾਂਦਾ ਹੈ। ਹੁਣ ਜਿਵੇਂ ਤੁਹਾਨੂੰ ਮੈਂ ਇੱਕ ਵਾਕ ਲਿਖਿਆ ਹੋਇਆ, ਦੇਖੋ ਆ ਦੇਖੋ, ਰੋਕੋ ਨਾ ਜਾਣ ਦਿਓ। ਠੀਕ ਹੈ ਜੀ, ਹੁਣ ਤੁਸੀਂ ਦੱਸੋ ਰੋਕੋ ਨਾ ਜਾਣ ਦਿਓ, ਇੱਥੇ ਕੋਮਾ ਲੱਗਿਆ ਹੋਇਆ। ਹੁਣ ਮੈਂ ਬੋਲਦਾ ਰੋਕੋ ਨਾ, ਤਾਂ ਕੋਮੇ ਦਾ ਮਤਲਬ ਕੀ ਹੈ, ਕੁਝ ਦੇਰ ਵਾਸਤੇ ਵਿਸ਼ਰਾਮ ਹੈ। ਰੋਕੋ ਨਾ ਜਾਣ ਦਿਓ, ਤੇ ਇਸ ਦਾ ਮੀਨਿੰਗ ਕੀ ਨਿਕਲ ਰਿਹਾ ਹੈ ਵੀ ਉਹ ਬੰਦੇ ਨੂੰ ਜਾ ਲੈਣ ਦਿਓ ਭਾਈ, ਰੋਕੋ ਨਾ। ਹੁਣ ਜੇ ਮੈਂ ਅਗਲਾ ਸ਼ਬਦ ਇੱਥੇ ਕੋਮਾ ਲਾ ਦੇਵਾਂ ਤਾਂ ਕੀ ਬਣ ਗਿਆ, ਰੋਕੋ ਨਾ ਜਾਣ ਦਿਓ। ਤਾਂ ਦੇਖੋ ਸ਼ਬਦ ਸਾਰੇ ਇੱਕੋ ਹੀ ਆ, ਵਾਕ ਸੇਮ ਹੈ, ਰੋਕੋ ਨਾ ਜਾਣ ਦਿਓ, ਰੋਕੋ ਨਾ ਜਾਣ ਦਿਓ। ਤਾਂ ਕਹਿਣ ਦਾ ਮਤਲਬ ਵਿਸ਼ਰਾਮ ਚਿੰਨ੍ਹ ਜਿਹੜੇ ਹੁੰਦੇ ਆ ਰਾਜੇ, ਉਹਦੀ ਬਹੁਤ ਜ਼ਿਆਦਾ ਮਹੱਤਤਾ ਹੁੰਦੀ ਹੈ ਕਿਸੇ ਵੀ ਲੈਂਗੁਏਜ ਦੇ ਵਿੱਚ, ਤਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੰਕਚੁਏਸ਼ਨ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਰਾਜੇ, ਜਿਵੇਂ ਹੁਣ ਕਹਿੰਦੇ ਜੀ ਜਿਹੜੇ ਪੰਜਾਬੀ ਦੇ ਵਿੱਚ ਜਿਵੇਂ ਆਪਾਂ ਬਹੁਤ ਜ਼ਿਆਦਾ ਕੀ ਕਰਦੇ ਹਾਂ, ਵਿਸ਼ਰਾਮ ਚਿੰਨ੍ਹ ਜਿਹੜਾ ਯੂਜ਼ ਕਰਦੇ ਹਾਂ ਰਾਜੇ, ਡੰਡੀ ਦੀ ਵਰਤੋਂ ਕਰਦੇ ਹਾਂ। ਡੰਡੀ ਹੁੰਦਾ ਜਿੱਥੇ ਆਪਣੀ ਕੋਈ ਵਾਕ ਖਤਮ ਹੋ ਜਾਂਦਾ, ਜਿਵੇਂ ਆਪਾਂ ਡਾਟ ਲਾਉਣੇ ਆ ਇੰਗਲਿਸ਼ ਦੇ ਵਿੱਚ। ਠੀਕ ਹੈ, ਜਾਂ ਫਿਰ ਆਪਾਂ ਕੋਮਾ ਬਿੰਦੀ ਲਾਉਣੇ ਆ, ਦੁਬਿੰਦੀ ਲਾਉਣੇ ਆ, ਪ੍ਰਸ਼ਨ ਚਿੰਨ੍ਹ ਲਾਉਣੇ ਆ, ਵਿਸਮਿਕ ਚਿੰਨ੍ਹ ਲਾਉਣੇ ਆ, ਇਹ ਸਾਰੇ ਕੀ ਨੇ ਆਪਣੇ ਵਿਸ਼ਰਾਮ ਚਿੰਨ੍ਹ। ਤਾਂ ਇੱਥੇ ਦੇਖੋ ਰਾਜੇ ਵਿਸ਼ਰਾਮ ਦਾ ਮਤਲਬ ਕੀ ਹੁੰਦਾ ਹੈ। ਵਿਸ਼ਰਾਮ ਦੇਖੋ, ਤੁਸੀਂ ਕਹੋਗੇ ਵਿਸ਼ਰਾਮ ਕਰੋ, ਉਹਦਾ ਮਤਲਬ ਕੀ ਹੁੰਦਾ ਹੈ, ਆਰਾਮ ਕਰਨਾ। ਵਿਸ਼ਰਾਮ ਦਾ ਮਤਲਬ ਕੀ ਹੁੰਦਾ, ਆਰਾਮ। ਜਾਂ ਆਪਾਂ ਕਹਿ ਸਕਦੇ ਕੁਝ ਦੇਰ ਵਾਸਤੇ ਰੁਕਣਾ, ਜਾਂ ਆਪਾਂ ਕਹਿ ਦਿੰਦੇ ਹਾਂ ਅਟਕਾਓ, ਕੁਝ ਦੇਰ ਵਾਸਤੇ ਅਟਕਾਓ। ਅਟਕਾਓ ਕਹਿ ਸਕਦੇ ਹਾਂ, ਠਹਿਰਾਓ ਕਹਿ ਸਕਦੇ ਹਾਂ, ਹਨਾ, ਠਹਿਰਾਓ। ਠੀਕ ਹੈ, ਠਹਿਰਾਓ। ਜਾਂ ਆਪਾਂ ਕਹਿ ਸਕਦੇ ਹਾਂ ਰੁਕਣਾ। ਠੀਕ ਹੈ ਜੀ, ਜਿਵੇਂ ਵਿਸ਼ਰਾਮ ਨੂੰ ਕੀ ਕਹਿ ਦਿੰਦੇ ਆਪਾਂ, ਰੁਕਣਾ। ਤਾਂ ਚਿੰਨ੍ਹ ਦਾ ਮਤਲਬ ਕੀ ਹੁੰਦਾ ਹੈ, ਸਿੰਬਲ ਕਹਿ ਸਕਦੇ ਹਾਂ ਆਪਾਂ। ਜਿਵੇਂ ਹੁਣ ਆ ਇੱਕ ਕੁਐਸਚਨ ਮਾਰਕ ਕੀ ਹੈ ਆਪਣਾ, ਇੱਕ ਚਿੰਨ੍ਹ ਹੈ, ਸਿੰਬਲ ਹੈ, ਤਾਂ ਵਿਸ਼ਰਾਮ ਪਲੱਸ ਚਿੰਨ੍ਹ। ਠੀਕ ਹੈ ਜੀ, ਵਿਸ਼ਰਾਮ ਜਿਵੇਂ ਹੁਣ ਦੇਖੋ ਇੱਥੇ ਵਿਸ਼ਰਾਮ ਲਿਆ ਆਪਾਂ, ਰੋਕੋ ਨਾ, ਵਿਸ਼ਰਾਮ ਲੈ ਲਿਆ, ਜਾਣ ਦਿਓ, ਤਾਂ ਵਾਕ ਦਾ ਕੀ ਹੋ ਗਿਆ, ਮੀਨਿੰਗ ਵੱਖਰਾ ਹੋ ਗਿਆ। ਤਾਂ ਹੁਣ ਤੁਹਾਨੂੰ ਆਪਾਂ ਵਿਸ਼ਰਾਮ ਚਿੰਨ੍ਹ ਪੜਾਉਣੇ ਆ ਪੰਜਾਬੀ ਦੇ ਵਿੱਚ, ਕਿਹੜੇ ਕਿਹੜੇ ਵਿਸ਼ਰਾਮ ਚਿੰਨ੍ਹ ਹੁੰਦੇ ਆ ਰਾਜੇ, ਇੱਥੋਂ ਵੀ ਬਹੁਤ ਕੁਐਸਚਨ ਪੁੱਛੇ ਜਾਂਦੇ ਆ। ਤਾਂ ਪੰਜਾਬੀ ਦੇ ਵਿੱਚ ਜਿਹੜੀ ਜ਼ਿਆਦਾ ਵਰਤੋਂ ਹੁੰਦੀ ਰਾਜੇ, ਡੰਡੀ ਦੀ ਵਰਤੋਂ ਹੁੰਦੀ ਹੈ, ਬਟ ਹੁਣ ਕੀ ਅੱਜ ਕੱਲ੍ਹ ਦੇਖੋ ਵਿਸ਼ਰਾਮ ਚਿੰਨ੍ਹ ਜ਼ਿਆਦਾ ਹੋ ਗਏ। ਠੀਕ ਹੈ ਜੀ, ਵਿਸ਼ਰਾਮ ਚਿੰਨ੍ਹ ਆਪਾਂ ਨੂੰ ਜ਼ਿਆਦਾ ਵਰਤਣੇ ਪੈਂਦੇ ਆ। ਤਾਂ ਡੰਡੀ ਦਾ ਹੁਣ ਦੇਖੋ ਪੰਜਾਬੀ ਦੇ ਵਿੱਚ ਡੰਡੀ ਜਾਂ ਪੂਰਨ ਵਿਸ਼ਰਾਮ ਕਹਿ ਦਿੰਦੇ ਆ। ਪੂਰਨ ਵਿਸ਼ਰਾਮ ਕਿਹਨੂੰ ਕਹਿੰਦੇ, ਜਿਹਨੂੰ ਤੁਸੀਂ ਅੰਗਰੇਜ਼ੀ ਦੇ ਵਿੱਚ ਕੀ ਕਹਿ ਦਿੰਦੇ ਆ, ਫੁੱਲ ਸਟਾਪ। ਫੁੱਲ ਸਟਾਪ ਦਾ ਮਤਲਬ ਕੀ ਹੈ, ਕਿ ਜਿੱਥੇ ਲਾਈਨ ਖਤਮ ਹੋ ਗਈ। ਜਿਵੇਂ ਹੁਣ ਮੈਂ ਕਹਤਾ ਕਿ ਇਹ ਮੇਰਾ ਸਕੂਟਰ ਹੈ, ਉਹਦੇ ਵਿੱਚ ਮੈਂ ਆ ਲਾਤਾ, ਤਾਂ ਇੱਥੇ ਕੀ ਹੋ ਗਿਆ, ਇਹ ਪੂਰਾ ਮੀਨਿੰਗ ਖਤਮ ਹੋ ਗਿਆ, ਵਾਕ ਖਤਮ ਹੋ ਗਿਆ। ਜਾਂ ਆਪਾਂ ਕੌਮੇ ਦੀ ਵਰਤੋਂ ਕਰਦੇ ਹਾਂ ਰਾਜੇ, ਕੌਮੇ ਦੀ ਵਰਤੋਂ ਆਪਾਂ ਕਰਦੇ ਹਾਂ ਦੋ ਚੀਜ਼ਾਂ ਨੂੰ ਵੱਖਰਾ ਕਰਨ ਵਾਸਤੇ। ਪ੍ਰਸ਼ਨ ਚਿੰਨ੍ਹ ਦੀ ਵਰਤੋਂ ਕਰਦੇ ਜਦੋਂ ਆਪਾਂ ਕੋਈ ਕੁਐਸਚਨ ਪੁੱਛ ਰਹੇ ਹੁੰਦੇ, ਜਿਹਨੂੰ ਕਹਿ ਦਿੰਦੇ ਸਾਈਨ ਆਫ ਇੰਟਰੋਗੇਸ਼ਨ। ਠੀਕ ਹੈ ਜੀ, ਅਰਧ ਵਿਸ਼ਰਾਮ ਜਿਹਨੂੰ ਆਪਾਂ ਕਹਿ ਦਿੰਦੇ ਸੈਮੀ ਕੋਲਨ। ਠੀਕ ਹੈ ਜੀ, ਆਹ ਦੇਖੋ ਸੈਮੀ ਕੋਲਨ ਪਾਉਣੇ ਨਾ, ਉੱਤੇ ਬਿੰਦੀ, ਥੱਲੇ ਕੀ ਹੈ, ਕੋਮਾ। ਅੱਗੇ ਕਹਿੰਦੇ ਜੀ ਦੁਬਿੰਦੀ ਕਹਿ ਦਿੰਦੇ ਆ, ਜਾਂ ਕਾਲਮ ਕਹਿ ਦਿੰਦੇ ਆ, ਬਿੰਦੀ ਕੋਮਾ, ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਕੀ ਕਹਿ ਦਿੰਦੇ ਆ, ਕੋਲਨ, ਆ ਸਿੰਗਲ ਕੋਲਨ। ਅੱਗੇ ਕਹਿ ਦਿੰਦੇ ਆਪਾਂ ਵਿਸ਼ਰਾਮ ਚਿੰਨ੍ਹ, ਵਿਸ਼ਰਾਮ ਚਿੰਨ੍ਹ ਨੂੰ ਕਹਿ ਦਿੰਦੇ ਆ। ਠੀਕ ਹੈ ਜੀ, ਤੁਸੀਂ ਆਪਣਾ ਕਹਿ ਦਿੰਦੇ ਆ ਸਾਈਨ ਆਫ, ਠੀਕ ਹੈ, ਐਕਸਕਲੇਮੇਸ਼ਨ। ਠੀਕ ਹੈ ਜੀ, ਸਾਈਨ ਆਫ ਐਕਸਕਲੇਮੇਸ਼ਨ। ਠੀਕ ਹੈ, ਵਿਸ਼ਰਾਮ ਚਿੰਨ੍ਹ। ਜਾਂ ਫਿਰ ਆਪਾਂ ਅੱਗੇ ਜਿਹੜੇ ਵਰਤਦੇ ਆ ਪੁੱਠੇ ਕੋਮੇ, ਜਿਹਨੂੰ ਆਪਾਂ ਕਹਿ ਦਿੰਦੇ ਆ ਇਨਵਰਟਿਡ ਕੋਮਾ। ਪੁੱਠੇ ਕੋਮੇ ਸਮਝ ਗਏ, ਜਿਵੇਂ ਆਪਾਂ ਕਿਸੇ ਗੱਲ ਨੂੰ ਕੀ ਹੈ ਸਪੈਸ਼ਲ ਦੱਸਣਾ ਹੋਵੇ। ਠੀਕ ਹੈ, ਮੈਂ ਸਮਝਾਉਣਾ ਵੀ ਕਿੱਥੇ ਕਿੱਥੇ ਵਰਤੋਂ ਹੁੰਦੀ ਹੈ, ਸਿਰਫ ਅਜੇ ਮੈਂ ਤੁਹਾਨੂੰ ਇਹਦੇ ਨਾਲ ਇੰਟਰੋਡਿਊਸ ਕਰਾ ਰਿਹਾ। ਬ੍ਰੈਕਟ, ਜਿਵੇਂ ਬ੍ਰੈਕਟ ਆਪਣੀ ਗੋਲ ਬ੍ਰੈਕਟ ਵੀ ਹੁੰਦੀ ਹੈ, ਸਕੁਅਰ ਬ੍ਰੈਕਟ ਵੀ ਹੁੰਦੀ ਹੈ, ਡਾਟ ਜਿਹਨੂੰ ਆਪਾਂ ਬਿੰਦੀ ਕਹਿ ਦਿੰਦੇ ਆ। ਠੀਕ ਹੈ ਜੀ, ਛੁੱਟ ਮਰੋੜੀ। ਹੁਣ ਛੁੱਟ ਮਰੋੜੀ ਤੁਹਾਨੂੰ ਨਹੀਂ ਪਤਾ ਹੋਊਗਾ ਪੰਜਾਬੀ ਦੇ ਵਿੱਚ। ਠੀਕ ਹੈ, ਛੁੱਟ ਮਰੋੜੀ ਤੁਹਾਨੂੰ ਪਤਾ ਕੀ ਹੁੰਦਾ, ਜਿਵੇਂ ਆਪਾਂ ਕੋਈ ਚੀਜ਼ ਅਧੂਰੀ ਲਿਖਦੇ ਆ, ਉਹਨੂੰ ਪੂਰਾ ਕਰਨ ਵਾਸਤੇ ਹੁੰਦਾ, ਜਿਹਨੂੰ ਆਪਾਂ ਕਹਿ ਦਿੰਦੇ ਆ ਆਪਾਂ ਕੀ ਕਹਿ ਦਿੰਦੇ ਆ, ਅਪੋਸਟ੍ਰੈਫੀ। ਠੀਕ ਹੈ, ਅਪੋਸਟ੍ਰੈਫੀ ਕਹਿ ਦਿੰਦੇ ਨਾ, ਜਿਵੇਂ ਆਪਾਂ ਜਿਵੇਂ ਤੁਸੀਂ ਲਾਉਂਦੇ ਹੀ ਹੋਵੋਗੇ ਇਸ ਤਰ੍ਹਾਂ, ਤੁਹਾਨੂੰ ਮੈਂ ਚਲੋ ਅੱਗੇ ਕਿ ਵਾਕ ਕਰਾਉਂਗਾ ਸਮਝ ਆ ਜਾਊਗੀ। ਡੈਸ਼ ਲਾਉਣੇ ਆਪਾਂ ਰਾਜੇ। ਠੀਕ ਹੈ, ਇਸ ਤੋਂ ਬਾਅਦ ਆਪਾਂ ਲਾਉਣੇ ਆ ਜੀ ਦੁਬਿੰਦੀ ਡੈਸ਼, ਇਸ ਤਰ੍ਹਾਂ ਦੁਬਿੰਦੀ ਡੈਸ਼, ਜਿਹਨੂੰ ਆਪਾਂ ਕੋਲਨ ਐਂਡ ਡੈਸ਼ ਬੋਲਦੇ ਆ। ਇੱਕ ਆਪਾਂ ਲਾਉਣੇ ਹਾਈਫਨ, ਜਿਹਨੂੰ ਕਹਿ ਦਿੰਦੇ ਜੋੜਨੀ। ਡੈਸ਼ ਤੇ ਜੋੜਨੀ ਇੱਕੋ ਜਿਹੇ ਹੁੰਦੇ ਆ, ਲੇਕਿਨ ਜਿਹੜਾ ਜੋੜਨੀ ਹੁੰਦੀ ਆ ਉਹ ਛੋਟੀ ਹੁੰਦੀ ਆ, ਡੈਸ਼ ਜਿਹੜਾ ਹੁੰਦਾ ਇਸ ਤੋਂ ਵੱਡਾ ਹੁੰਦਾ। ਤਾਂ ਆਪਾਂ ਪੜ੍ਹਦੇ ਆ ਵੀ ਕਿੱਥੇ ਕਿੱਥੇ ਇਹਨਾਂ ਦੀ ਵਰਤੋਂ ਹੁੰਦੀ ਹੈ ਰਾਜੇ। ਸਭ ਤੋਂ ਪਹਿਲਾਂ ਪੜ੍ਹਦੇ ਆਪਾਂ ਡੰਡੀ। ਡੰਡੀ ਨੂੰ ਕੀ ਕਹਿੰਦੇ ਰਾਜੇ, ਪੂਰਨ ਵਿਸ਼ਰਾਮ ਕਹਿ ਦਿੰਦੇ, ਜਾਂ ਫਿਰ ਠਹਿਰਾਓ ਦਾ ਚਿੰਨ੍ਹ ਹੈ, ਜਿੱਥੇ ਪੂਰਨ ਵਿਸ਼ਰਾਮ ਹੋਊਗਾ। ਜਿਵੇਂ ਕਹਿੰਦਾ ਜੀ ਸਧਾਰਨ ਵਾਕਾਂ ਦੇ ਅੰਤ ਦੇ ਵਿੱਚ ਪੂਰਨ ਵਿਸ਼ਰਾਮ ਲਾਇਆ ਜਾਂਦਾ, ਜਿਵੇਂ ਕਹਿ ਦਿੰਦੇ ਹਰਜੀਤ ਸਕੂਲ ਜਾ ਰਿਹਾ ਹੈ, ਤਾਂ ਇਹ ਪੂਰਾ ਵਾਕ ਇੱਥੇ ਕੀ ਹੋ ਗਿਆ, ਪੂਰਾ ਹੋ ਗਿਆ। ਇਹ ਕੌਣ ਦੱਸ ਰਿਹਾ ਆਪਾਂ ਨੂੰ ਵਾਕ ਪੂਰਾ ਹੋ ਗਿਆ, ਡੰਡੀ ਦੱਸ ਰਹੀ ਹੈ। ਮੈਂ ਅਨੀਤਾ ਬਾਰੇ ਜਾਣਨਾ ਚਾਹੁੰਦੀ ਸੀ ਕਿ ਉਹ ਕਿੱਥੇ ਹੈ, ਤਾਂ ਇੱਥੇ ਜੇ ਡੰਡੀ ਲੱਗੀ ਹੁੰਦੀ ਰਾਜੇ, ਵਾਕ ਇੱਥੇ ਪੂਰਾ ਹੋ ਜਾਂਦਾ, ਪਰ ਡੰਡੀ ਇੱਥੇ ਲੱਗੀ ਹੈ, ਤਾਂ ਕਹਿਣ ਦਾ ਮਤਲਬ ਵਾਕ ਇੱਥੇ ਪੂਰਾ ਹੋ ਰਿਹਾ, ਇੱਥੇ ਹੋ ਰਿਹਾ। ਹੁਣ ਕੋਮਾ, ਕੋਮਾ ਕਹਿੰਦਾ ਜੀ ਕੋਮੇ ਦੀ ਵਰਤੋਂ ਆਪਾਂ ਕਰਦੇ ਇੱਥੇ ਥੋੜਾ ਜਿਹਾ ਵਿਸ਼ਰਾਮ ਲੈਣਾ ਹੋਵੇ, ਕੁਛ ਮਤਲਬ ਕਿ ਕੁਛ ਦੇਰ ਵਾਸਤੇ ਘੱਟ ਵਿਸ਼ਰਾਮ ਲੈਣਾ ਹੋਵੇ। ਜਿਵੇਂ ਆਪਾਂ ਕਹਿ ਦਿੰਦੇ ਅਮਿਤ, ਰਾਮ, ਸ਼ਾਮ ਅਤੇ ਸਮੀਰ, ਤਾਂ ਦੇਖੋ ਮੈਂ ਥੋੜਾ ਜਿਹਾ ਵਿਸ਼ਰਾਮ ਲਿਆ। ਅੱਗੇ ਆ ਗਿਆ ਜੀ ਪ੍ਰਸ਼ਨ ਚਿੰਨ੍ਹ।
ਪ੍ਰਸ਼ਨ ਜਦੋਂ ਆਪਾਂ ਕੋਈ ਕਿਸੇ ਤੋਂ ਆਪਾਂ ਕੋਈ ਕੁਐਸਚਨ ਪੁੱਛਦੇ ਆ ਤਾਂ ਉਹਦੇ ਅੰਤ ਦੇ ਵਿੱਚ ਲਾਉਣੇ ਹੁੰਦੇ ਆਪਾਂ ਪ੍ਰਸ਼ਨ। ਦੇਖੋ ਜਿਵੇਂ ਆਪਾਂ ਕਹਿੰਦੇ ਆ ਸਕੂਲੋਂ ਛੁੱਟੀ ਕਦੋਂ ਹੁੰਦੀ ਹੈ, ਤੂੰ ਕਿੱਥੇ ਜਾ ਰਿਹਾ ਹੈ, ਕੱਲ ਵੀਡੀਓ ਕਿਉਂ ਨਹੀਂ ਆਈ, ਸਰ ਜੀ ਤੁਸੀਂ ਕਿੱਥੇ ਰਹਿੰਦੇ ਹੋ। ਤਾਂ ਪਿੱਛੇ ਕੀ ਆਊਗਾ ਰਾਜੇ, ਕੁਐਸਚਨ ਮਾਰਕ ਆਊਗਾ, ਤੁਸੀਂ ਮੇਰੇ ਤੋਂ ਕੁਐਸਚਨ ਪੁੱਛ ਰਹੇ ਹੋ। ਅੱਗੇ ਆ ਗਿਆ ਜੀ ਤੁਹਾਡਾ ਬਿੰਦੀ ਤੇ ਕੌਮਾ, ਠੀਕ ਹੈ ਜੀ। ਇਸ ਦੀ ਵਰਤੋਂ ਕਹਿੰਦੇ ਅੱਜ ਕੱਲ ਜ਼ਿਆਦਾ ਨਹੀਂ ਹੁੰਦੀ ਰਾਜੇ, ਤੁਸੀਂ ਦੇਖਿਆ ਹੀ ਹੋਊਗਾ, ਠੀਕ ਹੈ ਜੀ। ਇਹਦੀ ਵਰਤੋਂ ਹੁੰਦੀ ਹੈ ਜਿੱਥੇ ਆਪਾਂ ਕੌਮੇ ਨਾਲੋਂ ਵੱਧ ਵਿਸ਼ਰਾਮ ਦੇਣਾ ਹੋਵੇ, ਡੰਡੀ ਨਾਲੋਂ ਘੱਟ ਦੇਣਾ ਹੋਵੇ। ਡੰਡੀ ਦਾ ਕੀ ਹੋਗੀ, ਅੰਤ ਹੋ ਗਿਆ, ਕੌਮਾ ਕੀ ਹੋ ਗਿਆ, ਘੱਟ ਵਿਸ਼ਰਾਮ। ਦੋਵਾਂ ਦੇ ਵਿਚਕਾਰ ਜਿਹੜਾ ਲਾਈ ਕਰਦਾ ਰਾਜੇ ਨੂੰ ਕਹਿ ਦਿੰਦੇ ਬਿੰਦੀ ਪਲੱਸ ਕੌਮਾ। ਤਾਂ ਦੇਖੋ ਬਿੰਦੀ ਤੇ ਕੌਮਾ। ਤਾਂ ਜਿਵੇਂ ਕਹਿੰਦਾ ਜੀ ਤੁਹਾਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ ਤਾਂ ਹੀ ਤੁਸੀਂ ਪਾਸ ਹੋ ਸਕੋਗੇ। ਤਾਂ ਇੱਥੇ ਜਿਹੜਾ ਹੈਗਾ ਜੀ ਤੁਹਾਡਾ ਬਿੰਦੀ ਕੌਮੇ ਦੀ ਵਰਤੋਂ ਹੋਈ। ਦੁਬਿੰਦੀ ਦੀ ਵਰਤੋਂ ਹੁੰਦੀ ਹੈ ਰਾਜੇ ਜਦੋਂ ਆਪਾਂ ਕੋਈ ਚੀਜ਼ ਨੂੰ ਸ਼ਾਰਟ ਦੇ ਵਿੱਚ ਲਿਖਣਾ ਹੋਵੇ, ਫੁੱਲ ਫਾਰਮ ਨਾ ਲਿਖਣੀ ਹੋਵੇ। ਜਿਵੇਂ ਆਪਾਂ ਲਿਖਦੇ ਨਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੱਸਾ ਦੋ ਬਿੰਦੀਆਂ, ਸੱਸੇ ਨੂੰ ਬਿਹਾਰੀ ਦੋ ਬਿੰਦੀਆਂ, ਸੱਸੇ ਨੂੰ ਦਲਾਵਾਂ ਦੋ ਬਿੰਦੀਆਂ, ਸੱਸੇ ਨੂੰ ਸੱਸਾ ਕੱਲਾ। ਜਿਵੇਂ ਆਪਾਂ ਕਹਿ ਦਈਏ ਆਪਾਂ MCA ਕੀਤੀ ਹੈ, ਮੈਂ ਕਹਿੰਦਾ ਜੀ ਮੈਂ MCA ਕੀਤੀ ਹੈ, ਆਪਾਂ ਲਿਖਦੇ ਨਾ M.C.A। ਇਹ ਤਾਂ ਅੰਗਰੇਜ਼ੀ ਚ ਲਿਖਦੇ ਆ ਆਪਾਂ, ਜੇ ਪੰਜਾਬੀ ਚ ਲਿਖਣਾ ਹੋਵੇ ਆਪਾਂ ਲਿਖਾਂਗੇ MCA। ਮੈਂ ਕੀ ਕੀਤਾ ਜੀ, ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨਸ ਕੀਤੀ ਹੈ। ਤਾਂ ਇਹਦੇ ਵਾਸਤੇ ਵਰਤਿਆ ਜਾਂਦਾ ਰਾਜੇ। ਕਹਿੰਦਾ ਜੀ ਕਿਸੇ ਸ਼ਬਦ ਹੋ ਗਏ, ਜਿਵੇਂ ਕੋਈ ਵਿਕਾਂਸ਼ ਹੋ ਗਈ, ਉਪਵਾਕ ਹੋ ਗਏ, ਉਹਦੀ ਵਿਆਖਿਆ ਜਾਂ ਵੇਰਵੇ ਤੋਂ ਪਹਿਲਾਂ ਦਵਿੰਦੀ ਦੀ ਵਰਤੋਂ ਕੀਤੀ ਜਾਂਦੀ। ਜਿਵੇਂ ਆ ਦੇਖੋ ਲਿਖਿਆ ਨਾ ਜਿਵੇਂ, ਤਾਂ ਜਿਵੇਂ ਤੋਂ ਪਹਿਲਾਂ ਕੀ ਲਿਖਿਆ ਵੇਖੋ, ਆ ਦੋ ਤੇ ਆਹ, ਇੱਥੇ ਦਵਿੰਦੀ ਦੀ ਵਰਤੋਂ ਹੁੰਦੀ ਹੈ। ਤਾਂ ਗੱਲ ਸਮਝ ਆ ਗਈ ਤੁਹਾਨੂੰ, ਠੀਕ ਹੈ ਜੀ। ਹੁਣ ਜਿਵੇਂ ਕਹਿੰਦਾ ਜੀ ਮੇਰੇ ਮਨ ਭਾਉਂਦੇ ਪੰਜਾਬੀ ਸਾਹਿਤਕਾਰ ਹਨ ਨਾਨਕ ਸਿੰਘ ਕੌਮਾ, ਅਮਰਤਾ ਪ੍ਰੀਤਮ, ਜਸਵੰਤ ਸਿੰਘ, ਕਮਲ ਅਤੇ ਈਸ਼ਵਰ ਚੰਦਰ ਨੰਦਾ। ਸੌਰੀ ਆ ਮੇਰੇ ਤੋਂ ਵੈਸੇ ਬੋਲਿਆ ਗਿਆ, ਆ ਦਵਿੰਦੀ ਹੋ ਰਹੀ ਹੈ ਨਾ, ਆ ਡਬਲ ਵਾਲੀ ਸਿੰਗਲ ਕਾਲਨ ਜਿਹਨੂੰ ਆਪਾਂ ਕਹਿ ਦਿੰਦੇ ਆ। ਤਾਂ ਦੇਖੋ ਲਿਖਿਆ ਹੋਇਆ ਪ੍ਰੀਤਮ ਸਿੰਘ, ਈਸ਼ਵਰ ਚੰਦਰ ਨੰਦਾ, ਆ ਲਿਖਿਆ ਨਾ ਸਾਹਿਤਕਾਰ ਹਨ। ਜਾਂ ਆਪਾਂ ਕਹਿ ਦਿੰਦੇ ਆ ਕਿ PSSS ਬੋਰਡ ਦੇ ਸਿਲੇਬਸ ਦੇ ਵਿੱਚ ਕਿਹੜੇ ਸਬਜੈਕਟ ਹਨ, ਠੀਕ ਹੈ ਜੀ, ਜਾਂ ਇਹ ਸਬਜੈਕਟ ਹਨ ਕਿਹੜੇ, ਠੀਕ ਹੈ ਜੀ। ਕੰਪਿਊਟਰ ਦੇਖੋ ਉਹਨੂੰ ਐਕਸਪਲੇਨ ਕਰਨ ਵਾਸਤੇ ਮੈਂ ਕੀ ਲਾਤੀ ਜੀ, ਇੱਥੇ ਸਿੰਗਲ ਕਾਲਨ ਲਾਤਾ, ਜਿਹਨੂੰ ਆਪਾਂ ਕਹਿੰਦੇ ਨੇ ਦਵਿੰਦੀ, ਠੀਕ ਹੈ। ਦੋ ਤਰ੍ਹਾਂ ਨਾਲ ਵਰਤੋਂ ਹੁੰਦੀ ਹੈ। ਵਿਸ਼ਰਾਮ ਚਿੰਨ੍ਹ ਹੋ ਗਿਆ ਰਾਜੇ, ਜਿਹਨੇ ਕਹਿੰਦਾ ਜੀ ਉਹ ਚਿੰਨ੍ਹ ਜਾਂ ਉਹ ਵਾਕ ਜਾਂ ਸ਼ਬਦਾਂ ਦੇ ਪਿੱਛੇ ਵਰਤਿਆ ਜਾਂਦਾ ਜਿਹੜੇ ਮਨ ਦੇ ਕਿਸੇ ਭਾਵ, ਖੁਸ਼ੀ, ਗਮ ਨੂੰ ਕੀ ਕਰਨ, ਪ੍ਰਗਟ ਕਰਨ। ਤੁਹਾਨੂੰ ਮੈਂ ਵਿਸਮਿਕ ਕਰਾਏ ਸੀ ਨਾ, ਵਿਸਮਿਕ ਚਿੰਨ੍ਹ, ਠੀਕ ਹੈ ਜੀ, ਵਿਸਮਿਕ ਚਿੰਨ੍ਹ। ਤਾਂ ਵਿਸਮਿਕ ਚਿੰਨ੍ਹ ਕਿਹੜੇ ਹੁੰਦੇ ਆ, ਜਿਵੇਂ ਕੋਈ ਖੁਸ਼ੀ ਗਮੀ ਨੂੰ ਪ੍ਰਗਟ ਕਰਨਗੇ, ਵਾਹ ਕਿੰਨਾ ਸੋਹਣਾ ਫੁੱਲ ਹੈ, ਸਦਕੇ ਜਾਵਾਂ ਬੱਲੇ ਬੱਲੇ, ਕਾਸ਼, ਵਾਹਿਗੁਰੂ। ਤਾਂ ਇਹ ਮੈਂ ਤੁਹਾਨੂੰ ਕਰਾ ਚੁੱਕਿਆ ਵਿਸਮਿਕ ਚਿੰਨ੍ਹ, ਸੌਰੀ ਮੇਰੇ ਤੋਂ ਪਿੱਛੇ ਲੱਗਦਾ ਵਿਸ਼ਰਾਮ ਚਿੰਨ੍ਹ ਬੋਲਿਆ ਗਿਆ ਰਾਜੇ, ਵਿਸਮਿਕ ਚਿੰਨ੍ਹ ਹੈ। ਇੱਥੇ ਸ਼ਾਇਦ ਮੈਂ ਗਲਤ ਬੋਲ ਗਿਆ, ਧਿਆਨ ਰੱਖਿਓ, ਵਿਸਮਿਕ ਚਿੰਨ੍ਹ ਹੈ, ਠੀਕ ਹੈ ਜੀ। ਤਾਂ ਅੱਗੇ ਆ ਗਏ ਜੀ ਤੁਹਾਡੇ ਪੁੱਠੇ ਕੋਮੇ, ਇਨਵਰਟਡ ਕੋਮਾ ਰਾਜੇ। ਤਾਂ ਜਿਵੇਂ ਹੁਣ ਆਪਾਂ ਕਿਸੇ ਦੀ ਕਹੀ ਹੋਈ ਗੱਲ ਨੂੰ ਸੇਮ ਉਵੇਂ ਦੱਸਣਾ ਹੋਵੇ, ਜੋ ਆਪਾਂ ਨੂੰ ਕਿਹਾ ਆਪਾਂ ਅੱਗੇ ਜਾ ਕੇ ਸੇਮ ਕਾਪੀ ਪੇਸਟ ਕਰਨਾ ਹੋਵੇ। ਕਹਿੰਦਾ ਜੀ ਮਗਰਮੱਛ ਨੇ ਬਾਂਦਰ ਨੂੰ ਕਿਹਾ, ਵਾਹ ਭਾਈ ਭਰਜਾਈ ਨਾਲੋਂ ਕੋਈ ਦਿਲ ਚੰਗਾ ਸੀ, ਪਰ ਮੈਂ ਤਾਂ ਜਾਮਨ ਤੇ ਛੱਡ ਆਇਆ, ਹੁਣ ਕੀ ਬਣੂਗਾ, ਹੁਣ ਕੀ ਬਣੂ। ਤਾਂ ਜਿਹੜੀ ਗੱਲ ਹੈਗੀ ਉਹਨੇ ਕੀ ਕਰਤਾ, ਇਨਵਰਟਡ ਕੋਮਾ ਦੇ ਵਿੱਚ ਲਿਖੀ ਹੋਈ ਹੈ। ਤਾਂ ਕਹਿੰਦਾ ਜੀ ਜਦੋਂ ਕਿਸੇ ਦੇ ਕਹੇ ਹੋਏ ਜਾਂ ਲਿਖੇ ਹੋਏ ਸ਼ਬਦਾਂ ਨੂੰ ਉਸੇ ਤਰ੍ਹਾਂ ਉਸੇ ਕਾਲ ਦੇ ਵਿੱਚ ਲਿਖਣਾ ਹੋਵੇ, ਜਿੱਥੋਂ ਆਪਾਂ ਕਾਪੀ ਪੇਸਟ ਕਰ ਰਹੇ ਹਾਂ ਸੇਮ ਆਪਾਂ ਲਿਖਣਾ ਹੋਵੇ, ਉੱਥੇ ਆਪਾਂ ਕੀ ਕਰਦੇ ਹਾਂ ਰਾਜੇ, ਡਬਲ ਕੋਟ ਦੇ ਵਿੱਚ ਪਾਉਣੇ ਆ, ਜਿਹਨੂੰ ਕਹਿੰਦੇ ਨੇ ਪੁੱਠੇ ਕੋਮੇ। ਬ੍ਰੈਕਟ ਦੀ ਵਰਤੋਂ ਤੁਹਾਨੂੰ ਪਤਾ ਹੀ ਹੈ ਰਾਜੇ, ਬ੍ਰੈਕਟ ਦੀ ਵਰਤੋਂ ਹੁੰਦੀ ਹੈ ਜਿਵੇਂ ਕੋਈ ਸ਼ਬਦ ਹੈਗਾ ਉਹਦੀ ਡਿਸਕ੍ਰਿਪਸ਼ਨ ਦੇਣੀ ਹੋਵੇ, ਉਹਦਾ ਅਰਥ ਹੋਰ ਪ੍ਰਗਟ ਕਰਨਾ ਹੋਵੇ, ਸਪਸ਼ਟ ਕਰਨਾ ਹੋਵੇ। ਜਿਵੇਂ ਲਿਖਿਆ ਗੀਤਾ ਹਰ ਸਮੇਂ ਸਿਆਣਪ ਤੋਂ ਕੰਮ ਲੈਂਦੀ ਹੈ। ਤਾਂ ਸਿਆਣਪ ਦਾ ਅਗਲਾ ਮਤਲਬ ਕਿ ਭਾਵ ਹੈਗਾ, ਅਰਥ ਹੈਗਾ, ਉਹ ਹੈਗਾ ਅਕਲ, ਠੀਕ ਹੈ। ਸਿਆਣਪ ਨੂੰ ਕੀ ਕਹਿ ਦਿੰਦੇ ਆ, ਅਕਲ ਕਹਿ ਦਿੰਦੇ ਆ। ਤਾਂ ਬ੍ਰੈਕਟ ਦੇ ਵਿੱਚ ਆਪਾਂ ਲਿਖ ਦਿੰਦੇ ਆ। ਕਹਿੰਦਾ ਜੀ ਬਿੰਦੀ ਵਿੱਚ ਇਸ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਇੰਨੀ ਨਹੀਂ ਹੁੰਦੀ ਪੰਜਾਬੀ ਦੇ ਵਿੱਚ, ਪਰ ਜਿਵੇਂ ਮੈਂ ਤੁਹਾਨੂੰ ਲਿਖਿਆ ਸੀਗਾ MB, BBS, MA, IAS, PhD, ਤਾਂ ਉੱਥੇ ਕੀ ਆ, ਇਹਦੀ ਵਰਤੋਂ ਹੁੰਦੀ ਹੈ। ਜਿਵੇਂ ਆਪਾਂ ਲਿਖਦੇ ਹਾਂ PhD, ਤਾਂ ਉੱਥੇ ਵਰਤੋਂ ਹੁੰਦੀ ਹੈ, ਠੀਕ ਹੈ ਜੀ। ਇਹ ਬਿੰਦੀ ਦੀ ਵਰਤੋਂ ਹੈ। ਅੱਗੇ ਆ ਗਿਆ ਜੀ ਆਪਣਾ ਛੁੱਟ ਮਰੋੜੀ, ਠੀਕ ਹੈ, ਜਿਹਨੂੰ ਮੈਂ ਤੁਹਾਨੂੰ ਕਰਾ ਕੇ ਆਇਆ ਪੋਸਟੋਗ੍ਰਾਫੀ, ਠੀਕ ਹੈ। ਪੋਸਟੋਗ੍ਰਾਫੀ ਦੀ ਵਰਤੋਂ ਕਿੱਥੇ ਹੁੰਦੀ ਹੈ, ਕਹਿੰਦਾ ਜਦੋਂ ਆਪਾਂ ਬੋਲਚਾਲ ਦੀ ਭਾਸ਼ਾ ਦੇ ਵਿੱਚ ਕੀ ਕਰਦੇ ਹਾਂ, ਕੁਝ ਅੱਖਰ ਅਧੂਰੇ ਛੱਡ ਦਿੰਦੇ ਆ, ਜਿਵੇਂ ਚੋਂ, ਜਿਵੇਂ ਕਹਿੰਦਾ ਸਾਡੀ ਰਿਹਾਇਸ਼ ਖੇਤ 'ਚ ਹੀ ਹੈ, ਚੋ ਦਾ ਮਤਲਬ ਕੀ ਹੈ, ਇੱਥੇ ਵਿੱਚ, ਇਹਦਾ ਚੋ ਦਾ ਮਤਲਬ ਕੀ ਹੈ, ਵਿੱਚ ਹੀ ਹੈ। ਚੰਗੇ ਇਨਸਾਨ ਕਦੇ ਮੱਥੇ ਤੇ ਵੱਟ ਨਹੀਂ ਪਾਉਂਦੇ, ਮੱਥੇ ਉੱਤੇ, ਠੀਕ ਹੈ। ਉੱਤੇ ਨੂੰ ਕੀ ਪਤਾ, ਮੈਂ ਸ਼ਾਰਟ ਦੇ ਵਿੱਚ ਲਿਖਤਾ ਤੇ, ਠੀਕ ਹੈ, ਇਹਨੂੰ ਕਹਿ ਦਿੰਦੇ ਪੋਸਟੋਗ੍ਰਾਫੀ। ਅੱਗੇ ਆ ਗਿਆ ਜੀ ਡੈਸ਼, ਕਹਿੰਦਾ ਜੀ ਵਿਸ਼ਰਾਮ ਚਿੰਨ੍ਹ ਵੇਖਣ ਨੂੰ ਜੋੜਨੀ ਵਰਗਾ ਹੈ, ਡੈਸ਼ ਪਰ ਇਹਦੀ ਲੰਬਾਈ ਕੀ ਹੁੰਦੀ ਹੈ, ਉਹਦੇ ਨਾਲ ਵੱਧ ਹੁੰਦੀ ਹੈ। ਤਾਂ ਜਿਵੇਂ ਕੋਈ ਹੋਰ ਗੱਲ ਨੂੰ ਸਪਸ਼ਟ ਕਰਨਾ ਹੋਵੇ, ਵਾਧੂ ਗੱਲ ਕਹੀ ਜਾਵੇ, ਤਾਂ ਡੈਸ਼ ਦੀ ਵਰਤੋਂ ਹੁੰਦੀ ਹੈ। ਜਿਵੇਂ ਕਹਿੰਦਾ ਜੀ ਸਾਡੀ ਘਰੇਲੂ ਬਗੀਚੀ ਵਿੱਚ ਸਬਜ਼ੀਆਂ, ਫੁੱਲ ਜੋ ਵੀ ਬੀਜਿਆ ਜਾਵੇ ਬਹੁਤ ਵਧੀਆ ਹੁੰਦਾ ਹੈ। ਆ ਦੇਖੋ ਵੱਡਾ ਡੈਸ਼ ਪਾਤਾ ਨਾ, ਬਹੁਤ ਵਧੀਆ ਹੁੰਦਾ ਹੈ। ਦੁਬਿੰਦੀ ਡੈਸ਼ ਆ ਗਿਆ ਰਾਜੇ, ਕਹਿੰਦਾ ਜਦੋਂ ਸ਼ਬਦ ਵਿਕਾਸ ਜਾਂ ਵਾਕ ਦੀ ਵਿਆਖਿਆ ਦੇਣ ਜਾਂ ਉਦਾਹਰਨ ਦੇਣ ਤੋਂ ਪਹਿਲਾਂ ਆਪਾਂ ਉਦਾਹਰਨ ਦਿੰਦੇ ਨਾ, ਜਿਵੇਂ ਹੁਣ ਲਿਖਿਆ ਹੋਇਆ ਜਿਵੇਂ, ਤਾਂ ਜਿਵੇਂ ਤੋਂ ਪਹਿਲਾਂ ਕੀ ਕਰਤਾ ਆਪਾਂ, ਇਸ ਤਰ੍ਹਾਂ ਪਾਤਾ, ਠੀਕ ਹੈ। ਜਿਵੇਂ ਕਹਤਾ ਜੀ ਕਿਵੇਂ ਕੋਈ ਨਾਮ ਜਾਂ ਪੜਨਾਮ ਜਾਂ ਕਿਸੇ ਨੂੰ ਖਾਸ ਨਾਮ ਜਾਂ ਕਿਸੇ ਖਾਸ ਥਾਂ ਬਾਰੇ ਕਹੀਏ, ਜਾਂ ਆਪਾਂ ਕਹਿ ਦਈਏ ਕੰਪਿਊਟਰ ਸਬਜੈਕਟ ਵਾਸਤੇ ਪੋਜ਼ਿਟਿਵ ਬਾਈ ਪੰਜਾਬ ਚੈਨਲ ਬਹੁਤ ਚੰਗਾ, ਜਾਂ ਕੰਪਿਊਟਰ ਪੜ੍ਹਨ ਵਾਸਤੇ
ਕਿਹੜਾ ਸਬਜੈਕਟ ਬਹੁਤ ਚੰਗਾ ਹੈ, ਜਿਵੇਂ ਬਹੁਤ ਸਾਰੇ ਸਬਜੈਕਟ ਮਤਲਬ ਕਿ ਚੈਨਲ ਚੰਗੇ ਨੇ, ਲਾਈਕ ਜਿਵੇਂ ਪੋਜ਼ਿਟਿਵ ਵਾਈ ਪੰਜਾਬ, ਕੋਈ ਹੋਰ ਚੈਨਲ ਵੀ ਤੁਸੀਂ ਹੋ ਸਕਦਾ ਜਿੱਥੇ ਤੁਹਾਨੂੰ ਸਮਝ ਆਉਂਦੀ ਹੋਵੇ। ਤਾਂ ਜਿਵੇਂ ਆਪਾਂ ਗੱਲ ਨੂੰ ਕੀ ਕਰਨਾ ਹੋਵੇ, ਪ੍ਰਗਟ ਕਰਨਾ ਹੋਵੇ, ਉਦਾਹਰਨ ਦੇਣੀ ਹੋਵੇ, ਠੀਕ ਹੈ, ਐਗਜ਼ਾਮਪਲ ਦੇਣੀ ਹੋਵੇ। ਤਾਂ ਇਹ ਸੀਗਾ ਜੀ ਤੁਹਾਡਾ ਅੱਜ ਦਾ ਟੌਪਿਕ। ਲਾਸਟ ਹੈਗਾ ਰਾਜੇ ਜੋੜਨੀ। ਜੋੜਨੀ ਦੀ ਵਰਤੋਂ ਕਿਵੇਂ ਹੁੰਦੀ ਹੈ ਰਾਜੇ? ਕਹਿੰਦਾ ਜਿਵੇਂ ਸਮਾਨ ਵਿਧੀ ਨਾਲ ਬਣੇ ਹੋਏ ਸਫਰਾਂ ਵਿੱਚ ਕੀਤੀ ਜਾਂਦੀ ਹੈ, ਸ਼ਬਦਾਂ ਵਿੱਚ ਕੀਤੀ ਜਾਂਦੀ, ਜਿਵੇਂ ਹਮ ਉਮਰ, ਹਫੜਾ ਦਫੜੀ, ਠੀਕ ਹੈ ਜੀ, ਘਿਓ ਤੇ ਖਿਚੜੀ, ਘਿਓ ਖਿਚੜੀ, ਠੀਕ ਹੈ, ਬੁੱਤ ਪੂਜਾ, ਬੁੱਤ ਦੀ ਪੂਜਾ, ਠੀਕ ਹੈ। ਤਾਂ ਬੁੱਤ ਪੂਜਾ ਇਹ ਆਪਾਂ ਸਮਾਸੀ ਸ਼ਬਦ ਵੀ ਕਹਿ ਦਿੰਦੇ, ਵੈਸੇ ਇਹਨਾਂ ਨੂੰ ਅੱਗੇ ਅੱਗੇ ਕਰਾਉਂਗਾ। ਤਾਂ ਇੱਥੇ ਦੀ ਕੀ ਹੈ, ਜੋੜਨੀ ਦੀ ਵਰਤੋਂ ਹੁੰਦੀ ਹੈ ਤੁਹਾਡੀ, ਠੀਕ ਹੈ। ਜਾਂ ਫਿਰ ਆਪਾਂ ਜਿਵੇਂ ਕਹਿੰਦਾ ਜੀ, ਇਸ ਤਰ੍ਹਾਂ ਇੱਕੋ ਅਰਥਾਂ ਵਾਲੇ ਦੋ ਸ਼ਬਦਾਂ ਤੇ ਵਿਰੋਧੀ ਸ਼ਬਦਾਂ ਅਰਥਾਂ ਵਾਲੇ ਸ਼ਬਦਾਂ ਵਿਚਕਾਰ ਵੀ ਇਹ ਵਰਤੀ ਜਾਂਦੀ, ਜਿਵੇਂ ਊਚ ਨੀਚ, ਦੁੱਖ ਸੁੱਖ, ਨਿੱਕਾ ਮੋਟਾ, ਕੰਮਕਾਰ, ਚਿੱਟਾ ਦੁੱਧ, ਸਾਧ ਸੰਗਤ, ਇੱਥੇ ਵੀ ਵਰਤੋਂ ਹੁੰਦੀ ਹੈ। ਜਾਂ ਆਪਾਂ ਕਿਸੇ ਸ਼ਬਦ ਨੂੰ ਦੁਹਰਾਉਣਾ ਹੋਵੇ, ਜਿਵੇਂ ਆਪਾਂ ਕਹਿ ਦਿੰਦੇ ਆ ਦੋ ਦੋ ਕਰਕੇ ਆ ਜਾਓ, ਦੋ ਦੋ ਕਰਕੇ ਕਲਾਸ ਵਿੱਚ ਜਾਓ, ਤਾਂ ਦੋ ਦੋ ਦੇ ਵਿੱਚ ਕੀ ਹੈ, ਦੋ ਸਮਾਨਾਰਥਕ ਸ਼ਬਦ ਨੇ, ਦੋ ਸੇਮ ਸ਼ਬਦ ਨੇ, ਉਹਦੇ ਵਿੱਚ ਵੀ ਵਰਤੋਂ ਹੁੰਦੀ ਹੈ। ਜਾਂ ਇਸ ਤੋਂ ਇਲਾਵਾ ਕਹਿੰਦੇ ਜਿਹੜੇ ਨਿਰਾਰਥਕ ਹੋਵੇ, ਜਿਵੇਂ ਉਗੜ ਦੁੱਗੜ, ਚਾਹ ਚੂ, ਪਾਣੀ ਧਾਣੀ, ਨਿਰਾਰਥਕ ਹੁੰਦੇ ਜਿਹਦਾ ਕੋਈ ਅਰਥ ਨਹੀਂ ਨਿਕਲਦਾ, ਜਿਵੇਂ ਪਾਣੀ ਦਾ ਅਰਥ ਤਾਂ ਨਿਕਲ ਗਿਆ, ਧਾਣੀ ਦਾ ਕੋਈ ਅਰਥ ਨਹੀਂ ਹੈਗਾ, ਚਾਹ ਦਾ ਅਰਥ ਹੁੰਦਾ, ਚੂ ਦਾ ਕੋਈ ਅਰਥ ਨਹੀਂ ਹੁੰਦਾ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਤੁਸੀਂ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਕਰ ਸਕਦੇ ਆ ਰਾਜੇ। ਇਹ ਤੁਹਾਡੇ ਵਿਸ਼ਰਾਮ ਚਿੰਨ੍ਹ ਸੀਗੇ, ਇਹਨੂੰ ਚੰਗੀ ਤਰ੍ਹਾਂ ਪੜ੍ਹ ਲਓ ਇੱਕ ਵਾਰੀ, ਬਸ ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ ਖਾਸ, ਬਸ ਤੁਹਾਨੂੰ ਇਹਨਾਂ ਦੀ ਨੌਲੇਜ ਹੋਣੀ ਜ਼ਰੂਰੀ ਹੈ, ਕਈ ਵਾਰੀ ਪੁੱਛ ਲੈਂਦੇ ਨੇ ਪੇਪਰ ਦੇ ਵਿੱਚ। ਤਾਂ ਲਾਸਟ ਜਾਂਦੇ ਟਾਈਮ ਤੁਸੀਂ ਤੁਹਾਡੇ ਤੋਂ ਮੈਂ ਇੱਕ ਕੁਐਸਚਨ ਪੁੱਛ ਰਿਹਾ, ਕਿਹੜਾ ਸ਼ਬਦ ਓਪਰਾ ਸ਼ਬਦ ਦਾ ਸਮਾਨਾਰਥੀ ਹੈ? ਮੈਂ ਹੈ ਪੁੱਛਿਆ, ਨਹੀਂ ਪੁੱਛਿਆ। ਓਪਰਾ ਦਾ ਮਤਲਬ ਕੀ ਹੈ? ਆਪਣਾ, ਜਾਣਕਾਰ, ਵਾਕਫ ਜਾਂ ਫਿਰ ਬੇਗਾਨਾ। ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਰਾਜੇ। ਤਾਂ ਆਈ ਹੋਪ ਤੁਹਾਨੂੰ ਇਹ ਸਾਰੀ ਕਲਾਸ ਬਹੁਤ ਵਧੀਆ ਸਮਝ ਆਈ ਹੋਊਗੀ। ਬਾਕੀ ਥੋੜਾ ਜਿਹਾ ਮੈਂ ਉਧਰ ਬਿਜ਼ੀ ਹਾਂ ਐਮਸੀਕਿਊ ਬਣਾਉਣ ਦੇ ਵਿੱਚ, ਇਸ ਕਰਕੇ ਪੰਜਾਬ ਜੀਕੇ ਦੀ ਕਲਾਸ ਥੋੜੀ ਲੇਟ ਆ ਰਹੀ ਹੈ, ਇੱਕ ਦਿਨ ਛੱਡ ਕੇ ਆ ਰਹੀ ਹੈ, ਤਾਂ ਪਲੀਜ਼ ਐਡਜਸਟ ਕਰ ਲਿਓ, ਕਿਉਂਕਿ ਕੁਐਸਚਨ ਬਣਾਉਣੇ ਵੀ ਬਹੁਤ ਜ਼ਰੂਰੀ ਹੈ, ਬੱਚਿਆਂ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਹੈ। ਜੇ ਤੁਹਾਨੂੰ ਕਲਾਸ ਵਧੀਆ ਲੱਗ ਰਹੀ ਹੈ, ਲਾਈਕ ਸ਼ੇਅਰ ਤੇ ਕਮੈਂਟ ਵਾਲੀ ਧੂੜ ਕੱਢ ਦਿਓ, ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਤੇ ਹੋਰਨਾਂ ਤੋਂ ਵੀ ਕਰਾ ਦਿਓ ਭਾਈ। ਧੰਨਵਾਦ।